ਕਰਮਚਾਰੀ ਇੱਕ ਪਿੰਡ ਦੇ ਵਿੱਚ ਇੱਕ ਡੇਰੇ ਤੇ ਗਿਆ। ਉਹ ਇਨਸਾਨ ਵੱਲੋਂ ਉਸ ਦੀ ਦਾੜੀ ਫੜੀ ਆ, ਉਸ ਨੂੰ ਕੁੱਟਿਆ ਮਾਰਿਆ ਗਿਆ, ਉਸ ਦੀ ਦਸਤਾਰ ਲਾਈ ਗਈ ਆ। ਉਹ ਵੀ ਬੜੀ ਮਾੜੀ ਘਟਨਾ ਹੈ। ਉਹਨੂੰ ਫੜ ਲਓ, ਇਹਨੂੰ ਲੰਮਾ ਪਾ ਲਓ, ਇਹਦੀ ਡੈਰੀ ਖੋਲੋ, ਇਹ ਸਾਰਾ ਕੁਝ ਕਰਦੇ ਆ। ਉਹ ਇੱਕ ਭਾਰਾ ਜਿਹਾ ਬੰਦਾ ਉਹ ਚ ਦਿਖਾਇਆ ਗਿਆ, ਉਹਦੇ ਚਪੇੜਾਂ ਜੜਦਾ, ਉਹਦੇ ਧੱਕਾ ਵੱਜਦਾ, ਉਹ ਦਸਤਾਰ ਡਿੱਗ ਪੈਂਦੀ ਆ। ਲੈ ਕੇ ਕਿਉਂ ਨਹੀਂ ਆਇਆ ਤੂੰ? ਚੋਰ ਬੰਦਾ, ਸਾਨੂੰ ਧੋਖਾ ਦਿੰਦਾ ਵਾ ਤੂੰ, ਸਾਨੂੰ ਧੋਖਾ ਦਿੰਦਾ। ਭੇਜਿਆ ਕਿਹਨੇ ਆ? ਉੱਥੇ ਜਿਹੜੇ ਇੱਕ ਤਾਂ ਸਾਧ ਸੀਗਾ, ਚਲਮਾ ਪੀਣਾ ਬੂਬਨਾ ਸਾਧ, ਜਟਾਂ ਉਹਨੇ ਰੱਖੀਆਂ ਤੇ ਸਿਗਰਟ ਫਸਾਈ ਹੋਈ ਆ ਬੀੜੀ ਮੂੰਹ 'ਚ, ਤੇ ਉਹੋ ਜਿਹੇ ਤਮਾਸ਼ਬੀਨ ਸੀ ਵਿਹਲੜ ਜਿਹੜੇ ਉਹਦੇ ਨਾਲ। ਇੱਕ ਮਿੰਟ ਨਹੀਂ, ਤੁਸੀਂ ਇੱਕ ਨੰਗ ਨਾ ਕਰੋ। ਦਸਤਾਰ ਮਹਿਜ਼ ਇੱਕ ਕਪੜਾ ਨਹੀਂ ਆ, ਇੱਕ ਟੁਕੜਾ ਨਹੀਂ ਆ ਉਹ ਕਿ ਤੁਸੀਂ ਸਿਰ ਤੇ ਬੰਨੀ ਫਿਰਦੇ ਹੋ ਲੀਰਾਂ। ਉਹ ਇੱਕ ਤੁਹਾਡੀ ਨਿਸ਼ਾਨੀ ਆ, ਉਹਦੇ ਤੇ ਜੇ ਹਮਲਾ ਹੁੰਦਾ ਤਾਂ ਖੂਨ ਖੌਲਦਾ ਦਸਤਾਰ ਬੰਨਣ ਵਾਲਿਆਂ ਦਾ। ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੁਹਾਨੂੰ ਖਬਰਸਾਰ ਬਿਹਾਈਂਡ ਦਾ ਨਿਊਜ਼ ਵਿੱਚ ਮੇਰਾ ਤੁਹਾਡੇ ਨਾਲ ਸਾਥ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹੁੰਦਾ 11 ਵਜੇ ਤੋਂ ਲੈ ਕੇ 12 ਵਜੇ ਤੱਕ। ਤੇ ਸੋਮਵਾਰ ਤੁਸੀਂ ਸਾਰੇ ਜਾਣਦੇ ਹੋ ਸਾਡੇ ਨਾਲ ਖਬਰਾਂ ਤੇ ਸਾਂਝ ਪਾਉਣ ਦੇ ਲਈ ਖਾਸ ਸਾਡੇ ਸਟੂਡੀਓ ਦੇ ਵਿੱਚ ਪਹੁੰਚਦੇ ਨੇ ਗੁਰਬਾਜ ਸਿੰਘ ਬਰਾੜ ਜੀ। ਸੋ ਆਓ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਉਹਨਾਂ ਦੇ ਨਾਲ ਅੱਜ ਦੀਆਂ ਖਬਰਾਂ ਬਹੁਤ ਅਹਿਮ ਨੇ, ਉਹਨਾਂ ਦੇ ਉੱਤੇ ਗੱਲਬਾਤ ਕਰਨੀ ਬਣਦੀ ਆ। ਸੋ ਤੁਸੀਂ ਵੀ ਆਪਣਾ ਪ੍ਰਤੀਕਰਮ ਸਾਨੂੰ ਦੇ ਸਕਦੇ ਹੋ, ਸਾਡੇ ਸਕਰੀਨ ਤੇ ਨੰਬਰ ਆ ਰਹੇ ਨੇ। ਸੋ ਲਾਈਵ ਤੁਸੀਂ ਸਾਡੇ ਸ਼ੋਅ ਦੇ ਵਿੱਚ ਹਾਜ਼ਰ ਹੋ ਸਕਦੇ ਹੋ ਜੇ ਤੁਹਾਡਾ ਕੋਈ ਵਿਚਾਰ ਹੋਵੇ ਇਹਨਾਂ ਖਬਰਾਂ ਤੇ। ਸੋ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ, ਸਾਰੇ ਹੀ ਸਾਂਝਾ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਕਿਵੇਂ ਰਿਹਾ ਤੁਹਾਡਾ ਵੀਕਐਂਡ? ਵਧੀਆ ਸੀ? ਵੀਕਐਂਡ ਜੀ ਹਮੇਸ਼ਾ ਵਾਂਗ ਬਿਜ਼ੀ ਰਿਹਾ। ਕਾਫੀ ਗਰਮੀ ਸੀ ਪਰ ਸ਼ਾਮ ਤੱਕ ਤਾਂ ਘਰਾਂ 'ਚ ਟਿਕੇ ਰਹੇ। 3:30 ਵਜੇ NHL ਦੀ ਗੇਮ ਸ਼ੁਰੂ ਹੋਣੀ ਸੀ ਜੀ। ਮੇਰੇ ਬੱਚੇ ਵੈਨਕੂਵਰ ਕਨੈਕਟਸ ਦੇ ਫੈਨ ਨੇ। ਤੀਜੀ ਗੇਮ ਸੀ ਸੇਂਟ ਲੂਇਸ ਬਲੂਜ਼ ਦੇ ਨਾਲ। ਤੀਜੀ ਗੇਮ ਕਾਫੀ ਫਸੀ ਰਹੀ। ਅੱਛਾ ਜੀ। ਮੈਨੂੰ ਦੱਸਿਆ ਗਿਆ ਸੀ ਕਿ 20 ਮਿੰਟ ਦੇ 3 ਹੁੰਦੇ ਨੇ ਤੇ ਘੰਟੇ 'ਚ ਗੇਮ ਖਤਮ ਹੋ ਜਾਣੀ ਹੈ, ਪਰ ਉਹ 2.5 ਘੰਟੇ ਲੱਗ ਗਏ ਜੀ। ਬਿਲਕੁਲ ਜੀ, ਜਦੋਂ ਗੇਮ ਇੱਕ ਵਾਰੀ ਓਵਰਟਾਈਮ 'ਚ ਚੱਲ ਜਾਂਦੀ ਹੈ ਫਿਰ ਬਹੁਤ ਇੰਟਰਸਟਿੰਗ ਹੋ ਜਾਂਦੀ ਦੇਖਣ। ਗੇਮ ਫਸ ਗਈ ਜੀ, ਉਹ 2-2 ਗੋਲ ਕਰੀ ਬੈਠੇ ਸੀਗੇ ਫਿਰ ਤੱਕ, ਤੇ ਫਿਰ ਓਵਰਟਾਈਮ ਦੇ ਵਿੱਚ ਵੀ ਐਨ ਅਖੀਰਲੇ ਮਿੰਟ ਤੇ ਜਾ ਕੇ ਸੇਂਟ ਲੂਇਸ ਬਲੂਜ਼ ਨੇ ਜਿਹੜਾ ਉਹ ਸਕੋਰ ਕੀਤਾ। ਤੇ ਵੱਡੇ ਬੇਟੇ ਦਾ ਪ੍ਰੋਗਰਾਮ ਇਹ ਬਣਾਇਆ ਹੋਇਆ ਸੀ ਕਿ ਪਾਪਾ ਜੇ ਅੱਜ ਵੈਨਕੂਵਰ ਕਨੈਕਟਸ ਦੀ ਟੀਮ ਜਿੱਤਦੀ ਹੈ ਫਿਰ ਤਾਂ ਆਪਾਂ 61 ਤੇ 72 ਤੇ ਜਾਵਾਂਗੇ। ਅੱਛਾ ਜੀ, ਉੱਥੇ ਢੋਲ ਵੱਜਦੇ ਹੁੰਦੇ ਆ। ਉੱਥੇ ਢੋਲ ਵੱਜਦੇ, ਉਹਨੇ ਵੀਡੀਓ ਦੇਖ ਲਈ ਇੰਸਟਾ ਤੇ, ਪੁੱਛਿਆ ਮੈਨੂੰ, ਫਿਰ ਮੈਂ ਉਹਨੂੰ ਦੱਸਿਆ ਵੀ ਇਹ ਜਦੋਂ ਇਸ ਤੋਂ ਪਹਿਲਾਂ ਜਦੋਂ ਕਨੈਕਟਸ ਜਿੱਤਦੀ ਹੈ ਤੇ ਸਕਾਟ ਰੋਡ 72 ਤੇ ਢੋਲ ਵੱਜਦੇ ਆ ਤੇ ਬੜੀ ਰੌਣਕ ਹੁੰਦੀ ਆ ਜੀ। ਇਹ ਆਪਣੇ ਆਪ ਦੇ ਵਿੱਚ ਇਹ ਕਲਚਰ ਹੈ। ਸਾਡੇ ਪੰਜਾਬੀ ਵੀ ਜਿਹੜੇ ਇੱਥੋਂ ਦੇ ਮੁੰਡੇ ਕੁੜੀਆਂ ਜੰਪਲ ਨੇ ਉਹ ਬੜੇ ਚਾਅ ਨਾਲ ਦੇਖਦੇ ਨੇ, ਉੱਥੇ ਜਾਂਦੇ ਨੇ, ਦੇਖਦੇ ਨੇ। ਅਸੀਂ ਖੁਦ ਜਾਈਦਾ ਜੀ। ਔਰ ਖੁਸ਼ੀਆਂ ਮਨਾਉਣ ਲਈ ਤਾਂ ਬਹਾਨੇ ਚਾਹੀਦੇ ਹੁੰਦੇ। ਔਰ ਬੜੀ ਸ਼ਾਂਤਮਈ ਹੁੰਦੀ ਆ, ਉਹ ਸਾਰਾ ਇੰਜੋਏ ਕਰਦੇ, ਡਾਂਸ ਹੁੰਦੇ, ਭੰਗੜੇ ਪੈਂਦੇ ਨੇ। ਬਿਲਕੁਲ ਜੀ, ਕੋਈ ਵੀ ਇਹੋ ਜੀ ਝੰਡੇ ਲਹਿਰਾਏ ਜਾਂਦੇ ਨੇ। ਹਾਂਜੀ, ਬੜਾ ਵਧੀਆ ਸ਼ਾਂਤ ਤਰੀਕੇ ਨਾਲ ਦੇਖ ਰਹੀ ਹੁੰਦੀ ਆ। ਸੋ ਉਹ ਮੌਕਾ ਤਾਂ ਨਹੀਂ ਬਣ ਸਕਿਆ ਸ਼ਾਮ ਨੂੰ। ਹੁਣ ਦੇਖੋ ਇਹ, ਕਿਉਂਕਿ ਅਜੇ ਮੇਰੇ ਖਿਆਲ 'ਚ ਹੋਰ ਮੈਚ ਉਹਨਾਂ ਦੇ ਹੋਣੇ ਬਾਕੀ ਕਾਫੀ ਹੋਣੇ, ਹੱਲੇ ਸੀਰੀਜ਼ ਸ਼ੁਰੂ ਹੋਈਆਂ ਹੱਲੇ ਤਾਂ। ਹਾਂਜੀ, ਇਹ ਬਹੁਤ ਚੱਲਣਗੀਆਂ ਆਉਣ ਵਾਲੇ ਸਮੇਂ 'ਚ, ਫਿਰ ਦੇਖਾਂਗੇ। ਚਲੋ ਬੱਚਿਆਂ ਦਾ ਇਹ ਸੀ ਵੀ ਗਰਮੀ 'ਚ ਬਾਹਰ ਨਾ ਨਿਕਲਣ, ਘਰੇ ਬੈਠੇ ਰਹੇ ਤੇ ਵਧੀਆ ਨਿਕਲਿਆ ਜੀ। ਤੇ ਕਰੋਨਾ ਦੇ ਕੀ ਹਾਲਾਤ ਨੇ ਜੀ, ਇਹਦੇ ਬਾਰੇ ਵੀ ਥੋੜਾ ਜਿਹਾ ਦੱਸੋ। BCT 'ਚ ਆਪਾਂ ਗੱਲ ਕਰੀਏ ਜੀ ਤਾਂ ਔਸਤਨ 24 ਘੰਟਿਆਂ 'ਚ 70 ਨਵੇਂ ਕੇਸ ਸਾਹਮਣੇ ਆ ਰਹੇ ਨੇ ਜੀ। ਹਸਪਤਾਲਾਂ 'ਚ ਜਿਹੜੀ ਗਿਣਤੀ ਆ ਉਹ 9-10 ਦੇ ਕਰੀਬ ਰਹਿੰਦੀ ਆ, ਤੇ ICU ਦੇ ਵਿੱਚ ਵੀ ਉਹੀ 3-4 ਜਣੇ ਵੱਧ ਤੋਂ ਵੱਧ ਜਿਹੜੇ ਉਹ ਇੰਨੇ ਕੁ ਦੱਸੇ ਜਾਂਦੇ ਆ। ਡਾਕਟਰ ਬੌਨੀ ਹੈਨਰੀ ਬਾਅਦ ਦੁਪਹਿਰ 3 ਵਜੇ ਖੁਲਾਸਾ ਕਰਦੇ ਨੇ ਕਿ ਕਿੰਨੇ ਕੇਸ ਨਵੇਂ ਆਏ। ਅੱਜ ਵੀ ਹੁਣ ਵੀਕਐਂਡ ਤੇ ਜਿਹੜੇ ਕੇਸਾਂ ਦਾ ਖੁਲਾਸਾ 3 ਵਜੇ ਹੋਏਗਾ। ਜਿਹੜੀ ਇੱਥੇ BC ਨਿਵਾਸੀਆਂ ਨੂੰ ਫਿਕਰ ਇਹ ਪਈ ਹੋਈ ਹੈ, ਖਾਸ ਕਰਕੇ ਮਾਪਿਆਂ ਨੂੰ, ਕਿ ਬੇਸ਼ੱਕ 10 ਸਤੰਬਰ ਤੋਂ ਸਕੂਲ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ। ਪਹਿਲਾਂ ਇਹ ਤਰੀਕ 8 ਐਲਾਨੀ ਗਈ ਸੀ, ਫਿਰ 2 ਦਿਨ ਅਧਿਆਪਕਾਂ ਨੂੰ ਤਿਆਰੀ ਕਰਨ ਲਈ ਦਿੱਤੇ ਗਏ ਨੇ, ਪਰ ਅਜੇ ਵੀ ਬਹੁਤ ਸਾਰੇ ਮਾਪੇ ਇਸ ਗੱਲੋਂ ਫਿਕਰਮੰਦ ਨੇ ਕਿ 10 ਤਰੀਕ ਨੂੰ ਕੀ ਹਾਲ ਹੋਏਗਾ। ਕੁਝ ਹਫ਼ਤਿਆਂ ਦਾ ਸਮਾਂ ਹੀ ਬਾਕੀ ਹੈ।
ਪਰ ਲੱਗਦਾ ਨਹੀਂ ਗਾ ਕਿ ਜਿਹੜੀ ਇਹ ਬੈਂਡ ਹੋਈ ਕਰਵ ਨੇ ਸਿਰ ਚੁੱਕਿਆ ਜੂਨ ਤੋਂ ਬਾਅਦ ਜੁਲਾਈ 'ਚ ਹੋਰ ਤੇ ਹੋਰ ਉੱਪਰ ਹੀ ਚੜ੍ਹਦੀ ਜਾ ਰਹੀ ਹੈ। ਇਹ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹਨੇ ਵਾਪਸ ਆਉਣ ਦਾ ਕੋਈ ਸੰਕੇਤ ਨਹੀਂ ਹੈ। ਔਰ ਜਿਸ ਤਰ੍ਹਾਂ 20 ਤੋਂ 40 ਸਾਲ ਦੀ ਉਮਰ ਦੇ ਗੱਭਰੂ ਮੁੰਡੇ ਕੁੜੀਆਂ ਬੀਚਾਂ ਤੇ ਪਾਰਕਾਂ ਤੇ ਹੋਰ ਸਾਂਝੀਆਂ ਥਾਵਾਂ ਤੇ ਮਸਤੀ ਕਰਦੇ ਫਿਰਦੇ ਨੇ, ਉਹਨਾਂ ਨੂੰ ਵਾਰ-ਵਾਰ ਟੋਕਿਆ ਵੀ ਜਾ ਰਿਹਾ, ਸਮਝਾਇਆ ਵੀ ਜਾ ਰਿਹਾ। ਸਾਡੇ ਸਿਹਤ ਅਧਿਕਾਰੀਆਂ ਵੱਲੋਂ ਵਾਰ-ਵਾਰ ਉਹਨਾਂ ਨੂੰ ਇਹ ਯਾਦ ਦਹਾਨੀ ਦਿੱਤੀ ਜਾ ਰਹੀ ਹੈ ਕਿ ਵੱਡੇ ਇਕੱਠਾਂ ਤੋਂ ਗੁਰੇਜ਼ ਕਰੋ, ਤੇ ਪਰ ਇਹ ਹੈ ਕਿ ਉਹਨਾਂ ਨੂੰ ਸ਼ਾਇਦ ਇਸ ਗੱਲ ਦੀ ਪਰਵਾਹ ਨਹੀਂ ਹੋਏਗੀ। ਮਾਸਕ ਅਜੇ ਲਾਜ਼ਮੀ ਨਹੀਂ ਕੀਤੇ ਗਏ, ਬਹੁਤ ਸਾਰੀਆਂ ਜਗ੍ਹਾ ਤੇ ਲਾਜ਼ਮੀ ਕਰ ਦਿੱਤੇ ਗਏ ਆ, ਜਿਵੇਂ ਵਾਲਮਾਰਟ ਦੇ ਵਿੱਚ ਤੁਸੀਂ ਜਿਹੜੇ ਲੋਕ ਗਰੋਸਰੀ ਲੈਣ ਜਾਂਦੇ, ਸ਼ਾਪਿੰਗ ਕਰਨ ਜਾਂਦੇ ਆ, ਤੇ ਵਾਲਮਾਰਟ ਦੇ ਵਿੱਚ ਬਿਨਾਂ ਮਾਸਕ ਤੋਂ ਜਾਣ ਨਹੀਂ ਦਿੰਦੇ। ਬਹੁਤ ਸਾਰੇ ਲੋਕ ਵਾਪਸ ਆ ਰਹੇ ਸੀਗੇ ਜੀ, ਉਹ ਜਾਣ ਨਹੀਂ ਦਿੰਦੇ, ਉਹ ਕਹਿੰਦੇ ਮਾਸਕ ਪਾ ਕੇ ਆਉਣਾ ਪੈਂਦਾ। ਇਸੇ ਹਫਤੇ ਤੋਂ ਹੀ ਆਪਾਂ ਸਾਡੇ ਦੇਖਣ ਵਾਲਿਆਂ ਨੂੰ ਦੱਸ ਦਈਏ ਕਿ ਟ੍ਰਾਂਜ਼ਿਟ ਦੀਆਂ ਬੱਸਾਂ ਤੇ ਚੜ੍ਹਨ ਵਾਲਿਆਂ ਲਈ ਵੀ ਮਾਸਕ ਪਹਿਨਣੇ ਲਾਜ਼ਮੀ ਕੀਤੇ ਜਾ ਰਹੇ ਨੇ। ਸੋ ਤੁਸੀਂ ਜੇ 24 ਤਰੀਕ ਤੋਂ ਹੀ ਬੱਸ ਤੇ ਚੜ੍ਹਨ ਦਾ ਕੋਈ ਪ੍ਰੋਗਰਾਮ ਬਣਾਇਆ ਤਾਂ ਮਾਸਕ ਲੈ ਕੇ ਜਾਣਾ, ਮਾਸਕ ਪਾ ਕੇ ਜਾਣਾ ਜ਼ਰੂਰੀ ਹੋਏਗਾ। ਬੇਸ਼ੱਕ ਤੁਹਾਨੂੰ ਹੋ ਸਕਦਾ ਪਹਿਲੀ ਦਫਾ ਉਹ ਮਾਫ ਕਰ ਦੇਣ, ਕੋਈ ਜੁਰਮਾਨਾ ਨਾ ਲਗਾਉਣ, ਪਰ ਜਿਹੜੀ ਟ੍ਰਾਂਜ਼ਿਟ ਪੁਲਿਸ ਹੈ ਉਹਨੇ ਨਿਗਾਹ ਰੱਖਣੀ ਹੈ ਜੀ ਮਾਸਕ ਨਾ ਪਾਉਣ ਵਾਲਿਆਂ ਤੇ। ਬਿਲਕੁਲ ਜੀ। ਅੱਜ ਇਸ ਤੋਂ ਪਹਿਲਾਂ ਥੋੜੀ ਦੇਰ ਪਹਿਲਾਂ ਹੀ ਟੋਰਾਂਟੋ ਤੋਂ ਜਿਹੜੀਆਂ ਆ ਰਹੀਆਂ ਸੀ ਖਬਰਾਂ, ਪਤਾ ਲੱਗ ਰਿਹਾ ਸੀਗਾ ਓਨਟਾਰੀਓ ਦੇ ਵਿੱਚ 99 ਹੋਰ ਕੇਸ ਨਵੇਂ ਸਾਹਮਣੇ ਆ ਗਏ ਨੇ, ਤੇ ਉੱਥੇ ਵੀ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਤਕਰੀਬਨ 32 ਦੱਸੀ ਗਈ ਹੈ। ਓਨਟਾਰੀਓ 'ਚ ਵੀ ਕੇਸਾਂ 'ਚ ਜਿਹੜਾ ਇਹ ਵਾਧਾ ਦੇਖਣ ਨੂੰ ਮਿਲ ਰਿਹਾ। ਤੇ ਇਸੇ ਤਰ੍ਹਾਂ ਜੇ ਆਪਾਂ ਅਮਰੀਕਾ ਦੀ ਗੱਲ ਕਰੀਏ ਜੀ, ਤੇ ਅਮਰੀਕਾ ਦੇ ਵਿੱਚ 1,50,000 ਤੋਂ 1,70,000 18 ਦਿਨਾਂ ਦੇ ਵਿੱਚ 20,000 ਮੌਤਾਂ ਹੋਈਆਂ। 1,70,000 ਮੌਤਾਂ ਹੋਈਆਂ ਨੇ ਜੀ। 18 ਦਿਨ ਪਹਿਲਾਂ 1.5 ਲੱਖ ਸੀ, ਤੇ ਉਸ ਤੋਂ ਬਾਅਦ 18 ਦਿਨਾਂ ਦਾ ਅੰਕੜਾ ਜਿਹੜਾ ਆਇਆ ਇਸ ਵੀਕਐਂਡ ਤੇ 1,70,000 ਲੋਕ ਇਸ ਜਹਾਨ ਨੂੰ ਕੂਚ ਕਰ ਚੁੱਕੇ ਨੇ। ਤੇ ਇਹ ਹੁਣ ਪੂਰੀ ਤਰ੍ਹਾਂ ਭੈ ਬਣਿਆ ਹੋਇਆ, ਇਹਦਾ ਕੁੱਲ ਦੁਨੀਆ ਤੇ ਅਸਰ ਦੇਖਣ ਨੂੰ ਮਿਲ ਰਿਹਾ। ਨਿਊਜ਼ੀਲੈਂਡ ਦੇ ਵਿੱਚ ਇਲੈਕਸ਼ਨ ਹੋਣੇ ਸੀ ਸਤੰਬਰ ਦੇ ਵਿੱਚ, ਇਲੈਕਸ਼ਨ ਪੋਸਟਪੋਨ ਕਰ ਦਿੱਤੇ ਗਏ ਨੇ। ਕੈਨੇਡੀਅਨ ਫੁੱਟਬਾਲ ਲੀਗ ਹੈ, ਜਿਵੇਂ ਆਪਾਂ ਹਾਕੀ ਦੀ NFL ਹੈ, ਨੈਸ਼ਨਲ ਫੁੱਟਬਾਲ ਲੀਗ, ਉਵੇਂ ਸੌਕਰ ਦੀ ਹੈ ਕੈਨੇਡੀਅਨ ਫੁੱਟਬਾਲ ਲੀਗ, ਉਹਨੂੰ CFL ਨੂੰ ਵੀ ਮੁਲਤਵੀ ਕਰ ਦਿੱਤਾ ਗਿਆ। ਉਹਨਾਂ ਨੇ ਫੈਡਰਲ ਸਰਕਾਰ ਤੋਂ $30 ਮਿਲੀਅਨ ਮੰਗਿਆ ਸੀਗਾ, ਸਰਕਾਰ ਨੇ ਉਹ ਪੈਸਾ ਦੇਣ ਤੋਂ ਇਨਕਾਰ ਕਰ ਦਿੱਤਾ, ਤੇ ਨਾਲ ਦੀ ਨਾਲ ਹੀ ਉਹਨਾਂ ਨੇ CFL ਨੂੰ ਸਸਪੈਂਡ ਕਰਨ ਦਾ ਐਲਾਨ ਕਰ ਦਿੱਤਾ। ਹੋਰ ਬਹੁਤ ਸਾਰੇ ਵੱਡੇ ਸਮਾਗਮਾਂ ਦੇ ਉੱਪਰ ਅਸਰ ਪਏ ਨੇ। ਬੈਂਕਟ ਹਾਲਾਂ ਦੀ ਪਿਛਲੇ ਦਿਨਾਂ ਦੇ ਵਿੱਚ ਚੈਕਿੰਗ ਹੋਈ ਹੈ, ਉੱਥੇ ਵੀ ਕਿਤੇ ਵੱਡੇ ਇਕੱਠ ਤਾਂ ਨਹੀਂ ਹੋ ਰਹੇ, ਪਰ ਇਹ ਲੋਕਾਂ ਨੂੰ ਗੱਲ ਸਮਝਣੀ ਪੈਣੀ ਹੈ ਕਿ ਤੁਹਾਨੂੰ ਸਾਰਿਆਂ ਨੂੰ ਆਪਾਂ ਨੂੰ ਕਰੋਨਾ ਦੇ ਨਾਲ ਰਹਿਣਾ ਸਿੱਖਣਾ ਪੈਣਾ। ਵਾਰ-ਵਾਰ ਸੂਬਾਈ ਸਿਹਤ ਅਧਿਕਾਰੀ ਇਸ ਗੱਲ ਤੇ ਜ਼ੋਰ ਦੇ ਰਹੇ ਨੇ ਕਿ ਕਰੋਨਾ ਕਿਧਰੇ ਨਹੀਂ ਗਿਆ, ਇੱਥੇ ਹੀ ਆਪਣੇ ਆਲੇ ਦੁਆਲੇ ਹੈ। ਜਿਹੜੇ ਇਨਡੋਰਸ ਦੇ ਵਿੱਚ ਜ਼ਿਆਦਾ ਸਾਨੂੰ ਖਤਰਾ ਦੱਸਿਆ ਜਾ ਰਿਹਾ, ਜਿੱਥੇ AC ਚੱਲਦੇ ਨੇ, ਜਿੱਥੇ ਹਵਾ ਅੰਦਰ ਸਰਕੂਲੇਟ ਹੁੰਦੀ ਹੈ, ਵੈਂਟੀਲੇਸ਼ਨ ਦੀ ਘਾਟ ਹੈ, ਉੱਥੇ ਖਾਸ ਖਿਆਲ ਰੱਖਿਆ ਜਾਏ। ਜਿੱਥੇ ਤੁਸੀਂ 6 ਫੁੱਟ ਦੀ ਦੂਰੀ ਯਕੀਨੀ ਨਹੀਂ ਬਣਾ ਸਕਦੇ, ਉੱਥੇ ਜੇ ਹੋ ਸਕਦਾ ਤਾਂ ਮਾਸਕ ਜ਼ਰੂਰ ਪਹਿਨੋ ਜੀ। ਬਿਲਕੁਲ ਜੀ। ਤੇ ਦੂਜੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ, ਕਹਿੰਦੇ ਕਿ ਬੇਸ਼ੱਕ ਟੈਕਨੋਲੋਜੀ ਨੇ ਸਾਡੇ ਤੇ ਹੈਵੀ ਹੋ ਗਈ ਆ, ਪਰ ਕੁਝ ਇਹੋ ਜਿਹੀਆਂ ਸਾਡੀਆਂ ਜਿਹੜੀਆਂ ਗਵਰਨਮੈਂਟ ਦੇ ਅਦਾਰੇ ਆ, ਹੁਣ ਤੇ ਉੱਥੇ ਵੀ ਇਹੋ ਜਿਹੇ ਕਾਂਡ ਹੋਣ ਲੱਗ ਪਏ। ਸੋ CRA ਦੀ ਜਿਹੜੀ ਵੈਬਸਾਈਟ ਜਿਹੜੀ ਕ੍ਰੈਸ਼ ਹੋ ਗਈ ਆ, ਉਹਦੇ ਬਾਰੇ ਤੁਸੀਂ ਦੱਸੋ ਕਿ ਕਿੰਨਾ ਕੁ ਨੁਕਸਾਨ ਕੀ ਹੋਇਆ, ਕੀ ਕਾਰਨ ਆ, ਤੇ ਪਤਾ ਲੱਗਾ ਇਹਦੇ ਬਾਰੇ ਕੁਝ? ਕੈਨੇਡਾ ਰੈਵਨਿਊ ਏਜੰਸੀ ਜਿਹੜੀ ਕੈਨੇਡੀਅਨਸ ਨੂੰ ਕਈ ਤਰ੍ਹਾਂ ਦੇ ਲਾਭ ਪਹੁੰਚਾਉਂਦੀ ਹੈ, ਜਿੱਥੇ ਅਸੀਂ ਸਾਰੇ ਆਪਣਾ ਟੈਕਸ ਫਾਈਲ ਕਰਦੇ ਹਾਂ, ਤੇ ਸਾਨੂੰ ਉਸ ਟੈਕਸ ਫਾਈਲ ਕਰਨ ਤੋਂ ਮਗਰੋਂ ਸਾਡਾ ਲੇਖਾ ਜੋਖਾ ਹੁੰਦਾ ਪਰਿਵਾਰਾਂ ਵਾਲਿਆਂ ਨੂੰ, ਬੱਚਿਆਂ ਵਾਲਿਆਂ ਨੂੰ ਤੇ ਹੋਰਨਾਂ ਨੂੰ, ਲੋੜਵੰਦਾਂ ਨੂੰ। ਫਿਰ ਉਹ ਪੈਸੇ ਭੇਜਦੇ ਆ ਕਿ ਤੁਸੀਂ ਇੰਨੀ ਕੁ ਕਮਾਈ ਸਾਲ ਦੀ ਕੀਤੀ, ਇੰਨੇ ਕੁ ਤੁਹਾਡੇ ਬਣਦੇ ਸਾਲ ਦੇ, ਤੇ ਚੜ੍ਹੇ ਮਹੀਨੇ ਤੁਹਾਡੇ ਖਾਤੇ 'ਚ ਸਿੱਧੇ ਅਸੀਂ ਇੰਨੇ ਪੈਸੇ ਪਾਈ ਜਾਵਾਂਗੇ। ਤੇ ਇਸ ਤੋਂ ਵੀ ਵੱਧ ਕੇ ਜਿਹੜੀ ਕੈਨੇਡਾ ਰੈਵਨਿਊ ਏਜੰਸੀ ਹੈ, ਹੁਣ ਇਸ ਔਖੀ ਘੜੀ 'ਚ ਜਿਹੜੇ ਫੈਡਰਲ ਸਰਕਾਰ ਨੇ ਐਲਾਨ ਕੀਤੇ ਸੀ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ ਜਾਂ ਸਟੂਡੈਂਟ ਦੇ ਲਈ ਬੈਨੀਫਿਟ ਜਿਹੜੇ ਦੇਣ ਦੇ ਐਲਾਨ ਹੋਏ ਸੀਗੇ, ਉਹ ਅਰਜ਼ੀਆਂ CRA ਦੀ ਵੈਬਸਾਈਟ ਤੇ ਅਪਲਾਈ ਹੋ ਰਹੀਆਂ ਸੀ। ਉੱਥੇ ਲੋਕ ਅਰਜ਼ੀਆਂ ਦੇ ਕੇ ਤੇ ਸਿੱਧੇ ਆਨਲਾਈਨ ਅਪਲਾਈ ਕਰਦੇ ਸੀ, ਤੇ ਉਹ ਲਾਭ ਹਾਸਲ ਕਰ ਰਹੇ ਸੀ। ਤੇ ਪਤਾ ਲੱਗਾ ਕਿ 14 ਅਗਸਤ ਨੂੰ ਕਿਸੇ ਨੇ CRA ਦੀ ਵੈਬਸਾਈਟ ਦੇ ਵਿੱਚ ਸੰਨ ਲਗਾ ਲਈ, ਸਾਈਬਰ ਅਟੈਕ ਹੋਇਆ, ਤੇ ਇਸ ਦੇ ਵਿੱਚ ਘੱਟੋ ਘੱਟ 5500 ਵਿਅਕਤੀਆਂ ਦੇ ਖਾਤੇ ਜਿਹੜੇ ਪ੍ਰਭਾਵਿਤ ਹੋਏ ਨੇ। ਜਿਹੜੇ ਸਾਡੇ ਖਜ਼ਾਨਾ ਬੋਰਡ ਆ, ਉੱਥੋਂ ਪਤਾ ਲੱਗਾ ਕਿ ਛੇੜਛਾੜ ਤਾਂ ਵਧੇਰੇ ਖਾਤਿਆਂ ਨਾਲ ਕੀਤੀ ਗਈ ਹੈ, ਪਰ ਸੰਨ ਜਿਹੜੀ ਲਾਈ ਜਾ ਚੁੱਕੀ ਆ ਉਹ 5500 ਖਾਤੇ ਨੇ। ਹੁਣ ਇਹਦੇ ਤੋਂ ਬਚਣ ਦੇ ਲਈ ਕੀ ਕੀਤਾ, ਕੈਨੇਡਾ ਰੈਵਨਿਊ ਏਜੰਸੀ ਨੇ ਆਪਣੀ ਸਾਰੀ ਵੈਬਸਾਈਟ ਹੀ ਬਲੌਕ ਕਰ ਦਿੱਤੀ, ਠੱਪ ਕਰਤੀ। ਤੁਸੀਂ ਉਹਦੇ ਤੇ ਜਿਹੜੇ
ਲਾਭ ਲੈਣ ਲਈ ਕੋਈ ਅਰਜ਼ੀ ਦੇਣੀ ਸੀ, ਆਨਲਾਈਨ ਅਪਲਾਈ ਕਰਨਾ ਸੀ ਕਿਸੇ ਨੇ, ਉਹ ਕਰ ਹੀ ਨਹੀਂ ਸਕਣਗੇ। ਇੱਕ ਤਰ੍ਹਾਂ ਨਾਲ ਬੰਦ ਕਰ ਦਿੱਤੀ ਗਈ ਹੈ। ਕੈਨੇਡਾ ਰੈਵਨਿਊ ਏਜੰਸੀ ਦੀ ਵੈਬਸਾਈਟ ਇਸ ਵੇਲੇ ਬੰਦ ਪਈ ਹੈ। ਸੋ ਤੁਹਾਡੇ ਕੋਲੇ ਆਪਸ਼ਨ ਹੁਣ ਇਹੀ ਬਚੀ ਹੈ ਕਿ ਤੁਸੀਂ ਫੋਨ ਕਰਕੇ ਉਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ। ਜਿਹੜੇ ਕੋਈ ਮਾਈ ਅਕਾਊਂਟ ਜਾਂ ਮਾਈ ਬਿਜ਼ਨਸ ਅਕਾਊਂਟ CRA ਦੀ ਵੈਬਸਾਈਟ ਤੇ ਜਿਹਦੇ 'ਚ ਤੁਸੀਂ ਐਕਸੈਸ ਕਰਦੇ ਸੀਗੇ, ਉਹਦੇ 'ਚ ਸਨ ਲੱਗੀ ਹੈ, ਪਰ ਸਾਰੇ ਖਾਤਿਆਂ 'ਚ ਸਨ ਨਹੀਂ ਲਾਈ ਜਾ ਸਕੀ। ਸਾਈਬਰ ਅਟੈਕ ਹੋਇਆ। ਉਹਦੇ ਤੋਂ ਬਚਣ ਦੇ ਲਈ CRA ਨੇ ਇਹਤਿਆਤੀ ਕਦਮ ਪੁੱਟਦਿਆਂ ਆਪਣੀ ਜਿਹੜੀ ਵੈਬਸਾਈਟ ਨੂੰ ਬੰਦ ਕੀਤਾ ਹੋਇਆ। ਫੋਨ ਤੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਬੁੱਧਵਾਰ ਤੱਕ ਦੁਬਾਰਾ ਉਹ ਕਹਿੰਦੇ ਨੇ ਕਿ ਅਸੀਂ ਖੁੱਲ ਜਾ ਸਕਦੀ ਹੈ ਤੇ ਪਤਾ ਲੱਗੇਗਾ ਬੁੱਧਵਾਰ ਤੱਕ। ਪਰ ਫਿਰ ਬਹੁਤੇ ਲੋਕਾਂ ਨੂੰ ਇਸ ਦਾ ਸ਼ਾਇਦ ਨੁਕਸਾਨ ਵੀ ਹੋਵੇਗਾ, ਬਹੁਤਿਆਂ ਨੂੰ ਫਾਇਦਾ ਵੀ ਹੋਵੇਗਾ। ਕਈ ਤਾਂ ਕਹਿੰਦੇ ਹੋਣੇ ਆ ਕਿ ਸਾਡਾ ਸਾਰਾ ਕੁਝ ਉੱਡ ਜਾਵੇ ਤਾਂ ਵਧੀਆ, ਜਿਨ੍ਹਾਂ ਨੇ ਬਹੁਤ ਵੱਡੀ ਰਕਮ ਟੈਕਸ ਦੀ ਦੇਣੀ ਆ। ਫਾਇਦਾ ਲੈਣ ਵਾਲੇ ਤਾਂ ਜੀ ਹਮੇਸ਼ਾ ਫਾਇਦੇ ਦੀ ਤਾਕ 'ਚ ਰਹਿੰਦੇ ਨੇ। ਔਰ ਉਹ ਦੇਖੋ ਪਤਾ ਨਹੀਂ ਕਿੱਥੇ ਬੈਠੇ ਹੋਣਗੇ, ਕਿਹੜੀ ਬੇਸਮੈਂਟ ਦੇ ਵਿੱਚ 4 ਕੰਪਿਊਟਰ ਰੱਖੇ ਹੋਣਗੇ ਤੇ 2 ਫੋਨ ਸੈੱਟ ਰੱਖੇ ਹੋਣਗੇ। ਉਹ ਲੋਕਾਂ ਨੂੰ ਮੂਰਖ ਬਣਾਉਂਦੇ ਨੇ। ਮੂਰਖ ਬਣਾਉਣ ਦੇ ਤਰੀਕੇ ਬੜੇ ਨੇ। ਪਹਿਲੀ ਗੱਲ ਤਾਂ ਮਨੁੱਖ ਨੂੰ ਲਾਲਚ ਦੇ ਕੇ ਫਸਾਇਆ ਜਾਂਦਾ। ਮੱਛੀ ਫੜਨ ਲਈ ਕੁੰਡੀ ਸੁੱਟੀ ਜਾਂਦੀ ਹੈ। ਤੁਸੀਂ ਜੇ ਲਾਟਰੀ ਦਾ ਟਿਕਟ ਪਾਇਆ ਹੀ ਨਹੀਂ ਤਾਂ ਤੁਹਾਡੀ ਲਾਟਰੀ ਕਿੱਥੋਂ ਨਿਕਲੇਗੀ? ਤੁਸੀਂ ਜੇ ਕਿਤੇ ਕੋਈ ਫੋਨ ਲਈ ਅਪਲਾਈ ਕੀਤਾ ਹੀ ਨਹੀਂ, ਜਿਹੜੇ ਬੈਂਕ 'ਚ ਤੁਹਾਡਾ ਖਾਤਾ ਹੀ ਨਹੀਂ, ਜੇ ਤੁਹਾਡੇ ਫੋਨ ਤੇ ਮੈਸੇਜ ਆਉਂਦਾ ਹੈ ਕਿ ਅਸੀਂ ਤੁਹਾਡੇ ਫਲਾਣੇ ਬੈਂਕ ਦੇ ਖਾਤੇ 'ਚ ਇੰਨਾ ਜਿਹੜਾ ਡਿਪੋਜ਼ਿਟ ਕਰਤਾ ਤੇ ਇਹਦੇ ਤੇ ਕਲਿੱਕ ਕਰੋ, ਤੇ ਤੁਹਾਨੂੰ ਜਾਣ ਲੈਣਾ ਚਾਹੀਦਾ ਕਿ ਮੇਰਾ ਤਾਂ ਇਸ ਬੈਂਕ ਦੇ ਵਿੱਚ ਕੋਈ ਅਕਾਊਂਟ ਹੀ ਹੈ ਨਹੀਂ, ਮੇਰਾ ਤਾਂ ਇਸ ਨੰਬਰ ਦਾ ਕੋਈ ਕੰਪਨੀ ਦਾ ਕੋਈ ਫੋਨ ਹੀ ਹੈ ਨਹੀਂ, ਤੇ ਮੈਂ ਤਾਂ ਇਹਦੇ ਨਾਲ ਕੋਈ ਲੈਣ ਦੇਣ ਕੀਤਾ ਹੀ ਨਹੀਂ, ਤੇ ਫਿਰ ਉਸ ਖਾਤੇ 'ਚ ਕਿਵੇਂ ਜਾ ਸਕਦੇ ਨੇ? ਇੰਨਾ ਕੁ ਸਾਨੂੰ ਸਮਝ ਚਾਹੀਦੀ ਹੈ। ਤੇ ਇਹਦੇ ਨਾਲ ਨਾਲ ਹੋਰ ਵੀ ਕਈ ਤਰੀਕੇ ਨੇ ਜਿਹੜੇ ਹੁਣ ਇਸ ਤਰ੍ਹਾਂ ਦੇ ਤੁਹਾਨੂੰ ਲਾਭ ਮਿਲ ਰਹੇ ਨੇ। ਉਹਦੇ ਵੀ ਡਰਾਵੇ ਦੇ ਕੇ ਕੋਈ ਸਰਵਿਸ ਕੈਨੇਡਾ ਦਾ ਬਣ ਕੇ ਫੋਨ ਕਰ ਰਿਹਾ, ਕੋਈ ਤੁਹਾਨੂੰ ਇਮੀਗ੍ਰੇਸ਼ਨ ਡਿਪਾਰਟਮੈਂਟ ਤੋਂ ਬਣ ਕੇ ਫੋਨ ਕਰ ਰਿਹਾ। ਸਕੈਮ ਬਹੁਤ ਵਧੇ ਨੇ ਜੀ ਆਨਲਾਈਨ। ਜਿਹੜੇ ਆਪਾਂ ਸਮਝਦੇ ਹਾਂ ਕਿ ਪਹਿਲਾਂ ਜਿਹੜੀ ਮੇਲ ਚੋਰੀ ਹੋ ਜਾਂਦੀ ਸੀ, ਡਾਕ ਚੋਂ ਲੋਕੀ ਕੱਢ ਕੇ ਲੈ ਜਾਂਦੇ ਸੀ ਤੇ ਨਕਲੀ ਫਿਰ ਆਈਡੀਆਂ ਬਣਾ ਕੇ ਤੇ ਆਪਣੇ ਮੁਨਾਫਾ ਖੱਟਦੇ ਸੀ। ਇਹਦੇ 'ਚ ਵੀ ਜਿਹੜੀ ਹੁਣ ਆਨਲਾਈਨ ਜਿਹੜੀ ਸੇਂਧ ਲੱਗਣ ਲੱਗ ਪਈ ਹੈ, ਸਨ ਲਾ ਰਹੇ ਨੇ ਲੋਕ, ਜਿਹੜੇ ਸਾਈਬਰ ਹਮਲੇ ਹੋ ਰਹੇ ਨੇ। ਇਹਨਾਂ ਨੂੰ ਅਸੀਂ ਇਹ ਵਿਸ਼ਵਾਸ ਬਹੁਤ ਕਰਦੇ ਹਾਂ ਅਸੀਂ, ਜਿਹੜੀਆਂ ਏਡੀਆਂ ਵੱਡੀਆਂ ਜਿਹੜੀਆਂ ਇਹ ਵੈਬਸਾਈਟਸ ਨੇ। ਹੁਣ ਕੈਨੇਡਾ ਰੈਵਨਿਊ ਏਜੰਸੀ ਇਹ ਮੰਨਿਆ ਪਰਮੰਨਿਆ ਅਦਾਰਾ ਹੈ। ਜੇ ਇਹ ਵੀ ਸੁਰੱਖਿਅਤ ਨਹੀਂ ਤਾਂ ਫਿਰ ਕੈਨੇਡੀਅਨ ਕਾਹਦੇ ਤੇ ਭਰੋਸਾ ਕਰਨਗੇ ਜੀ? ਬਿਲਕੁਲ ਜੀ। ਤੇ ਇੱਕ ਹੋਰ ਜਿਹੜੀ ਖਬਰ ਆ ਕਿ ਸਿਟੀਜ਼ਨਸ਼ਿਪ ਦੀ ਜਿਹੜੀ ਫੀਸ ਆ ਉਹ ਮਾਫ ਕਰਨ ਬਾਰੇ ਮੰਗ ਕੀਤੀ ਜਾਂਦੀ ਹੈ ਕਿ ਉਹ ਸਾਡੀ ਜਿਹੜੀ ਫੀਸ ਆ ਮਾਫ ਕੀਤੀ ਜਾਵੇ। ਵੀ ਇਹ ਇਸ ਵਕਤ ਇੰਨਾ ਔਖੀ ਘੜੀ ਦੇ ਵਿੱਚ ਚੱਲ ਰਿਹਾ ਹੈਗਾ, ਕਰੋਨਾ ਕਰਕੇ ਲੋਕਾਂ ਦੇ ਕੰਮਕਾਰ ਵੀ ਥੋੜੇ ਘਟੇ ਆ। ਤੇ ਕਿੰਨੀ ਕੁ ਫੀਸ ਹੁੰਦੀ ਹੈ ਇਹਦੀ, ਕਿਉਂ ਮੰਗ ਕੀਤੀ ਜਾ ਰਹੀ, ਕੌਣ ਲੋਕ ਮੰਗ ਕਰ ਰਹੇ ਨੇ? ਕੈਨੇਡਾ ਦਾ ਸਿਟੀਜ਼ਨ ਬਣਨਾ ਬਹੁਤ ਵਿਅਕਤੀਆਂ ਦਾ ਸੁਪਨਾ ਹੈ। ਪਹਿਲਾਂ ਜਿਵੇਂ ਕੈਨੇਡਾ ਦੇ ਵਿੱਚ ਪਹੁੰਚਣਾ ਇੱਕ ਬੜਾ ਵੱਡਾ ਸੁਪਨਾ ਹੈ। ਲੋਕ ਦਿਨ ਰਾਤ ਪੰਜਾਬ ਦੇ ਵਿੱਚ ਮੁੰਡੇ ਕੁੜੀਆਂ ਇਹ ਸੁਪਨਾ ਲੈਂਦੇ ਰਹਿੰਦੇ ਨੇ ਕਿ ਕਿਵੇਂ ਇੱਥੇ ਕਦੋਂ ਕੈਨੇਡਾ ਪਹੁੰਚੀਏ, ਕਿਹੜੀ ਸਿੱਧੀ ਬੱਸ ਚੱਲਦੀ ਹੈ ਜਾਂ ਜਹਾਜ਼ ਤੇ ਕਿਵੇਂ ਚੜੀਏ ਤੇ ਪਹੁੰਚੀਏ। ਗੁਰਪ੍ਰੀਤ ਘੁੱਗੀ ਨੇ ਇੱਕ ਇੰਤਹਾ ਕਰਤੀ ਸੀ, ਫਿਲਮ ਸੀਨ ਸੀ, ਕਹਿੰਦਾ ਯਾਰ ਕੋਈ ਨਹਿਰ ਨਹੀਂ ਜਾਂਦੀ ਅਮਰੀਕਾ ਕੈਨੇਡਾ ਨੂੰ ਵੀ ਸਾਡੀ ਯਾਰ ਉੱਥੇ ਪਹੁੰਚ ਜੀ ਕਿਤੇ ਨਾ ਕਿਤੇ। ਤੇ ਉਹ ਗੱਲ ਇਹ ਹੈ ਕਿ ਕਿਉਂਕਿ ਇਹ ਸੁਪਨਿਆਂ ਦਾ ਮੁਲਕ ਇਸ ਕਰਕੇ ਹੈ ਕਿ ਇਹਦੇ 'ਚ ਬੜੀਆਂ ਖੂਬੀਆਂ ਨੇ ਜੀ। ਬਿਲਕੁਲ ਸਾਡਾ ਸਿਸਟਮ, ਹੁਣ ਆਪਾਂ ਗੱਲ ਕਰਕੇ ਹਟੇ CRA ਦੀ, ਹੁਣ ਇਹਦੇ 'ਚ ਬੇਸ਼ੱਕ ਸਨ ਲੱਗੀ ਆ ਪਰ ਓਵਰਆਲ ਸਿਸਟਮ ਜਿਹੜਾ ਇੱਥੇ ਕਰਪਸ਼ਨ ਫ੍ਰੀ ਜਾਂ ਇੱਥੋਂ ਦੇ ਜਿਹੜੇ ਮਾਹੌਲ ਦਾ, ਵਾਤਾਵਰਨ ਦਾ, ਜਲਵਾਯੂ ਦਾ, ਹਵਾ ਪਾਣੀ ਸ਼ੁੱਧ ਨੇ ਤੇ ਆਮ ਵਿਅਕਤੀ ਆਪਦੇ ਸੁਪਨਿਆਂ ਨੂੰ ਪੂਰੇ ਕਰ ਸਕਦਾ ਇੱਥੇ ਆ ਕੇ। ਮਿਹਨਤ ਕਰਨ ਵਾਲੇ ਇਹਨੂੰ ਬੜੇ ਮੌਕੇ ਮਿਲਦੇ ਨੇ। ਇਸ ਕਰਕੇ ਕੈਨੇਡਾ ਜਿਹੜੇ ਲੋਕ ਆਉਂਦੇ ਨੇ, ਇਮੀਗ੍ਰੇਟ ਆਉਂਦੇ ਨੇ, ਕਈ ਤਾਂ ਘੁੰਮਣ ਫਿਰਨ ਲਈ ਆਉਂਦੇ ਨੇ, ਚਲੇ ਜਾਂਦੇ ਨੇ, ਕਈ ਘੁੰਮਣ ਫਿਰਨ ਨਹੀਂ ਆਉਂਦੇ ਨੇ ਤੇ ਦੇਖ ਕੇ ਰੀਝ ਜਾਂਦੇ ਨੇ ਤੇ ਫਿਰ ਉੱਥੇ ਵਰਕ ਪਰਮਿਟ ਲੈਂਦੇ ਨੇ। ਜਾਣ ਨੂੰ ਦਿਲ ਨਹੀਂ ਕਰਦਾ। ਕਈ ਮੇਰੇ ਵਰਗੇ ਸਾਲ ਛੁੱਟੀ ਲੈ ਕੇ ਬੈਠੇ ਰਹਿੰਦੇ ਨੇ ਵੀ ਉੱਥੇ ਘੁੰਮਣ ਵਾਲੀ ਚੇਅਰ ਸੀ, ਪੀਐਨ ਸੀ ਨਾਲ ਤੇ ਹੋਰ ਬੜਾ ਅਮਲਾ ਫੈਲਾ ਤੇ ਤੁਸੀਂ ਮੌਜਾਂ ਮਾਣਦੇ ਸੀਗੇ ਤੇ ਟ੍ਰਿਪ ਜਾਂਦੇ, ਯੂਨੀਵਰਸਿਟੀਆਂ ਯੂਥ ਫੈਸਟੀਵਲ ਹੁੰਦੇ ਤੇ ਫਿਰ ਉਹ ਅਸੀਂ ਸਾਲ 6 ਮਹੀਨੇ ਡਬਲ ਮਾਈਂਡਡ ਰਹਿੰਦੇ ਆ। ਪਰ ਫਿਰ ਜਦੋਂ ਜੇ ਆਪਾਂ ਤੱਕੜੀ 'ਚ ਪਾ ਕੇ ਵੀ ਜੋਖ ਕੇ ਦੇਖੀਏ ਨਾ, ਤੋਲ ਕੇ, ਤਾਂ ਵੀ ਇਹ ਮੈਨੂੰ ਕਈ ਵਾਰੀ ਕੈਨੇਡਾ ਦਾ ਪਲੜਾ ਭਾਰੀ ਲੱਗਦਾ ਵੀ ਬੜਾ ਕੁਛ ਆ। ਤੁਹਾਨੂੰ ਜੇ ਕੁਛ ਛੱਡਣਾ ਪੈਂਦਾ ਚੰਗੇ ਲਈ ਤਾਂ ਤੁਸੀਂ ਬੜਾ ਕੁਝ ਹਾਸਲ ਵੀ ਕਰ ਰਹੇ ਹੋ। ਸੋ ਉਹਦੇ ਲਈ ਇਹ ਹੈ ਕਿ ਪੱਕੇ ਵਸਨੀਕ ਜਿਹੜੇ ਵੋਟ ਦਾ ਹੱਕ ਉਹਨਾਂ ਨੂੰ ਹਾਸਲ ਨਹੀਂ ਹੁੰਦਾ, ਨਾ ਉਹ ਵੋਟਾਂ 'ਚ ਖੜੇ ਹੋ ਸਕਦੇ ਨੇ। ਤੇ ਕੈਨੇਡੀਅਨ ਪਾਸਪੋਰਟ ਬੜਾ ਸਟਰੋਂਗ ਹੈ। ਯੂਰਪੀਅਨ ਮੁਲਕਾਂ 'ਚ ਤੁਸੀਂ ਵੀਜ਼ਾ ਫ੍ਰੀ ਟਰੈਵਲ ਕਰ ਸਕਦੇ ਹੋ। ਪੱਕੇ ਵਸਨੀਕ ਤੋਂ ਬਾਅਦ ਜਿਹੜੇ ਤਕਰੀਬਨ 84% ਦੀ ਕੈਨੇਡਾ ਦੀ ਸਿਟੀਜ਼ਨਸ਼ਿਪ ਲੈ ਲੈਂਦੇ ਨੇ। ਬੜੀ ਵੱਡੀ ਦਰ ਹੈ। ਆਪਾਂ ਜੇ ਇੰਡੀਅਨਸ ਵੱਲ ਦੇਖੀਏ, ਪੰਜਾਬੀਆਂ ਵੱਲ, ਤਾਂ ਬਹੁਤ ਸਾਰੇ ਪਰਿਵਾਰ ਅਜਿਹੇ ਵੀ ਨੇ ਜਿਨ੍ਹਾਂ ਚੋਂ ਪਰਿਵਾਰ ਦੇ ਕੋਈ ਅੱਧੇ ਮੈਂਬਰਾਂ ਨੇ ਸਿਟੀਜ਼ਨਸ਼ਿਪ ਲਈ ਹੋਊਗੀ ਤੇ ਬਾਕੀ ਉਹੀ ਪਾਸਪੋਰਟ ਰੱਖੀ ਬੈਠੇ ਹੋਣਗੇ। ਉਹਨਾਂ ਨੂੰ ਇਹ ਹੁੰਦਾ ਕਿ ਸਾਨੂੰ ਜਾਣ ਵੇਲੇ ਵੀਜ਼ਾ ਨਹੀਂ ਲੈਣਾ ਪੈਣਾ, ਸੌਖੇ ਰਵਾਂਗੇ। ਕੱਲੀ ਟਿਕਟ
ਅਸੀਂ ਜਿਹੜੀ ਲਵਾਂਗੇ ਤੇ ਚੜ ਜਾਾਂਗੇ। ਜੀ ਬਿਲਕੁਲ। ਹੁਣ ਦੂਜਾ ਇਹ ਵੀ ਨਾਲ ਹੈ ਵੀ ਸਿਟੀਜ਼ਨਸ਼ਿਪ ਲੈਣ ਲਈ ਤਾਂ ਫੀਸ ਚਲੋ ਬਣਦੀ ਹੈ ਜੀ। ਹੁਣ ਇਹ ਵੀ ਹਾਰਪਰ ਸਰਕਾਰ ਨੇ ਵਧਾਈ ਹੈ, $100 ਹੁੰਦੀ ਸੀਗੀ ਕੈਨੇਡਾ ਦਾ ਸਿਟੀਜ਼ਨਸ਼ਿਪ ਦੀ ਜਿਹੜੀ ਐਪਲੀਕੇਸ਼ਨ ਦੀ ਫੀਸ ਸੀ ਸਿਰਫ $100 ਸੀ। ਉਹਨਾਂ ਨੇ ਕੰਜ਼ਰਵੇਟਿਵਸ ਨੇ ਇਹਨੂੰ 550 ਵਧਾਤਾ। ਠੀਕ ਹੈ ਜੀ। ਇਹਨਾਂ ਨੇ ਲਿਬਰਲਸ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸਾਨੂੰ ਸੱਤਾ 'ਚ ਲਿਆਓ, ਅਸੀਂ ਤੁਹਾਡੀ ਸਿਟੀਜ਼ਨਸ਼ਿਪ ਦੀ ਫੀਸ ਖਤਮ ਕਰ ਦਿਆਂਗੇ, ਮਾਫ ਕਰ ਦਿਆਂਗੇ, ਛੱਡ ਦਿਆਂਗੇ। ਹੁਣ ਉਹ ਵਾਅਦਾ ਅਜੇ ਤੱਕ ਵਫਾ ਨਹੀਂ ਹੋ ਸਕਿਆ। ਉੱਤੋਂ ਮਾੜਾ ਸਮਾਂ ਆ ਗਿਆ। ਹੁਣ ਮਾੜਾ ਸਮਾਂ ਸਰਕਾਰਾਂ ਲਈ ਵੀ ਹੈ ਤੇ ਪਰਿਵਾਰਾਂ ਲਈ ਵੀ ਹੈ। ਸਰਕਾਰਾਂ ਲਈ ਇਹ ਹੈ ਕਿ ਨੌਕਰੀਆਂ ਘਟ ਗਈਆਂ, ਆਰਥਿਕ ਢਾਂਚਾ ਡਾਵਾਂਡੋਲ ਹੋ ਗਿਆ, ਬਿਲੀਅਨਸ ਡਾਲਰ ਲੋਕਾਂ ਨੂੰ ਘਰੇ ਬੈਠਿਆਂ ਨੂੰ ਵੰਡਣੇ ਪੈ ਰਹੇ ਨੇ, ਦੇਣੇ ਪੈ ਰਹੇ ਨੇ ਬੇਰੁਜ਼ਗਾਰਾਂ ਨੂੰ। ਸਰਕਾਰ ਇਹਦੇ ਤੋਂ ਜਿਹੜੀ ਇਹ $550 ਫੀਸ ਸੀਗੀ, ਇਹਦੇ ਤੋਂ ਸਰਕਾਰ ਜਿਹੜੀ ਹੈ 1 ਸਾਲ 'ਚ $100 ਮਿਲੀਅਨ ਕਮਾਉਂਦੀ ਸੀ। ਹੁਣ ਜੇ 4 ਸਾਲਾਂ ਦਾ ਇਹਨਾਂ ਨੂੰ ਵਾਅਦਾ ਵਫਾ ਕਰਨਾ ਪਵੇ ਤਾਂ $400 ਮਿਲੀਅਨ ਦਾ ਚੂਨਾ ਲੱਗੇਗਾ। ਰਹੀ ਗੱਲ ਹੁਣ ਆਪਾਂ ਜੇ ਨਾਲ ਦੀ ਨਾਲ ਕਰ ਲਈਏ ਅਮਰੀਕਾ ਦੀ, ਅਮਰੀਕਾ 'ਚ ਟਰੰਪ ਸਾਹਿਬ ਬੈਠੇ ਨੇ, ਡੋਨਲਡ ਟਰੰਪ ਹੋਰੀ ਫੀਸ ਵਧਾ ਰਹੇ ਨੇ। ਉੱਥੇ ਦੇਖੋ ਜਿਹੜੀ ਫੀਸ ਸੀਗੀ ਡੋਨਲਡ ਟਰੰਪ ਦੇ ਆਉਣ ਤੋਂ ਬਾਅਦ ਵਧਣ ਜਾ ਰਹੀ ਹੈ। 2 ਅਕਤੂਬਰ ਨੂੰ ਗਾਂਧੀ ਜਯੰਤੀ ਦੇ ਮੌਕੇ ਤੇ ਉਹ ਤੋਹਫਾ ਦੇਣ ਜਾ ਰਹੇ ਨੇ ਅਮਰੀਕੀਆਂ ਨੂੰ, ਕਿਉਂਕਿ ਭਾਰਤ ਵਾਲਿਆਂ ਨਾਲ ਬਹੁਤ ਬਣਦੀ ਹੈ ਤੇ ਉਹਨਾਂ ਨੂੰ 2 ਅਕਤੂਬਰ ਦਾ ਦਿਨ ਚੁਣਿਆ ਗਿਆ। ਪਹਿਲਾਂ ਸੀ $640 ਅਮਰੀਕਾ ਸਿਟੀਜ਼ਨਸ਼ਿਪ ਦੀ ਫੀਸ, ਤੇ ਟਰੰਪ ਸਾਹਿਬ ਨੇ ਵਧਾ ਕੇ $1170 2 ਅਕਤੂਬਰ ਨੂੰ ਇਹ ਨਵੀਂ ਫੀਸ ਲਾਗੂ ਹੋ ਜਾਣੀ ਹੈ। ਤੇ ਉਹ ਕਹਿੰਦੇ ਨਾ ਜਿਹੜੇ ਰਿਫਿਊਜੀ ਆਉਂਦੇ ਨੇ, ਕਹਿੰਦੇ ਰਹੇ ਮੈਕਸੀਕੋ ਦੀ ਬਾਰਡਰ ਦੇ ਉੱਪਰ ਕੰਧ ਕੱਢ ਦੇਣੀ ਹੈ ਮੈਂ, ਤੇ ਉਹ ਕੰਮ ਉਹ ਚੱਲ ਰਿਹਾ। ਉਹ ਵੀ ਕਹਿੰਦੇ ਵੀ ਇਹ ਨਹੀਂ ਤੁਸੀਂ ਆ ਕੇ ਤੇ ਇੱਥੇ ਅਪਲਾਈ ਕਰ ਦਿਓ, ਡਿਟੈਂਸ਼ਨ ਸੈਂਟਰਾਂ 'ਚ ਕਈ ਹੁੰਦਾ ਸੁੱਟੀ ਜਾਂਦੇ ਨੇ, ਕਹਿੰਦੇ $50 ਤੁਹਾਡੇ ਤੋਂ ਵੀ ਲੈਣੇ ਅਸੀਂ। ਉਹਨਾਂ ਤੇ ਵੀ ਰਿਫਿਊਜੀਆਂ ਤੇ ਵੀ ਉਹਨਾਂ ਨੇ $50 ਜਿਹੜੇ ਆ ਉਹ ਲਾ ਰਿਹਾ। ਤੇ ਹੁਣ ਇਸ ਕਰਕੇ ਕੈਨੇਡੀਅਨ ਸਰਕਾਰ ਦੀ ਵੀ ਆਲੋਚਨਾ ਹੋ ਰਹੀ ਹੈ ਕਿ ਇੱਕ ਪਾਸੇ ਟਰੰਪ ਤਾਂ ਫੀਸ ਵਧਾ ਰਿਹਾ, ਗੁਆਂਢੀ ਮੁਲਕ ਅਮਰੀਕਾ 'ਚ $1170 ਕਰਤੇ। ਪਹਿਲਾਂ ਮੈਨੂੰ ਸੁਣ ਕੇ ਤੁਸੀਂ 1100 ਕਿਹਾ, ਮੈਂ ਕਿ ਕਿਤੇ 1151 ਨਾ ਕਰ ਦੇਵੇ, ਗਾਂਧੀ ਜਯੰਤੀ ਦੇ ਸ਼ਗਨ ਆ ਲਓ ਜੀ। ਤੇ ਇਹ ਹੁਣ ਆਪਣੇ ਜਿਹੜੇ ਪਰਿਵਾਰਾਂ ਦੇ ਉੱਪਰ ਇਸ ਕਰਕੇ ਮੁਸ਼ਕਲ ਹੈ ਵੀ ਜੇ 4 ਜਣੇ ਦਾ ਪਰਿਵਾਰ ਹੈ ਤਾਂ 1500 2000 ਦੇਣਾ ਇੱਕ ਇਸ ਸਮੇਂ ਔਖਾ ਹੈ। ਉਹ ਲੋਕ ਕਹਿ ਰਹੇ ਨੇ ਕਿ ਅਸੀਂ ਅੰਗਰੇਜ਼ੀ ਭਾਸ਼ਾ 'ਚ ਮਹਾਰਤ ਹਾਸਲ ਕਰ ਲਵਾਂਗੇ, ਘੰਟੇ ਸਾਡੇ ਇੱਥੇ ਦਿਨ ਪੂਰੇ ਹੋ ਗਏ ਨੇ, ਅਸੀਂ ਕੰਮ ਕਰ ਲਿਆ, ਟੈਕਸ ਫਾਈਲ ਕਰਦੇ ਰਹੇ ਹਾਂ ਤੇ ਅਸੀਂ ਸਿਟੀਜ਼ਨਸ਼ਿਪ ਲੈਣ ਲਈ ਤਿਆਰ ਹਾਂ। ਔਰ ਸਿਟੀਜ਼ਨਸ਼ਿਪ ਦਾ ਫਾਇਦਾ ਹਮੇਸ਼ਾ ਸਿਆਸੀ ਪਾਰਟੀਆਂ ਨੂੰ ਹੁੰਦਾ ਹੈ। ਜਿੰਨੇ ਵੱਧ ਲੋਕਾਂ ਦੀਆਂ ਵੋਟਾਂ, ਹੁਣ ਲਿਬਰਲਸ ਨੇ ਇਹ ਕੰਮ ਕੀਤਾ ਥੋਕ ਦੇ ਵਿੱਚ, ਇਹਨਾਂ ਨੇ ਬਾਹਰੋਂ ਲਿਆ ਕੇ ਜਿਹੜੇ ਰਿਫਿਊਜੀ ਪੱਕੇ ਕੀਤੇ। ਹੁਣ ਹੌਲੀ ਹੌਲੀ ਉਹ 4-5 ਸਾਲਾਂ ਬਾਅਦ ਉਹਨਾਂ ਦੇ ਜਦੋਂ ਦਿਨ ਪੂਰੇ ਹੋ ਗਏ ਹੋਣਗੇ ਤੇ ਉਹਨਾਂ ਨੂੰ ਨਾਗਰਿਕਤਾ ਦੇ ਦੇਣੀ ਹੈ। ਵੋਟਾਂ ਪੱਕੀਆਂ ਹੋ ਰਹੀਆਂ ਨੇ ਜੀ। ਤੇ ਜੇ ਇਹ ਇਹਨਾਂ ਨੇ ਵਾਅਦਾ ਕੀਤਾ ਸੀ ਔਖੇ ਹੋ ਕੇ ਵੀ ਹੁਣ ਝੱਲ ਲੈਣ, ਜਿੱਥੇ ਇੰਨਾ ਵੱਡਾ ਘਾਟਾ ਪੈ ਰਿਹਾ, 100 ਮਿਲੀਅਨ ਸਾਲ ਦਾ ਘਾਟਾ ਹੋਰ ਸਹੀ, ਤੇ ਇਹਨਾਂ ਦੀਆਂ ਸੈਂਕੜੇ ਨਹੀਂ ਹਜ਼ਾਰਾਂ ਵੋਟਾਂ ਹੋਰ ਪੱਕੀਆਂ ਹੋ ਜਾਣਗੀਆਂ। ਪਰ ਇਹਦੇ ਨਾਲ ਆਪਾਂ ਇੱਕ ਇਹ ਵੀ ਦੱਸ ਦਈਏ ਜੀ, ਇੱਕ ਗੱਲ ਜਿਹੜੀ ਕੈਨੇਡੀਅਨਸ ਦੇ ਵਿੱਚ ਇਹ ਵੀ ਅਹਿਸਾਸ ਪੈਦਾ ਹੋ ਰਿਹਾ ਹੈ, ਮੁਫਤ ਦੇ ਵਿੱਚ ਮਿਲੀ ਚੀਜ਼ ਦੀ ਕਦਰ ਨਹੀਂ ਹੁੰਦੀ। ਬਿਲਕੁਲ ਜੀ। ਕਹਿੰਦੇ ਵੀ ਘਟਾ ਦਿਓ, ਥੋੜੀ ਕਰ ਦਿਓ, ਜੇ $650 ਜ਼ਿਆਦਾ ਲੱਗਦੀ ਹੈ ਤੁਸੀਂ 100-150 ਕਰ ਦਿਓ, ਪਰ ਇਹ ਬਿਲਕੁਲ ਘੱਟੋ ਘੱਟ ਤੁਹਾਡੇ ਪ੍ਰਸ਼ਾਸਕੀ ਖਰਚੇ ਡਿਪਾਰਟਮੈਂਟਸ ਦੇ ਉਹ ਤਾਂ ਪੂਰੇ ਹੋਣ, ਕਿਉਂਕਿ ਇਹ ਬੜਾ ਤਰੱਦਦ ਕਰਨਾ ਪੈਂਦਾ ਜੀ। ਆ ਕਿਤਾਬ ਮੁਫਤ ਦੇ ਵਿੱਚ ਭੇਜਦੇ ਨੇ ਜਿਹੜਾ ਫੀਸ ਭਰਦਾ, ਡਿਸਕਵਰ ਕੈਨੇਡਾ, ਇਹਨੂੰ ਪੜ੍ਹ ਕੇ ਪਤਾ ਲੱਗਦਾ ਕਿ ਕੈਨੇਡਾ ਦਾ ਇਤਿਹਾਸ ਕੀ ਹੈ, ਸਰਕਾਰ ਕੈਨੇਡਾ ਦੀ ਕਿਵੇਂ ਕੰਮ ਕਰਦੀ ਹੈ, ਕੈਨੇਡਾ 'ਚ ਪਹਿਲਾਂ ਕਿਹੜੇ ਲੋਕ ਆਏ ਨੇ, ਤੇ ਇਹਦੇ 'ਚ ਸਾਰਾ ਸਿਸਟਮ, ਅਦਾਲਤਾਂ ਕਿਵੇਂ ਕੰਮ ਕਰਦੀਆਂ ਨੇ, ਪਾਰਲੀਮੈਂਟ ਦੇ ਵਿੱਚ ਕੀ ਕੁਝ ਹੁੰਦਾ ਹੈ, ਬਿੱਲ ਕਾਨੂੰਨ ਕਿਵੇਂ ਬਣਦਾ ਹੈ। ਇਹ ਪੜ੍ਹ ਕੇ ਸਾਰਾ ਇਤਿਹਾਸ ਭੂਗੋਲ ਜਾਣ ਕੇ ਫਿਰ ਸਾਨੂੰ ਟੈਸਟ ਪਾਸ ਕਰਨਾ ਪੈਂਦਾ ਤੇ ਅਸੀਂ ਟੈਸਟ ਪਾਸ ਕਰਦੇ ਹਾਂ। ਇਹ ਗੱਲ ਤੁਹਾਡੀ ਮੈਂ ਵਿੱਚੋਂ ਕੱਟਦੀ ਹਾਂ ਬਰਾੜ ਸਾਹਿਬ, ਇਹ ਜਿਹੜੇ ਨਾ ਟੈਸਟ ਪਾਸ ਹੁੰਦੇ ਆ ਸਿਟੀਜ਼ਨ ਦੇ, ਇਹਨਾਂ ਦੇ ਵੀ ਘੋਟੇ ਲਾ ਕੇ ਪਾਸ ਹੁੰਦੇ ਆ। ਅੱਛਾ ਜੀ। ਇਹ ਪੜ੍ਹ ਕੇ ਤੇ ਕੋਈ ਘੱਟੇ ਕਰਦਾ ਹੋਊਗਾ। ਮੈਨੂੰ ਵੀਕਐਂਡ ਦੀ ਗੱਲ ਯਾਦ ਆ, ਮੈਨੂੰ ਸੈਚਰਡੇ ਕਿਸੇ ਦਾ ਫੋਨ ਆਇਆ, ਨੋ ਨਹੀਂ ਸੀ, ਤੇ ਉਹ ਮੈਨੂੰ ਕਹਿੰਦੇ ਵੀ 2-4 ਕੈਨੇਡਾ ਬਾਰੇ ਸਵਾਲ ਕਰਨੇ ਆ ਤੇ ਮੇਰਾ ਟੈਸਟ ਆਉਣ ਵਾਲਾ ਆ। ਮੈਂ ਕਿਹਾ ਜੀ, ਕਹਿੰਦੇ ਮੈਂ ਸੁਣਿਆ ਕੋਈ ਇੱਥੇ ਆਪਣਾ ਪੰਜਾਬੀ ਹੈ ਜਿਹੜਾ ਵੀ ਟੈਸਟ ਦੇ ਰੱਟੇ ਲਵਾ ਦਿੰਦੇ ਹੈਗੇ ਆ, ਉਹ $150 'ਚ ਤੁਹਾਨੂੰ ਤਿਆਰੀ ਕਰਵਾਉਂਦੇ ਆ, ਜਿਹੜੇ ਸਵਾਲ ਉਹਨਾਂ ਨੂੰ ਪਤਾ ਹੁੰਦਾ ਉੱਥੇ ਆਉਣੇ ਆ ਨਾ, ਉਹਨਾਂ ਦਾ ਘੋਟਾ ਲਵਾਉਂਦੇ ਆ, ਉਹਦੇ ਵਿੱਚੋਂ ਹੀ ਆਉਣੇ ਹੁੰਦੇ ਆ। ਤੇ ਹੁਣ ਉਹ ਪੰਜਾਬੀ ਟਰਾਂਸਲੇਟਰ ਵੀ ਦੇਣ ਲੱਗ ਪਏ। ਫਿਰ ਹੁਣ ਉਹ ਬੋਲ ਰਹੇ ਹੈਗੇ, ਸਵਾਲ ਕਰ ਰਹੇ ਆ ਤਾਂ ਟਰਾਂਸਲੇਟਰ ਦੱਸੂ, ਤਾਂ ਕਹਿੰਦੇ ਉਹ ਗੱਲਾਂ ਦੇ ਵਿੱਚ ਹੀ ਜਵਾਬ ਵੀ ਦੱਸ ਦਿੰਦੇ ਆ ਨਾਲ ਹੀ ਜਦੋਂ ਟਰਾਂਸਲੇਟ ਕਰਦੇ। ਮੈਂ ਕਿਹਾ ਜਾਣੀ ਅਸੀਂ ਪੰਜਾਬੀ ਹੁੰਦੇ ਆ, ਜੁਗਾੜ ਲਾ ਲਈਦਾ ਕਿਸੇ ਨਾ ਕਿਸੇ ਪਾਸੇ, ਹੈ ਨਾ। ਜਿਹੜੇ ਕੈਨੇਡਾ ਦੇ ਜਿਹੜੇ ਅਧਿਕਾਰੀ ਨੇ ਸਿਟੀਜ਼ਨਸ਼ਿਪ ਮਹਿਕਮੇ ਦੇ, ਉਹਨਾਂ ਦੀ ਹਮੇਸ਼ਾ ਕੋਸ਼ਿਸ਼ ਇਹੀ ਹੁੰਦੀ ਹੈ
ਕਿ ਵੱਧ ਤੋਂ ਵੱਧ ਲੋਕਾਂ ਨੂੰ ਸਿਟੀਜ਼ਨਸ਼ਿਪ ਦਿੱਤੀ ਜਾਏ। ਪਤਾ ਲੱਗੇ ਇਹਨਾਂ ਨੂੰ ਮੁਲਕ 'ਚ ਹੋ ਕੀ ਰਿਹਾ। ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਫੇਲ ਕਰੀਏ ਤੇ ਇਹਨਾਂ ਨੂੰ ਸਿਟੀਜ਼ਨਸ਼ਿਪ ਦੇਣ ਤੋਂ ਰੋਕੀਏ, ਇਹਨਾਂ ਦੇ ਰਸਤੇ 'ਚ ਅੜਿੱਕਾ ਬਣੀਏ। ਉਹ ਅੰਗਰੇਜ਼ੀ ਵੀ ਜਿਹੜਾ ਕੋਈ ਗੁਜ਼ਾਰੇ ਜੋਗੀ ਬੋਲਦਾ ਉਹਨੂੰ ਉਹ ਇੰਟਰਵਿਊ ਵੇਲੇ ਸਮਝ ਲੈਂਦੇ ਨੇ, ਗੱਲਬਾਤ ਕਰਨ ਵੇਲੇ, ਕਿ ਠੀਕ ਹੈ ਚੱਲ ਜੂਗਾ ਕੰਮ, ਇਹਦਾ ਆਪੇ ਸਿੱਖ ਲੂਗਾ। ਤੇ ਇਹ ਤਾਂ ਬੁੱਕ ਇੰਨੀ ਇੰਟਰਸਟਿੰਗ ਹੈ ਜੀ, ਕਮਾਲ ਹੈ। ਇਹਦੇ 'ਚ ਤੁਸੀਂ ਸਾਰੇ ਕੈਨੇਡਾ ਬਾਰੇ ਜਾਣਦੇ ਹੋ, ਜਿਹੜੇ ਵੀ ਕੈਨੇਡਾ ਆਇਆ ਉਹਨੂੰ ਤਾਂ ਪੜ੍ਹਨੀ ਚਾਹੀਦੀ, ਮੁਫਤ ਦੇ ਵਿੱਚ ਉਹ ਭੇਜਦੇ ਨੇ। ਤੇ ਰੱਟੇ ਲਾਉਣ ਨਾਲ ਤੁਸੀਂ ਜੇ ਇਹਨੂੰ ਵੈਸੇ ਪੜ੍ਹੋਗੇ, ਸਮਝੋਗੇ, ਤਾਂ ਤੁਹਾਡੇ ਕਪਾੜ ਖੁੱਲਣਗੇ, ਪਤਾ ਲੱਗੇਗਾ ਕਿ ਗੋਰਿਆਂ ਦਾ ਮੁਲਕ ਨਹੀਂ ਹੈ। ਸਾਨੂੰ ਬੜਾ ਵੱਡਾ ਵਹਿਮ ਹੈ, ਕਈ ਕਹਿ ਦੇਣਗੇ ਗੋਰਿਆਂ ਦੇ ਮੁਲਕ ਦੁਬਾਰਾ ਵਾਪਸ ਆ ਗਏ। ਇੱਥੋਂ ਦੇ ਮੂਲ ਵਾਸੀ ਤਾਂ ਜਿਹੜੇ ਐਬਰੀਜਨਲ ਲੋਕ ਸੀਗੇ, ਉਮੇਟੀ ਸੀ ਅਤੇ BC ਦੇ ਫਸਟ ਨੇਸ਼ਨ ਸੀਗੇ। ਟਸਲ ਚੱਲਦੀ ਰਹੀ ਹੈ ਫ੍ਰੈਂਚ ਦੇ ਵਿੱਚ ਤੇ ਬ੍ਰਿਟਿਸ਼ ਦੇ ਵਿੱਚ। ਉਹ ਵਪਾਰ ਕਰਨ ਆਏ ਸੀ, ਜਿਵੇਂ ਇੰਡੀਆ ਗਏ, ਈਸਟ ਇੰਡੀਆ ਕੰਪਨੀ ਇੰਡੀਆ ਗਈ ਤੇ ਕਹਿੰਦੇ ਵੀ ਅੱਗ ਲੈਣ ਆਈ, ਘਰ-ਬਾਰ ਬਣ ਬੈਠੀ, ਤੇ ਉਹਨਾਂ ਨੂੰ ਕਿੰਨੇ ਵਰਿਆਂ ਬਾਅਦ ਉੱਥੋਂ ਕੱਢਿਆ। ਉਹ ਵੀ ਦੂਜੇ ਵਿਸ਼ਵ ਯੁੱਧ 'ਚ ਉਹ ਮਾਰਾਂ ਖਾਂਦੇ ਰਹੇ, ਹਾਰ ਚੁੱਕੇ ਸੀਗੇ, ਇੰਨਾ ਬੁਰੀ ਹਾਲਤ ਹੋ ਗਈ ਸੀ ਤੇ ਉਹਨਾਂ ਨੂੰ ਮਜਬੂਰੀ ਵਸ ਜਿਹੜਾ ਉਹ ਭਾਰਤ ਛੱਡ ਕੇ ਆਉਣਾ ਪਿਆ। ਉਹਨਾਂ ਨੇ ਹੋਰ ਮੁਲਕਾਂ ਤੋਂ ਵੀ ਜਿੱਥੇ ਉਹਨਾਂ ਦੀ ਬਸਤੀਆਂ ਸੀ ਉਹ ਵਾਪਸ ਆ ਗਏ ਸੀ ਤੇ ਉਹ ਭਾਰਤ ਦੇ ਵਿੱਚ ਜਾਂਦੇ ਜਾਂਦੇ ਸੇਧ ਦਾ ਤਕਲਾ ਗੱਡ ਗਏ। ਆਪਾਂ ਉਹਨੂੰ ਦੇਖਦੇ ਹਾਂ ਕਿ ਆਜ਼ਾਦੀ ਦਿਵਸ ਦੇ ਝੰਡੇ ਝੁਲਾਏ ਗਏ ਤੇ ਇੱਥੇ ਵੀ ਬੜੇ ਵੱਡੇ ਸਮਾਗਮ ਹੋਏ, ਪਰ ਉਹ ਆਜ਼ਾਦੀ ਬਹੁਤ ਵੱਡੇ ਤੇ ਮਹਿੰਗੇ ਮੁੱਲ ਮਿਲੀ ਜੀ। ਸਾਡੇ ਜਿਹੜੇ ਬਜ਼ੁਰਗ ਦੱਸਦੇ ਨੇ, ਆਪਾਂ ਜਾਣਦੇ ਰਹੇ ਹਾਂ ਕਿੰਨੀ ਵੱਡੀ ਪੱਧਰ ਤੇ ਕਤਲੇਆਮ ਹੋਇਆ। 10 ਲੱਖ ਜ਼ਿੰਦਗੀਆਂ ਦਾ ਘਾਣ ਹੋਇਆ ਤੇ ਕਰੋੜਾਂ ਲੋਕ ਘਰੋਂ ਬੇਘਰ ਹੋਏ। ਔਰਤਾਂ ਦੀ ਬੇਪਤੀ ਹੋਈ, ਇੱਜ਼ਤਾਂ ਲੁੱਟੀਆਂ ਗਈਆਂ, ਛੋਟੇ ਬੱਚਿਆਂ ਨੂੰ ਜਿਉਂਦਿਆਂ ਨੂੰ ਖੂਹ 'ਚ ਸੁੱਟਿਆ ਗਿਆ, ਧੱਕੇ ਮਾਰ-ਮਾਰ ਕੇ ਔਰਤਾਂ ਨੂੰ ਘਰੋਂ ਕੱਢਿਆ ਗਿਆ ਤੇ ਜਿਹਦਾ ਜੀ ਕਰਦਾ ਸੀਗਾ ਬਾਂਹ ਫੜ ਕੇ ਘੜੀਸ ਕੇ ਲੈ ਜਾਂਦਾ ਸੀਗਾ। ਇੰਨੀ ਦੁਨੀਆ ਦੇ ਵਿੱਚ ਪਹਿਲੀ ਵਾਰ ਇਤਿਹਾਸ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਇੰਨੀ ਵੱਡੀ ਤਾਦਾਦ ਦੇ ਵਿੱਚ ਹਿਜਰਤ ਤੇ ਕਤਲੋ-ਗਾਰਤ ਹੋਈ, ਇਹ ਹੋਰ ਕਿਧਰੇ ਹੀ ਦਿਖਾਈ ਨਹੀਂ ਦਿੰਦਾ। ਤੇ ਅਸੀਂ ਇਹਨਾਂ ਦਿਨਾਂ ਦੇ ਕਈ ਵਾਰੀ ਜਸ਼ਨ ਮਨਾਉਣ ਲੱਗ ਪੈਂਦੇ ਹਾਂ। ਬਜ਼ੁਰਗ ਇਹਨੂੰ ਰੌਲੇ ਦੇ ਦਿਨਾਂ ਦੀ ਗੱਲ ਕਹਿੰਦੇ ਨੇ, ਉਜਾੜਾ ਕਹਿੰਦੇ ਨੇ। ਇਹ ਸੱਚਮੁੱਚ ਉਜਾੜਾ ਸੀ ਤੇ ਕੁਛ ਜਿਹੜੇ ਅਜੇ ਵੀ ਲੋਕ ਜਿਉਂਦੇ ਨੇ। ਕੋਈ ਕਹਿੰਦਾ ਕਿ ਮੇਰੀ ਉਮਰ 8 ਸਾਲ ਸੀ ਉਸ ਵੇਲੇ, ਜਿਹੜੇ 80 ਨੂੰ ਟੁੱਕੇ ਨੇ, ਹਨਾ। ਹੁਣ 74ਵਾਂ ਮਨਾਇਆ, ਸਾਰਾ ਕੁਝ ਉਹੀ, ਜਿਵੇਂ ਲਾਲ ਕਿਲੇ ਦੇ ਗੋਲੇ ਕਬੂਤਰਾਂ ਨੂੰ ਵੀ ਇਹ ਸਾਰਾ ਕੁਝ ਯਾਦ ਹੋ ਗਿਆ। ਤੇ ਸਾਨੂੰ ਇਹ ਜਿਹੜਾ ਸੰਤਾਪ ਹੈ, ਜਿਹੜਾ ਵੰਡ ਦਾ ਬਟਵਾਰੇ ਦਾ ਦਰਦ ਹੈ, ਜਿਨ੍ਹਾਂ ਲੋਕਾਂ ਨੇ ਹੰਢਾਇਆ, ਉਹਨਾਂ ਨੂੰ ਪੁੱਛ ਕੇ ਪਤਾ ਲੱਗਦਾ ਵੀ ਕਿੱਡੀ ਵੱਡੀ ਪੀੜ ਉਹਨਾਂ ਨੂੰ ਜਰਨੀ ਪਈ। ਬਿਲਕੁਲ ਜੀ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਆਪਣੇ ਕੈਨੇਡਾ ਦੀ, ਤੇ ਅਸੀਂ ਹੁਣ ਗਵਾਂਢ ਮੁਲਕ ਦੀ ਗੱਲ ਕਰਦੇ ਹਾਂ। ਕਮਲਾ ਹੈਰਿਸ ਦੀਆਂ ਬੜੀਆਂ ਗੱਲਾਂ ਬਾਤਾਂ ਹੋ ਰਹੀਆਂ, ਭਾਰਤੀ ਮੂਲ ਦੀ ਹੈ ਜਿਹੜੀ, ਉਹਨੂੰ ਲੈ ਕੇ ਡੋਨੇਸ਼ਨਾਂ ਬੜੀਆਂ ਇਕੱਠੀਆਂ ਹੋ ਗਈਆਂ ਤੇ ਭਾਰਤੀ ਬੜੇ ਖੁਸ਼ ਆ ਕਿ ਹੁਣ ਅਮਰੀਕਾ ਅੱਗੇ ਮੁਲਕ ਵਿੱਚ ਵੀ ਸਾਡੀ ਝੰਡੀ ਹੋਊਗੀ ਜੀ। ਬਿਲਕੁਲ, ਉਹਦੇ ਬਾਰੇ ਥੋੜਾ ਜਿਹਾ ਦੱਸੋ। ਦੇਖੋ ਜੀ, ਫਿਰ ਇੱਥੇ ਸਿਆਸਤ ਕਿਵੇਂ ਘੁੰਮਦੀ ਹੈ। ਕਮਲਾ ਹੈਰਿਸ, ਉਹਦੀ ਮਾਂ ਭਾਰਤੀ ਮੂਲ ਦੀ ਸੀ, ਭਾਰਤ ਤੋਂ ਆਈ ਸੀ। ਉਹਦੀ ਮਾਂ ਦਾ ਜਨਮ ਭਾਰਤ 'ਚ ਹੋਇਆ ਸੀ, ਕੇਰਲਾ ਦੇ ਵਿੱਚ ਉਧਰ, ਤੇ ਪਿਤਾ ਉਹ ਜਮਾਈਕਨ ਮੂਲ ਦਾ ਸੀ। ਠੀਕ ਹੈ ਜੀ। ਉਹ ਲੜਕੀ ਜਿਹੜੀ ਹੈ, ਉਹ ਹੁਣ ਤੱਕ, ਕੁਝ ਦਿਨ ਪਹਿਲਾਂ ਤੱਕ, ਉਹ ਜਿਹੜੇ ਡੈਮੋਕ੍ਰੈਟ ਪ੍ਰੈਜ਼ੀਡੈਂਟ ਦੇ ਉਮੀਦਵਾਰ ਨੇ ਜੋ ਬਾਈਡਨ, ਉਹਨਾਂ ਨੂੰ ਭੰਡਦੀ ਰਹੀ, ਉਹਨਾਂ ਤੇ ਤਿੱਖੇ ਹਮਲੇ ਕਰਦੀ ਰਹੀ। ਕਿਉਂਕਿ ਅਮਰੀਕਾ ਦੇ ਵਿੱਚ ਜਿਹੜੀ ਪ੍ਰੈਜ਼ੀਡੈਂਟ ਦੀ ਚੋਣ ਹੁੰਦੀ ਹੈ, ਜਿਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਨੇ ਇਹ ਚੋਣ ਲੜਨੀ ਹੁੰਦੀ ਹੈ, ਉਹ ਵੀ ਸਿੱਧੇ ਨੋਮੀਨੇਟ ਨਹੀਂ ਹੁੰਦੇ ਕਿ ਇੱਕ ਫਲਾਣੇ ਤੇ ਉਂਗਲ ਧਰਤੀ ਕਿ ਇਹੀ ਬਣੂਗਾ ਜੀ। ਉਹ ਪਹਿਲਾਂ ਇਲੈਕਸ਼ਨ ਹੁੰਦੇ ਨੇ। ਡੈਮੋਕ੍ਰੇਸੀ, ਅਸਲ ਡੈਮੋਕ੍ਰੇਸੀ ਇਹੀ ਹੈ ਕਿ ਲੋਕ ਚੁਣਨ, ਦੱਸਣ ਕਿ ਅਸੀਂ ਇਹਨੂੰ ਆਪਣੀ ਪਾਰਟੀ ਦਾ ਉਮੀਦਵਾਰ ਬਣਾਉਣਾ ਹੈ, ਇਹ ਵਿਰੋਧੀ ਪਾਰਟੀ ਦੇ ਉਮੀਦਵਾਰ ਦੇ ਨਾਲ ਭਿੜ ਸਕਦਾ ਹੈ। ਸੋ ਉਹ ਜੋ ਬਾਈਡਨ ਦੇ ਹੱਕ 'ਚ ਬੜਾ ਪ੍ਰਚਾਰ ਹੋ ਰਿਹਾ ਸੀ। ਤੇ ਇਹ ਲੜਕੀ ਕਮਲਾ ਹੈਰਿਸ ਵੀ ਜਿਹੜੀ, ਇਹ ਵੀ ਬੜੀ ਧੜੱਲੇਦਾਰ ਔਰਤ ਹੈ। ਇਹ ਕੋਈ ਇਹ ਨਹੀਂ ਹੈ ਬੇਬਾਕ ਲੇਡੀ ਹੈ, ਪਰਵਾਹ ਨਹੀਂ ਕਰਦੀ, ਮਨੁੱਖੀ ਅਧਿਕਾਰਾਂ ਦੀ ਲੜਨ ਜਾਣਦੀ ਹੈ। ਦੁਨੀਆ ਦੇ ਵਿੱਚ ਬਹੁਤ ਘੱਟ ਆਵਾਜ਼ਾਂ ਉੱਠੀਆਂ ਜਦੋਂ ਕਸ਼ਮੀਰ ਦੇ ਉੱਪਰ ਉਹ ਧਾਰਾ 370 ਮਨਸੂਖ ਕੀਤੀ ਗਈ। ਕਸ਼ਮੀਰੀਆਂ ਦੇ ਹੱਕ 'ਚ ਹਾਂ ਦਾ ਨਾਰਾ ਮਾਰਿਆ ਇਸ ਬੀਬੀ ਨੇ, ਅਮਰੀਕਾ 'ਚ ਬੈਠੀ ਨੇ। ਕਹਿੰਦੀ, ਕਸ਼ਮੀਰੀਓ, ਤੁਸੀਂ ਇਹ ਨਾ ਮਹਿਸੂਸ ਕਰਿਓ ਕਿ ਤੁਸੀਂ ਇਕੱਲੇ ਹੋ, ਦੁਨੀਆ 'ਚ ਤੁਹਾਡੇ ਨਾਲ ਕੋਈ ਨਹੀਂ ਹੈ, ਅਸੀਂ ਤੁਹਾਡੇ ਨਾਲ ਖੜੇ ਹਾਂ। ਇਹ ਸਟੈਂਡ ਲੈਣਾ ਬੜਾ ਮੁਸ਼ਕਲ ਸੀ ਤੇ ਬੜਾ ਔਖਾ ਸੀ। ਇਹਨੇ ਸਟੈਂਡ ਲਿਆ, ਇਹ ਗੱਲ ਉੱਥੋਂ ਤੱਕ ਗਈ, ਪਹੁੰਚੀ ਕਿ ਕੋਈ ਹੈ। ਅਮਰੀਕਾ ਦੇ ਵਿੱਚ ਜਿਹੜੀ ਆਪਣੀ ਰਿਪਬਲਿਕਨ ਪਾਰਟੀ ਹੈ, ਜਿਹੜੇ ਡੋਨਲਡ ਟਰੰਪ ਹੁਣ ਫਿਰ ਦੁਬਾਰਾ ਆਉਣ ਨੂੰ ਫਿਰਦੇ ਨੇ, ਉਹਨਾਂ ਦੇ ਵੀ ਜਿਹੜੇ ਬਹੁਤ ਇਸ ਤਰ੍ਹਾਂ ਦੇ ਭਗਤ ਨੇ ਜਿਹੜੇ ਭਾਰਤੀ ਮੂਲ ਦੇ ਨੇ ਜਾਂ ਪਿਛੋਕੜ ਰੱਖਦੇ ਨੇ। ਸੋ ਇਹ ਜਿਹੜਾ ਕਾਰਡ ਹੈ, ਇੱਕ ਤਾਂ ਹੁਣ ਜਿਹੜੀ ਬਲੈਕ ਲਾਈਵਜ਼ ਮੈਟਰ ਮੁਹਿੰਮ ਚੱਲੀ ਹੋਈ ਹੈ, ਕਿਉਂਕਿ ਇਹ ਸਿਆਹ ਫਾਮ ਲੜਕੀ ਹੈ, ਉਹਨਾਂ ਲੋਕਾਂ ਨੂੰ ਖਿੱਚਣ ਦੇ ਲਈ, ਆਕਰਸ਼ਿਤ ਕਰਨ ਦੇ ਲਈ ਕਿ ਅਸੀਂ ਤੁਹਾਡੇ ਵਰਗਾ ਉਮੀਦਵਾਰ ਦੇ ਰਹੇ ਹਾਂ। ਵੋਟਾਂ ਦੀ ਖੇਡ ਹੈ ਨਾ, ਸਾਰੀ ਰਾਜਨੀਤੀ ਨੇ ਦੇਖਣਾ ਹੁੰਦਾ। ਤੇ ਬਾਕੀ ਭਾਰਤੀਆਂ ਨੂੰ ਬਿਨਾਂ ਸ਼ੱਕ ਮਾਣ ਕਰਨਾ ਚਾਹੀਦਾ ਜੀ। ਉਹ
ਇਹੋ ਜਿਹੇ ਜਿਹੜੇ ਉਮੀਦਵਾਰ ਨੇ ਕਿਸੇ ਵੀ ਪਾਰਟੀ 'ਚ ਹੋਣ, ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ, ਮਾਨਵਤਾ ਦੀ ਗੱਲ ਕਰਨ, ਆਜ਼ਾਦੀ ਦੀ ਗੱਲ ਕਰਨ, ਬੋਲਣ ਦੀ ਆਜ਼ਾਦੀ ਦੀ ਵਜ਼ਾਹਤ ਕਰਨ, ਕਿਸੇ ਤੇ ਜਿਹੜੀਆਂ ਰੋਕਾਂ ਥੋਪਣ ਦਾ ਵਿਰੋਧ ਕਰਨ, ਤੇ ਉਹ ਤਾਂ ਅੱਗੇ ਆਉਣੇ ਚਾਹੀਦੇ ਨੇ। ਤੇ ਇਸ ਕਰਕੇ ਕਮਲਾ ਹੈਰਿਸ ਨੇ ਜੀ ਸਾਡੀ ਗੱਲ ਥੋੜਾ ਜਿਹਾ ਵਿੱਚੋਂ ਕੱਟਦੇ ਆ ਸੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ, ਜੀ ਆਇਆਂ ਨੂੰ। ਬਰਜਿੰਦਰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ ਬਰਾੜ ਸਾਹਿਬ ਦੀ ਗੱਲ ਤੋਂ ਮੈਨੂੰ ਆਇਆ ਆ ਜੀ ਵੀ ਇਹ ਪਾਰਟੀਸ਼ਨ ਹੋਈ ਆ ਜੀ। ਕਈ ਲੋਕ ਤਾਂ ਵਧਾਈ ਦਿੰਦੇ ਆ ਪਰ ਮੇਰਾ ਮਨ ਦੁਖੀ ਹੁੰਦਾ ਆ। ਅਸੀਂ ਮੈਂ 6 ਸਾਲ ਦੀ ਜਦ ਪਾਰਟੀਸ਼ਨ ਹੋਈ ਪਾਕਿਸਤਾਨ ਚੋਂ ਆਈ ਸੀ ਜੀ। ਅਸੀਂ 3 ਭੈਣ ਭਰਾ ਸੀ। ਮੇਰਾ ਭਰਾ ਸਿਰਫ 3 ਦੀ ਕਦਰ ਸੀ। ਵੱਡੀ ਭੈਣ ਦਾ ਆਪਣੇ 8 ਸਾਲ ਦੀ, ਮੈਂ 6 ਸਾਲ ਦੀ, ਇੱਕ 3 ਸਾਲ ਦੀ ਜੀ। ਤੇ ਮੈਨੂੰ ਅਜੇ ਵੀ ਰਾਹ 'ਚ ਦਾ ਅਜੇ ਵੀ ਚੇਤਾ ਆ। ਮੈਨੂੰ ਅੰਮ੍ਰਿਤਸਰ ਦਾ ਜਿਹੜਾ ਪੁਲ ਆ ਉਹ ਅਜੇ ਤਾਈਂ ਨਹੀਂ ਭੁੱਲਦਾ। ਓਹੋ। ਸ਼ਾਮ ਨੂੰ 7 ਵਜੇ ਸੀ ਜੀ। ਮੇਰੇ ਡੈਡੀ ਪਿੱਛੇ ਰਹਿ ਗਏ ਸੀ। ਮੇਰੀ ਮਦਰ 8 ਸਾਲ ਦੀ ਕੁੜੀ, 6 ਸਾਲ ਦੀ ਕੁੜੀ, 3 ਸਾਲ ਦੀ ਕੁੜੀ, 3 ਦੀ ਕਦਾ ਮੇਰਾ ਭਰਾ ਹੁਣ ਲੈ ਕੇ ਮੇਰੇ ਡੈਡੀ ਨੂੰ ਉਡੀਕਦੇ ਸੀ। ਮੈਨੂੰ ਉਹ ਭੁੱਲ ਨਹੀਂ ਸਕਦਾ। ਤੁਸੀਂ ਕਾਫਲੇ 'ਚ ਗੱਡਿਆਂ ਦੇ ਰਾਹੀਂ ਆਏ ਜੀ, ਬਾਰਡਰ ਪਾਰ ਕਰਕੇ ਰਿਫਿਊਜੀ ਕੈਂਪਾਂ 'ਚ? ਮੇਰੇ ਮਾਮਾ ਜੀ ਆਰਮੀ ਵਿੱਚ ਸੀ, ਉਹ ਸਾਨੂੰ ਅੰਮ੍ਰਿਤਸਰ ਛੱਡ ਗਏ ਸੀ। ਓਹੋ ਜੀ। ਅਸੀਂ ਦੇਖਿਆ, ਸਾਨੂੰ ਤਾਂ ਬਹੁਤ ਮਨ ਨੂੰ ਬਹੁਤ ਖੁੱਲੀਆਂ ਜ਼ਮੀਨਾਂ ਮੌਜਾਂ ਕਰਦੇ। ਇੱਥੇ ਤਾਂ ਜ਼ਮੀਨਾਂ ਵੀ ਥੋੜੀਆਂ ਮਿਲੀਆਂ ਨੇ ਆ ਕੇ। ਜੀ ਬਿਲਕੁਲ ਦੇਖਿਆ ਆ ਕੇ। ਬਿਲਕੁਲ ਜੀ। ਜਿਨ੍ਹਾਂ ਨੇ ਹੰਡਾਇਆ, ਅਸੀਂ ਉਹੀ ਗੱਲ ਕਰਦੇ ਆ, ਉਹਨਾਂ ਨੂੰ ਪੁੱਛ ਕੇ ਦੇਖੋ। ਹੁਣ ਤੇ ਜਸ਼ਨ ਮਨਾਏ ਜਾ ਰਹੇ ਆ, ਪਰ ਜਿਨ੍ਹਾਂ ਦੀ ਬਰਬਾਦੀ ਹੋਈ ਸੀ, ਜਿਹੜੇ ਆਪਣੇ ਘਰ ਪਰਿਵਾਰ ਜ਼ਮੀਨਾਂ ਜਾਇਦਾਦਾਂ ਛੱਡ ਕੇ ਆਏ ਸੀ, ਉਹਨਾਂ ਬਾਰੇ ਸੋਚ ਕੇ ਦੇਖੋ। ਤੁਸੀਂ ਸਾਨੂੰ ਪਤਾ ਸਾਡੇ ਹੱਡਾਂ 'ਚ ਰਚਿਆ ਹੋਇਆ ਸਾਰਾ। ਜੀ ਬਿਲਕੁਲ। ਬਰਬਾਦੀਆਂ ਦੀ ਗੱਲ ਕੀਤੀ ਨਾ ਜੀ ਤੁਸੀਂ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਤੇ ਬਾਬਾ ਨਜ਼ਮੀ ਨੇ ਬੜਾ ਕੁਝ ਲਿਖਿਆ ਤੇ ਹੋਰ ਵੀ ਕਈ ਸ਼ਾਇਰਾਂ ਨੇ ਆਜ਼ਾਦੀ ਬਾਰੇ ਲਿਖਿਆ ਜੀ। ਇੱਕ ਹੋਰ ਸ਼ਾਇਰ ਨੇ ਪਾਕਿਸਤਾਨ ਦੇ ਵਿੱਚੋਂ, ਉਹਨਾਂ ਨੂੰ ਜਦੋਂ ਇੱਧਰ ਬੁਲਾਇਆ ਗਿਆ ਆਜ਼ਾਦੀ ਤੋਂ ਬਾਅਦ ਮੁਸ਼ਾਇਰਾ ਹੋਇਆ, ਅੰਮ੍ਰਿਤਸਰ ਤੇ ਦਿੱਲੀ 'ਚ ਵੀ ਇਕੱਠ ਹੋਏ ਜੀ। ਤੇ ਉਹਨੇ ਕਿਹਾ ਬੋਲ ਕੇ, ਕਹਿੰਦਾ ਇਹਨਾਂ ਆਜ਼ਾਦੀਆਂ ਹੱਥੋਂ ਯਾਰੋ, ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਏ ਤੁਸੀਂ ਵੀ ਹੋ ਤੇ ਹੋਏ ਅਸੀਂ ਵੀ ਹਾਂ। ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ ਤੇ ਰੋਏ ਅਸੀਂ ਵੀ ਹਾਂ। ਬਿਲਕੁਲ ਜੀ। ਸੋ ਰੋਣਾ ਪੈ ਗਿਆ ਸੀ। ਇਹਨਾਂ ਨੇ ਜ਼ਮੀਨਾਂ ਦੀ ਗੱਲ ਕੀਤੀ ਨਾ, ਬਿਲਕੁਲ ਦਰੁਸਤ ਇਹਨਾਂ ਨੇ ਫਰਮਾਇਆ। ਇਹ ਇਕੱਲੀ ਪੀੜ ਨਹੀਂ, ਬੜਾ ਕੁਝ ਛੱਡਣਾ ਪਿਆ। ਜਿਹੜੀਆਂ 12 ਵਸਾਈਆਂ ਉਹ ਪੰਜਾਬੀਆਂ ਦੇ ਮਿਹਨਤਕਸ਼ ਵਡੇਰਿਆਂ ਨੇ ਵਸਾਈਆਂ। ਦੁੱਲੇ ਦੀ ਬਾਰ, ਗੰਜੀ ਬਾਰ, ਨੀਲੀ ਬਾਰ, ਸੰਦਲ ਬਾਰ। ਇੱਥੇ ਇਹ ਸਾਰੇ ਜੰਗਲ ਹੁੰਦੇ ਸੀ। ਗੁਜਰਾਤ ਦੇ ਕੰਢੇ ਝਨਾਹ ਜਿਹੜਾ ਦਰਿਆ ਵਗਦਾ, ਤਾਂ ਇੱਥੇ ਇਹ ਬੜੀ ਉਪਜਾਊ ਧਰਤੀ ਆ। ਇਹ ਜਦੋਂ ਜਿਹੜੀ ਨਵੀਂ ਫਸਲ, ਜਿੱਥੇ ਨਵੀਂ ਧਰਤੀ ਜਿਹੜੀ ਜ਼ਰਖੇਜ਼ ਬਣਾਈ ਜਾਵੇ, ਮੁੱਢ ਪੱਟ ਕੇ ਜੰਗਲਾਂ ਨੂੰ ਤੁਸੀਂ ਬਣਾ ਰਹੇ ਹੋ, ਪੱਧਰ ਕਰ ਰਹੇ ਹੋ, ਕਰਾਹੇ ਲੱਗ ਰਹੇ ਨੇ, ਹਲ ਚੱਲ ਰਹੇ ਨੇ, ਤੇ ਉੱਥੇ ਫਸਲਾਂ ਬਹੁਤ ਹੁੰਦੀਆਂ ਨੇ। ਅੱਜ ਵੀ ਇਹ ਖਿੱਤਾ ਜਿਹੜਾ ਆਪਾਂ ਲਹਿੰਦਾ ਪੰਜਾਬ ਜਿਹਨੂੰ ਕਹਿੰਦੇ ਆ, ਪਾਕਿਸਤਾਨੀ ਪੰਜਾਬ, ਉਹ ਬੜਾ ਉਪਜਾਊ ਆ। ਉੱਥੇ ਮਾਰ ਨਰਮਾ ਕਪਾਹ ਹੁੰਦਾ ਬੇਥਾ, ਤੇ ਕਮਾਲ ਦੀਆਂ ਉੱਥੇ ਫਸਲਾਂ ਝੂਮਦੀਆਂ ਨੇ। ਉਹ ਫਸਲਾਂ, ਉਹ ਧਰਤੀ, ਉਹ ਜ਼ਮੀਨਾਂ ਛੱਡ ਕੇ ਹੁਣ ਲੋਕ ਜਿਹੜੇ ਜ਼ਿਆਦਾਤਰ ਲੈਲਪੁਰ ਤੋਂ ਆਏ, ਉਹਨਾਂ ਨੂੰ ਅਜੇ ਵੀ ਲੈਲਪੁਰੀਏ, ਲਾਹੌਰੀਏ ਉਹ ਅੱਲ ਪੈਂਦੀ ਆ, ਤੇ ਉਹਨੇ ਖਹਿੜਾ ਨਹੀਂ ਛੱਡਿਆ ਉਹਨਾਂ ਦਾ। 70 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਉਹਨਾਂ ਨੂੰ। ਕੋਈ ਅੰਮ੍ਰਿਤਸਰ, ਕੋਈ ਫਗਵਾੜੇ, ਕੋਈ ਜਲੰਧਰ, ਕੋਈ ਕਿਤੇ ਬੈਠਾ, ਤੇ ਉਹਨਾਂ ਨੂੰ ਅਜੇ ਵੀ ਲੋਕ ਸਾਦੇ ਨੇ, ਤੇ ਇਹ ਲਾਹੌਰੀਏ ਨੇ। ਹੁਣ ਦੇਖੋ 8 ਸਾਲ ਦੇ ਸੀ, ਅੱਜ ਵੀ ਇਹਨਾਂ ਨੂੰ ਉਹ ਅੱਖਾਂ ਸਾਹਮਣੇ ਦ੍ਰਿਸ਼ ਆ ਗਿਆ ਜਦੋਂ ਤੁਸੀਂ ਗੱਲਾਂ ਕਰਦੇ ਆ। ਤੇ ਵਾਕਿਆ ਹੀ ਦੁੱਖ ਤਾਂ ਹੁੰਦਾ ਆ। ਹੁਣ ਇੱਕ ਪਾਸੇ ਜਸ਼ਨ ਮਨਾਏ ਆਜ਼ਾਦੀ ਦੇ, ਕਾਹਦੇ ਜਸ਼ਨ ਹੈ? ਜਿਨ੍ਹਾਂ ਦੀ ਬਰਬਾਦੀ ਹੋਈ ਹੈ, ਛੱਡ ਕੇ ਆਏ, ਉਹਨਾਂ ਤੋਂ ਸੋਚ ਕੇ ਮਾਲ ਡੰਗਰ ਬਲਜਿੰਦਰ ਕੌਰ ਜੀ ਸੰਗਲ ਖੋਲਤੇ ਸੀ, ਛੱਡਤੇ ਸੀ। ਰੰਗੀਲ ਪਾਵਿਆਂ ਵਾਲੇ, ਮੋਟੇ ਪਾਵਿਆਂ ਵਾਲੇ ਜਿਹੜੇ ਸੀਗੇ ਮੰਜੇ, ਉਹ ਛੱਡ ਕੇ। ਔਰ ਕਈਆਂ ਨੇ ਤਾਂ ਨਾ ਆਪਣੇ ਹਮਸਾਇਆਂ ਨੂੰ, ਗੁਆਂਢੀਆਂ ਨੂੰ, ਸੰਦੂਕਾਂ ਨੂੰ ਜਿੰਦਰੇ ਲਾ ਕੇ ਤੇ ਚਾਬੀਆਂ ਫੜਾਏ ਸੀਗੇ, ਕਿਉਂਕਿ ਉਹਨਾਂ ਨੂੰ ਇਹ ਯਕੀਨ ਨਹੀਂ ਸੀ ਕਿ ਅਸੀਂ ਹਮੇਸ਼ਾ ਲਈ ਉੱਜੜ ਰਹੇ ਹਾਂ। ਉਹ ਤਾਂ ਇਹ ਕਹਿੰਦੇ ਸੀ ਇਹ ਤਾਂ 4 ਕੁ ਦਿਨਾਂ ਦੀ ਖੱਪ ਹੈ, ਤੁਸੀਂ ਇੱਥੇ ਹੀ ਵਸਣਾ, ਇੱਥੇ ਹੀ ਮੁੜਨਾ। ਪਰ ਉਹ 4 ਕੁ ਦਿਨਾਂ ਦੀ ਖੱਪ ਨਹੀਂ ਸੀਗੀ। ਜਿਹੜੇ ਕੌਲ ਦਿੱਤੇ ਸੀ ਗੁਆਂਢੀਆਂ ਨੂੰ, ਹਮਸਾਇਆਂ ਨੂੰ, ਉਹ ਕੌਲਾਂ ਤੋਂ ਉਹਨਾਂ ਨੂੰ ਝੂਠੇ ਹੋਣਾ ਪਿਆ। ਕਈਆਂ ਨੇ ਸਾਲ ਤੱਕ ਉਹ ਅਮਾਨਤਾਂ ਸਾਂਭ ਕੇ ਰੱਖੀਆਂ, ਕਿਸੇ ਨੂੰ ਆਂਚ ਨਾ ਆਉਣ ਦਿੱਤੀ, ਹਵੇਲੀਆਂ 'ਚ ਕਿਸੇ ਨੂੰ ਵੜਨ ਨਹੀਂ ਦਿੱਤਾ। ਇਹੋ ਜਿਹੇ ਲੋਕ ਵੀ ਸੀਗੇ ਜਿਹੜੇ ਪਿੰਡੋਂ ਨਿਕਲੇ ਨਹੀਂ ਤੇ ਲੁੱਟ ਕੇ ਲੈ ਗਏ ਸਾਰਾ ਕੁਝ। ਰਜਾਈਆਂ ਤੇ ਲੇਫ ਤਲਾਈਆਂ ਵੀ ਨਹੀਂ ਛੱਡੀਆਂ ਸੀ। ਹਰ ਤਰ੍ਹਾਂ ਦੇ ਮਨੁੱਖ ਹੁੰਦੇ ਨੇ, ਉਹ ਅੰਨੇ ਨਿਸ਼ਾਨ 'ਚ ਬਥੇਰੇ ਸੀ, ਜਿਨ੍ਹਾਂ ਦੇ ਨਿਸ਼ਾਨੇ ਬੰਦੂਕਾਂ ਦੀਆਂ ਜਿਹੜੀਆਂ ਸੰਗੀਨਾਂ ਦੀਆਂ ਨੋਕਾਂ, ਛਵੀਆਂ, ਸੇਲੇ, ਗੰਡਾਸੇ ਆਪਣਿਆਂ ਤੇ ਵਰੇ। ਅਫਵਾਹਾਂ ਬਹੁਤ ਫੈਲਦੀਆਂ ਸੀ ਜੀ, ਝੂਠੀਆਂ ਅਫਵਾਹਾਂ ਇੰਨੀਆਂ ਫੈਲੀਆਂ, ਇਹ ਫੈਲਾ ਦੇਣਾ ਕਿ ਉਹ ਉਧਰ ਮੁਸਲਿਆਂ ਨੇ ਹਿੰਦੂ ਔਰਤਾਂ ਨੂੰ, ਸਿੱਖਾਂ ਨੂੰ ਵੱਢ ਟੁੱਕ ਕਰਤੀ, ਘੜੀਸ ਕੇ ਲੈ ਗਏ, ਪਿੰਡ ਘੇਰ ਲਿਆ, ਪਿੰਡ ਨੂੰ ਮਾਰਤਾ, ਅੱਗ ਲਾਤੀ, ਜ਼ਹਿਰ ਘੋਲਤੀ ਖੂਹਾਂ 'ਚ,
ਪਾਣੀ ਵੀ ਵੰਡੇ ਗਏ ਸੀ। ਰੇਲਵੇ ਸਟੇਸ਼ਨਾਂ ਤੇ ਜਿਹੜੇ ਘੜੇ ਹੁੰਦੇ ਸੀ ਨਾ ਪਾਣੀ ਪੀਣ ਲਈ ਰੱਖੇ ਗਰਮੀਆਂ 'ਚ, ਉਹਨਾਂ ਦੇ ਉੱਤੇ ਲਿਖਤਾ ਸੀ ਹਿੰਦੂ ਪਾਣੀ ਮੁਸਲਿਮ ਪਾਣੀ। ਹੁਣ ਇੱਥੋਂ ਤੱਕ ਦੀ ਨੌਬਤ ਆ ਗਈ ਸੀਗੀ। ਤੇ ਇਹ ਜਿਹੜੀ ਬਾਅਦ 'ਚ ਜਿਹੜੀ ਲਾਈਨ ਖਿੱਚੀ ਗਈ ਹੈ ਰੈੱਡ ਕਲਿਫ ਲਾਈਨ ਉਹਨੂੰ ਕਹਿੰਦੇ ਨੇ, ਭਾਰਤ ਤੇ ਪਾਕਿਸਤਾਨ ਦਾ ਜਿਹੜਾ ਬਟਵਾਰਾ ਹੋਇਆ, ਉਹਦੇ 'ਚ ਫਿਰੋਜ਼ਪੁਰ ਸ਼ਹਿਰ ਵੀ ਪਾਕਿਸਤਾਨ ਨੂੰ ਚਲਾ ਗਿਆ ਸੀ। ਜਦੋਂ ਨਹਿਰੂ ਨੂੰ ਪਤਾ ਲੱਗਿਆ ਉਹਦੀ ਮਾਊਂਟ ਬੈਟਨ ਦੇ ਨਾਲ ਬਹੁਤ ਬਣਦੀ ਸੀਗੀ, ਉਹਨੇ ਆਖ ਕੇ ਵੀ ਇੱਕ ਪਾਸੇ ਵੀ ਫਿਰੋਜ਼ਪੁਰ ਆਏ ਧੁਰੰਦਰ ਤੱਕ ਆ ਜੂ, ਤੇ ਵੀ ਸਾਡਾ ਜਿਹੜਾ ਮੁੱਖ ਤੀਰਥ ਕੇਂਦਰ ਹੈ ਅੰਮ੍ਰਿਤਸਰ ਹਰਿਮੰਦਰ ਸਾਹਿਬ, ਉਹ ਤਾਂ ਵਿੱਚ ਇਦਾਂ ਬਣ ਜੂਗਾ ਜਿਵੇਂ ਚਾਰੇ ਪਾਸੋਂ ਨੂੰ ਘੇਰਾ ਪਿਆ ਹੋਇਆ। ਤੇ ਉਸ ਤੋਂ ਬਾਅਦ ਫਿਰ ਇਹ ਜੀਰਾ ਤੇ ਫਿਰੋਜ਼ਪੁਰ ਸ਼ਹਿਰ ਇਹ ਇੱਧਰ ਹਿੰਦੁਸਤਾਨ ਵਾਲੇ ਪਾਸੇ ਭਾਰਤ ਵਾਲੇ ਪਾਸੇ ਪਏ। ਕੁਦਰਤ ਦਾ ਖੇਡ ਦੇਖੋ ਤੁਸੀਂ। ਹੁਣ ਜਿਹੜੀ ਇੱਕ ਰੇਲਵੇ ਲਾਈਨ ਨਾ ਉਹ ਜਾਂਦੀ ਅਜੇ ਵੀ ਬਾਰਡਰ ਪਾਰ ਫਿਰੋਜ਼ਪੁਰ ਤੋਂ ਕਸੂਰ ਨੂੰ, ਤੇ ਇੱਧਰ ਪਿੰਡ ਹੈਗਾ ਹੁਸੈਨੀ ਵਾਲਾ ਭਾਰਤ ਵਾਲੇ ਪਾਸੇ ਹੈ, ਤੇ ਗੰਡਾ ਸਿੰਘ ਵਾਲਾ ਉੱਧਰ ਹੈ। ਗੰਡਾ ਸਿੰਘ ਤੇ ਹੁਸੈਨ ਇਹ ਦੋਹਾਂ ਦੇ ਨਾਂ ਤੇ ਦੋਹੇ ਮਿੱਤਰ ਸੀ, ਉਹਨਾਂ ਦੇ ਨਾਂ ਤੇ ਪਿੰਡ ਵਸੇ ਹੋਇਆ। ਤੇ ਉਹ ਦੇਖੋ ਵੀ ਗੰਡਾ ਸਿੰਘ ਵਾਲਾ ਉੱਧਰ ਤੇ ਹੁਸੈਨੀ ਵਾਲਾ ਇੱਧਰ। ਲੋਕ ਅਜੇ ਵੀ ਉੱਥੇ, ਮੈਂ ਕਈ ਵਾਰੀ ਗਿਆ ਹੁਸੈਨੀ ਵਾਲਾ ਬਾਰਡਰ ਤੇ ਸਮਾਧ ਬਣੀ ਹੋਈ ਉੱਥੇ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਸੁਖਦੇਵ ਹੋਰਾਂ ਦੀ, ਸਤਲੁਜ ਦੇ ਕੰਢੇ ਤੇ ਜਿੱਥੇ ਉਹਨਾਂ ਦੀਆਂ ਅਸਥੀਆਂ ਪ੍ਰਵਾਹ ਕੀਤੀਆਂ ਗਈਆਂ ਸੀ। ਸਤਲੁਜ ਦਾ ਉਹ ਲੱਕੜ ਦਾ ਪੁਰਾਣਾ ਖਸਤਾ ਹਾਲ ਪੁਲ ਟੱਪ ਕੇ ਅਸੀਂ ਜਦੋਂ ਜਾਂਦੇ ਹਾਂ ਦੇਖਦੇ ਹਾਂ, ਤੇ ਉੱਥੇ ਸਾਹਮਣੇ ਉਹੀ ਉਵੇਂ ਫਸਲਾਂ ਝੂਮਦੀਆਂ ਨੇ, ਟਾਹਲੀਆਂ ਤੋਂ ਤੋਤੇ ਉੱਡ ਕੇ ਬਿਨਾਂ ਰੋਕ ਟੋਕ ਤੇ ਉੱਡ ਕੇ ਚਲੇ ਜਾਂਦੇ ਨੇ। ਤੁਸੀਂ ਦੇਖਦੇ ਹੋ ਕਿ ਫਰਕ ਹੀ ਕੋਈ ਨਹੀਂ, ਉਹੀ ਮਿੱਟੀ ਦਾ ਰੰਗ ਸਭ ਕੁਝ ਉਹੀ, ਨੀਲਾ ਆਕਾਸ਼ ਤੇ ਟਾਹਲੀਆਂ ਤੇ ਹਰੀਆਂ ਫਸਲਾਂ ਝੂਮਦੀਆਂ ਨੇ, ਸੈਨਤਾ ਮਾਰਦੇ ਨੇ ਪੀਲੇ ਫੁੱਲ ਆਪਣੀ ਸਰੋਂ ਦੇ। ਤੇ ਇਹ ਜਿਹੜੀਆਂ ਵੰਡੀਆਂ ਪਾਤੀਆਂ, ਬਟਵਾਰੇ ਪਾਤੇ, ਤਲਾ ਮੂਲ ਇੱਕੋ ਹੀ ਸੀ, ਕਿਉਂਕਿ ਪਹਿਲਾਂ ਇੱਕੋ ਮੁਲਕ ਹੀ ਸੀਗਾ ਇਹ ਸਾਰਾ। ਬਾਅਦ 'ਚ ਇਹ ਤਾਂ ਸੋਚਿਆ ਨਹੀਂ ਸੀ ਕਿਸੇ ਨੇ ਵੀ ਅਸੀਂ ਇਦਾਂ ਹੋ ਜਾਵਾਂਗੇ, ਘਰ-ਬਾਰ ਕਿਸੇ ਨੇ ਛੱਡੇ ਆ, ਕੋਈ ਸੋਚਦਾ ਵੀ ਸਾਨੂੰ ਚਿਰਾਂ ਤੋਂ ਜਿਹੜੇ ਵਸਾਏ ਘਰ ਹੱਥੀਂ ਇੱਟਾਂ ਲਾਈਆਂ, ਚੁੱਲ੍ਹੇ ਬਣਾਏ, ਕੰਧੋਲੀਆਂ ਤੇ ਮੋਰ ਪਾਏ ਵੀ ਉਹ ਛੱਡਣੇ ਪੈਣਗੇ ਹਮੇਸ਼ਾ ਹਮੇਸ਼ਾ ਦੇ ਲਈ। ਸੋਚਿਆ ਨਹੀਂ ਸੀ ਕਦੀ। ਬਿਲਕੁਲ ਬਰਾੜ ਸਾਹਿਬ, ਬਹੁਤ ਸਾਰੀਆਂ ਹੱਲੇ ਹੋਰ ਗੱਲਾਂ ਕਰਨੀਆਂ ਨੇ, ਪਰ ਸਾਡਾ ਸਮਾਂ ਹੋ ਗਿਆ ਜੀ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ, ਤੁਸੀਂ ਦੇਖਦੇ ਰਹੋ ਖਬਰਸਾਰ ਬਿਹਾਈਂਡ ਦਾ ਨਿਊਜ਼। ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਖਬਰਸਾਰ ਬਿਹਾਈਂਡ ਦਾ ਨਿਊਜ਼। ਸੋਮਵਾਰ ਤੇ ਵੀਰਵਾਰ ਮੇਰਾ ਸਾਥ ਦਿੰਦੇ ਰਹੇ ਗੁਰਬਾਜ ਸਿੰਘ ਬਰਾੜ ਖਬਰਾਂ ਦੇ ਉੱਤੇ ਸਾਂਝ ਪਾਉਂਦੇ ਆ। ਸੋ ਬਰਾੜ ਸਾਹਿਬ, ਬਹੁਤ ਵਧੀਆ ਸੀ ਜਿਹੜੀ ਗੱਲਬਾਤ ਕਰ ਰਹੇ ਸੀ, ਆਜ਼ਾਦੀ ਦਿਵਸ ਦੀਆਂ ਗੱਲਾਂ ਕੀਤੀਆਂ। ਸੋ ਬਹੁਤ ਸਾਰੀਆਂ, ਇਹ ਇੱਕ ਬਹੁਤ ਵੱਡਾ ਵਿਸ਼ਾ ਆ, ਇਹਦੇ ਉੱਤੇ ਜੇ ਅਸੀਂ ਗੱਲ ਕਰਨ ਲੱਗੇ ਤੇ ਬਹੁਤ ਸਾਰੇ ਲੋਕਾਂ ਦੇ ਅੰਦਰ ਜਿਹੜੀਆਂ ਗੱਲਾਂ ਦੱਬੀਆਂ ਬੈਠੀਆਂ ਨਾ, ਉਹ ਵੀ ਕਿਸੇ ਤਰ੍ਹਾਂ ਬਾਹਰ ਆਉਣਗੀਆਂ, ਜ਼ਖਮ ਅਜੇ ਵੀ ਅੱਲੇ ਨੇ ਜੀ। ਬਿਲਕੁਲ ਜੀ। ਸੋ ਇਸ ਦੇ ਉੱਤੇ ਅਸੀਂ ਫੇਰ ਕਿਸੇ ਦਿਨ ਜ਼ਰੂਰ ਗੱਲਬਾਤ ਕਰਾਂਗੇ। ਤੇ ਹੁਣ ਜਦੋਂ ਅਸੀਂ ਗੱਲ ਕਰਦੇ ਆ ਗੋਲੀਆਂ ਚੱਲਣੀਆਂ, ਆਮ ਜੀ ਗੱਲ ਹੋਈ ਆ, ਇਹ ਦਿਨ ਅਸੀਂ ਕੁਛ ਨਾ ਕੁਛ ਇਹੋ ਜਿਹਾ ਸੁਣਦੇ ਰਹਿੰਦੇ ਆ। ਸੋ ਟੋਰਾਂਟੋ ਦੇ ਬਰੈਂਪਟਨ ਸ਼ਹਿਰ ਦੀ ਗੱਲ ਆ, ਜਿੱਥੇ ਹਿੰਦੂ ਮੰਦਿਰ ਦੇ ਮੇਨ ਪੁਜਾਰੀ ਸੀ ਜਿਹੜੇ ਅਭੇ ਸ਼ਾਸਤਰੀ, ਉਹਨਾਂ ਦੀ ਪਤਨੀ 56 ਸਾਲਾਂ ਦੀ ਸੀ ਸੰਗੀਤਾ ਸ਼ਰਮਾ, ਜਿਹੜੀ ਕਿ ਫਾਰਮਾਸਿਸਟ ਸੀ। ਆਪਣੇ ਹੀ ਘਰ ਦੇ ਗਰਾਜ ਵਿੱਚ ਸੀ ਜਦੋਂ ਦੋ ਵਿਅਕਤੀ ਆ ਕੇ ਉਹਨਾਂ ਨੂੰ ਗੋਲੀਆਂ ਮਾਰ ਗਏ। ਪਰ ਦੋ ਸ਼ੱਕੀ ਕਹਿੰਦੇ ਫੜ ਲਏ ਗਏ ਹੈਗੇ ਆ, ਚੱਲ ਰਹੀ ਹੈਗੀ ਇਨਵੈਸਟੀਗੇਸ਼ਨ। ਪਰ ਇੱਕ 56 ਸਾਲਾਂ ਦੀ ਔਰਤ ਆਪਣੇ ਘਰ ਦੇ ਗਰਾਜ ਵਿੱਚ ਹੀ ਸੇਫ ਨਹੀਂ, ਉੱਥੇ ਆ ਕੇ ਹੀ ਗੋਲੀਆਂ ਮਾਰ ਗਏ ਉਹਨੂੰ। ਇਹਦੇ 'ਚ ਪਤਾ ਲੱਗੇਗਾ ਪੁਲਿਸ ਦੀ ਤਫਤੀਸ਼ ਤੋਂ ਕਿ ਅਸਲ ਕਾਰਨ ਕੀ ਸੀ। ਥੋੜਾ ਜਿਹਾ ਤੇ ਲੋਕੀ ਕਹਿ ਰਹੇ ਹੈਗੇ ਕਿ ਉਹਨਾਂ ਦੀ ਆਪਣੀ ਫਾਰਮੇਸੀ ਸੀਗੀ ਤੇ ਕੋਈ ਉਹਨਾਂ ਦੀ ਪਾਰਟਨਰਸ਼ਿਪ ਸੀ ਕਿਸੇ ਦੇ ਨਾਲ, ਤੇ ਉਹਨਾਂ ਦਾ ਕੋਈ ਏਦਾਂ ਦਾ ਵਿਵਾਦ ਚੱਲ ਰਿਹਾ ਸੀ। ਪਰ ਕਿਤੇ ਨਾ ਕਿਤੇ ਕਦੇ ਹੁੰਦਾ ਕਿ ਅਸੀਂ ਇਹਨਾਂ ਮੁਲਕਾਂ 'ਚ ਆਪਣੇ ਆਪ ਨੂੰ ਬਹੁਤ ਸੇਫ ਮਹਿਸੂਸ ਕਰਦੇ ਆ ਵੀ ਅਸੀਂ ਆਪਣੇ ਘਰ 'ਚ ਆ। ਇਨਸਾਨ ਕਹਿੰਦਾ ਮੇਰੇ ਘਰ 'ਚ ਮੈਨੂੰ ਕੋਈ ਆ ਕੇ ਨਹੀਂ ਕੁਝ ਵੀ ਕਹਿ ਸਕਦਾ। ਔਰ ਇਹ ਗੱਲ ਪਿੱਛੇ ਜੇ ਐਬਸਪੋਰਟ 'ਚ ਵੀ ਹੋਈ ਸੀ, ਇੱਕ ਨੌਜਵਾਨ ਨੂੰ ਉਹਦੇ ਘਰੇ ਗਰਾਜ ਵਿੱਚ ਗੋਲੀਆਂ ਮੁੰਡੇ ਦੇ ਮਾਰ ਗਏ ਸੀ। ਸੋ ਇਸੇ ਤਰ੍ਹਾਂ ਹੀ ਇਸ ਔਰਤ ਨੂੰ ਇਸ ਦੇ ਘਰ ਦੇ ਵਿੱਚ ਹੀ ਜਿਹੜਾ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ। ਮੁੰਡਿਆਂ ਨੂੰ ਗੋਲੀਆਂ ਵੱਜਣ ਦੀਆਂ ਇੱਕ ਦੋ ਘਟਨਾਵਾਂ 'ਚ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਕਈ ਵਾਰੀ ਗਲਤ ਪਛਾਣ ਦੇ ਤੇ ਵੀ ਗੋਲੀਆਂ ਸ਼ੱਕ ਦੇ ਕਰਕੇ ਵੀ ਮਾਰੀਆਂ ਜਾਂਦੀਆਂ। ਕਿਸੇ ਨੇ ਸੁਪਾਰੀ ਦਿੱਤੀ ਹੁੰਦੀ ਹੈ, ਨਿਸ਼ਾਨੀ ਦੱਸੀ ਹੁੰਦੀ ਹੈ ਕਿ ਇਹੋ ਜਿਹੀ ਗੱਡੀ ਹੈ, ਇੰਨੇ ਕੁ ਵਜੇ ਇੱਥੋਂ ਨਿਕਲੇਗਾ ਜਾਂ ਜਾਏਗਾ, ਇਸ ਤਰ੍ਹਾਂ ਦਾ ਉਹਦਾ ਹੁਲੀਆ ਹੈ, ਤੇ ਉਹ ਫਿਰ ਗੋਲੀ ਮਾਰਨ ਵਾਲੇ ਨੂੰ ਤਾਂ ਕਾਹਲ ਹੁੰਦੀ ਕਿ ਕਦੋਂ ਕੰਮ ਨਿਬੇੜਾਂ। ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਰਹੀਆਂ। ਨਿੱਜੀ ਰੰਜਿਸ਼ਾਂ ਲੋਕ ਕੱਢਦੇ ਰਹੇ ਨੇ। ਹੋਰ ਕਈ ਵਾਰੀ ਕੋਈ ਸਿਰ ਫਿਰਿਆ ਜਾਂ ਕੋਈ ਦਿਮਾਗ ਨੂੰ ਕੋਈ ਭੂਤ ਚੜਿਆ ਹੁੰਦਾ, ਉਹ ਗੋਲੀ ਮਾਰ ਕੇ ਉਤਾਰਨਾ ਚਾਹੁੰਦੇ ਨੇ। ਜਿਵੇਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਅਮਰੀਕਾ ਤੋਂ ਸਾਹਮਣੇ ਆਉਂਦੀਆਂ ਰਹੀਆਂ ਨੇ। ਅਮਰੀਕਾ ਦੇ ਵਿੱਚ ਕੋਈ ਸਿਰ ਫਿਰਿਆ, ਕਦੇ ਕਿਸੇ ਸਕੂਲ 'ਚ ਚਲਾ ਗਿਆ, ਉੱਥੇ ਗੋਲੀਆਂ ਦੀ ਵਿਛਾੜ ਕਰਤੀ, ਕਿਤੇ ਹੋਰ ਸਾਂਝੀ ਥਾਂ ਤੇ। ਤੇ ਹੁਣ ਪਿਛਲੇ ਵੀਕਐਂਡ ਤੇ ਵੀ
ਸਿਨਸਨਾਟੀ ਦੇ ਵਿੱਚ 2 ਥਾਵਾਂ ਤੇ ਗੋਲੀਆਂ ਚੱਲੀਆਂ 1.5 ਘੰਟੇ ਦੇ ਵਕਫੇ ਦੇ ਵਿੱਚ ਸਿਨਸਨਾਟੀ ਦੇ ਵਿੱਚ ਜਿਹੜੀਆਂ ਗੋਲੀਆਂ ਚੱਲੀਆਂ 18 ਵਿਅਕਤੀ ਜ਼ਖਮੀ ਹੋ ਗਏ ਨੇ ਜੀ 4 ਜਣੇ ਮਰ ਗਏ ਨੇ 4 ਜਣੇ ਹਲਾਕ ਹੋ ਗਏ ਨੇ ਗੋਲੀ ਵੱਜਣ ਨਾਲ ਜੀ ਤੇ ਅਮਰੀਕਾ ਦੇ ਵਿੱਚ ਇਹ ਗੋਲੀ ਚੱਲਣ ਦੀ ਕੋਈ ਪਹਿਲੀ ਘਟਨਾ ਨਹੀਂ ਹੈ ਕਿੰਨੇ ਇਸ ਤਰ੍ਹਾਂ ਦੇ ਵਾਕਿਏ ਹੋ ਚੁੱਕੇ ਨੇ ਤੇ ਲੋਕ ਅਕਸਰ ਇਹਦਾ ਦੋਸ਼ ਮੜਦੇ ਨੇ ਕਿ ਅਮਰੀਕਾ 'ਚ ਹਥਿਆਰ ਬਹੁਤ ਨੇ ਹਰੇਕ ਘਰ 2-2 4-4 ਹਥਿਆਰ ਪਏ ਨੇ ਅਸਲਾ ਉੱਥੇ ਬੜਾ ਹੈ ਜੀ ਕਹਿੰਦੇ ਲਾਇਸੈਂਸ ਅਸਲੇ ਦਾ ਬੜਾ ਸੌਖਾ ਮਿਲ ਜਾਂਦਾ ਹੈ ਦੁਕਾਨਾਂ ਤੋਂ ਜਿਵੇਂ ਤੁਸੀਂ ਕਿਤੇ ਕੋਈ ਸ਼ੂਜ਼ ਖਰੀਦਣੇ ਹੁੰਦੇ ਜਾ ਕੇ ਇਦਾਂ ਜਾ ਕੇ ਤੁਸੀਂ ਹਥਿਆਰ ਖਰੀਦ ਹਥਿਆਰ ਚੁੱਕ ਸਕਦੇ ਤੇ ਹਰੇਕ ਗੱਡੀ ਦੇ ਵਿੱਚ ਟਰੰਕ 'ਚ ਕਹਿੰਦੇ ਬੰਦੂਕ ਜਾਂ ਕੋਈ ਗਨ ਪਈ ਹੁੰਦੀ ਹੈ ਬਰੂਦ ਲੈ ਕੇ ਆਪਣੇ ਨਾਲ ਜਾ ਰਹੇ ਹੁੰਦੇ ਨੇ ਔਰ ਅਜਿਹਾ ਹੋਇਆ ਕਈ ਵਾਰੀ ਉਹ ਭੁਲੇਖੇ 'ਚ ਇਧਰ ਕੈਨੇਡਾ ਵੀ ਤੁਰੇ ਆਉਂਦੇ ਨੇ ਇੱਥੇ ਵੀ ਸਾਨੂੰ ਅਮਰੀਕਾ 'ਚ ਕੌਣ ਪੁੱਛਦਾ ਤੇ ਕੈਨੇਡਾ ਵੀ ਲੰਘ ਜਾਓ ਤੇ ਉਹ ਇਹਨਾਂ ਨੂੰ ਭੁਲੇਖਾ ਦੂਰ ਹੋਣਾ ਚਾਹੀਦਾ ਕਿ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਾਂਗ ਤੁਸੀਂ ਆਪਣੀ ਨਾਲ ਗੱਡੀ ਦੇ ਵਿੱਚ ਹਥਿਆਰ ਲੋਡ ਕਰਕੇ ਨਹੀਂ ਲਿਜਾ ਸਕਦੇ ਜੇ ਤੁਸੀਂ ਲਿਜਾਣੇ ਵੀ ਤਾਂ ਤੁਹਾਨੂੰ ਬਕਾਇਦਾ ਉਹਦੀ ਪਰਮਿਸ਼ਨ ਲੈਣੀ ਪਏਗੀ ਹੰਟਰ ਜਿਹੜੇ ਸ਼ਿਕਾਰ ਕਰਨ ਜਾਂਦੇ ਨੇ ਇਹੋ ਜਿਹੀਆਂ ਥਾਵਾਂ ਤੇ ਉਹਨਾਂ ਨੂੰ ਲਾਇਸੈਂਸ ਮਿਲੇ ਹੁੰਦੇ ਨੇ ਪਤਾ ਹੁੰਦਾ ਔਰ ਲਾਇਸੈਂਸ ਦੇਣ ਵੇਲੇ ਵੀ ਪੂਰੀ ਘੋਖ ਪੜਤਾਲ ਕੀਤੀ ਜਾਂਦੀ ਹੈ ਕਿ ਇਹਨੂੰ ਕਿਤੇ ਜਲਦੀ ਗੁੱਸਾ ਤਾਂ ਨਹੀਂ ਹੁੰਦਾ ਕਿੰਨਾ ਕੋਈ ਅਗਰੈਸਿਵ ਹੈ ਤੇ ਇਹ ਕਿਤੇ ਟੈਂਪਰ ਲੂਜ਼ ਤਾਂ ਨਹੀਂ ਕਰਦਾ ਛੇਤੀ ਉਹਦੇ ਆਂਢ ਗੁਆਂਢ ਤੋਂ ਦੋਸਤਾਂ ਮਿੱਤਰਾਂ ਤੋਂ ਜਿਹੜੇ ਖੁਫੀਆ ਮਹਿਕਮੇ ਦੇ ਬੰਦੇ ਆ ਉਹ ਪੁੱਛ ਪੜਤਾਲ ਕਰਦੇ ਨੇ ਤੇ ਫਿਰ ਲਾਇਸੈਂਸ ਜਾਰੀ ਹੁੰਦੇ ਨੇ ਹੁਣ ਉੱਥੇ ਇੱਕ ਇਹ ਵੀ ਸਮੱਸਿਆ ਕਿ ਗਨ ਲੌਬੀ ਬੜੀ ਸਟਰੋਂਗ ਆ ਜੀ ਹੁਣ ਕੈਲੀਫੋਰਨੀਆ ਦੀ ਇੱਕ ਹੋਰ ਖਬਰ ਇਹਦੇ ਨਾਲ ਜੁੜਦੀ ਹੈ ਉੱਥੋਂ ਦੀ ਇੱਕ ਅਦਾਲਤ ਨੇ ਜਿਹੜਾ ਕੈਲੀਫੋਰਨੀਆ ਦੇ ਉੱਪਰ ਗਨ ਕੰਟਰੋਲ ਦੇ ਉੱਪਰ ਬੈਨ ਲਗਾਉਣ ਦੀ ਜਿਹੜੀ ਐਪਲੀਕੇਸ਼ਨ ਪਾਈ ਸੀ ਉਹ ਰੱਦ ਕਰਤੀ ਹੁਣ ਉੱਥੇ ਵੀ ਜਿਹੜਾ ਪ੍ਰੈਸ਼ਰ ਹੈ ਇਹ ਜਿਹੜੀਆਂ ਸਿੱਧੇ ਤੌਰ ਤੇ ਅਦਾਲਤਾਂ ਚੱਲਦੀਆਂ ਨੇ ਜਦੋਂ ਅਮਰੀਕਨ ਕਾਂਗਰਸ ਦੇ ਉੱਪਰ ਜਿੱਥੇ ਫੈਸਲੇ ਹੁੰਦੇ ਨੇ ਉਹ ਅਸਰ ਕਬੂਲਦੀਆਂ ਨੇ ਕਿਉਂਕਿ ਗਨ ਲੌਬੀ ਅਮਰੀਕਾ ਦੇ ਵਿੱਚ ਇੰਨੀ ਸਟਰੋਂਗ ਹੈ ਨੈਸ਼ਨਲ ਰਾਈਫਲ ਐਸੋਸੀਏਸ਼ਨ ਜਿਹੜੀ ਉਹ ਤਾਂ ਪ੍ਰਧਾਨ ਮੰਤਰੀ ਦੇ ਜਿਹੜੇ ਪ੍ਰੈਜ਼ੀਡੈਂਟ ਦੇ ਉਹਦੇ ਚੋਣ ਜਿਹੜੇ ਉਹਨੂੰ ਪ੍ਰਭਾਵਿਤ ਕਰਦੇ ਨੇ ਉੱਥੋਂ ਤੱਕ ਉਹਨਾਂ ਦੀ ਪਹੁੰਚ ਹੈ ਪੈਸਾ ਖੁੱਲ੍ਹਾ ਹੈ ਕਿਉਂਕਿ ਕਾਰੋਬਾਰ ਬਹੁਤ ਵੱਡਾ ਜੀ ਇਹ ਜੇ ਇਹਦੇ ਤੇ ਬੈਨ ਲੱਗ ਗਿਆ ਤਾਂ ਉਹਨਾਂ ਦੇ ਕਿੱਡੇ ਵੱਡੇ ਕਾਰੋਬਾਰ ਨੂੰ ਸੱਟ ਵੱਜਦੀ ਹੈ ਔਰ ਕਾਰੋਬਾਰ ਦਾ ਇੱਕ ਇਹ ਵੀ ਹੁੰਦਾ ਕਿ ਤੁਸੀਂ ਲੋਕਾਂ 'ਚ ਭੈ ਪੈਦਾ ਕਰੋ ਡਰ ਪੈਦਾ ਕਰੋ ਹੁਣ ਜਿਹੜੇ ਲੋਕ ਅਸਲਾ ਖਰੀਦਦੇ ਨੇ ਉਹ ਇਸ ਕਰਕੇ ਖਰੀਦਦੇ ਨੇ ਕਿ ਸੈਲਫ ਡਿਫੈਂਸ ਲਈ ਆਪਣੇ ਲਈ ਅਸੀਂ ਖਰੀਦਣਾ ਗੋਲੀਆਂ ਕਿਤੇ ਚੱਲਦੀਆਂ ਨੇ ਕੋਈ ਸਿਰ ਫਿਰਿਆ ਕੋਈ ਕਤਲੇਆਮ ਕਰ ਦਿੰਦਾ ਤਾਂ ਲੋਕਾਂ 'ਚ ਹੋਰ ਕਾਹਲ ਪੈਦਾ ਹੋ ਜਾਂਦੀ ਹੈ ਫਿਰ ਨਾਲ ਦੀ ਨਾਲ ਖਬਰ ਆਉਂਦੀ ਹੈ ਜਿਵੇਂ ਬਰਾਕ ਓਬਾਮਾ ਉਹਨਾਂ ਨੇ ਪੂਰਾ ਜ਼ੋਰ ਲਾਇਆ ਵੀ ਗਨ ਕੰਟਰੋਲ ਜਿਹੜਾ ਕਾਨੂੰਨ ਲਿਆਂਦਾ ਜਾਵੇ ਪਰ ਉਹਨਾਂ ਦੀ ਪੇਸ਼ ਨਹੀਂ ਗਈ ਤੇ ਉਹ ਗਨ ਦੇ ਉੱਪਰ ਜਿਹੜੀਆਂ ਗਨਸ ਦੇ ਉੱਪਰ ਬੈਨ ਲੱਗਣ ਦੀ ਗੱਲ ਚੱਲਦੀ ਰਹੀ ਜਿਵੇਂ ਜਿਵੇਂ ਇਹ ਬੈਨ ਦੀ ਗੱਲ ਚੱਲਦੀ ਹੈ ਤੇ ਲੋਕਾਂ ਨੂੰ ਇਹ ਹੁੰਦਾ ਵੀ ਕਿਤੇ ਸੱਚੀ ਮੁੱਚੀ ਬੈਨ ਨਾ ਲੱਗ ਜੇ ਤੇ ਫਿਰ ਲੋਕ ਕਾਹਲੇ ਜਿਨ੍ਹਾਂ ਕੋਲ ਨਹੀਂ ਵੀ ਉਹ ਵੀ ਕਹਿੰਦੇ ਬੈਨ ਲੱਗਣ ਤੋਂ ਪਹਿਲਾਂ ਵੀ ਖਰੀਦ ਲਓ ਸਗੋਂ ਉਲਟਾ ਅਸਰ ਪੈਂਦਾ ਉਹਦੀ ਜਿਹੜੀ ਖਰੀਦੋ ਫਰੋਖਤ ਤੇਜ਼ ਹੁੰਦੀ ਹੈ ਅਸਲੇ ਦੀ ਵੱਧ ਜਾਂਦੀ ਹੈ ਉਹਨਾਂ ਦੀ ਸੇਲ ਵੱਧਦੀ ਹੈ ਵਿਕਰੀ ਵੱਧਦੀ ਹੈ ਤੇ ਲੋਕ ਉਹਨੂੰ ਰੱਖਦੇ ਆ ਹੁਣ ਕਹਿੰਦੇ ਵੀ ਅਸਲੇ ਤੁਸੀਂ ਸਾਰੀ ਉਮਰ ਕਈ ਵਾਰੀ ਨਾਲ ਚੁੱਕੀ ਫਿਰਦੇ ਹੋ ਤੇ ਚਲਾਉਣ ਦੇ ਤਾਂ ਮੌਕੇ ਤੁਹਾਨੂੰ ਹੋ ਸਕਦਾ ਇੱਕ ਅੱਧੀ ਵਾਰੀ ਮਿਲਣ ਉਹ ਵੀ ਜੇ ਚੱਲਦਾ ਹੈ ਬੰਦੂਕ ਬਾਰੇ ਕਿਸੇ ਨੇ ਕਿਹਾ ਸੀ ਰਫਲ ਬਾਰੇ ਕਾਕਾ ਇਹ ਕਿੰਨੀ ਕੁ ਮਹਿੰਗੀ ਹੈ ਇਹਦੀ ਮਾਰ ਕਿੰਨੀ ਕੁ ਹੈ ਉਹ ਬਜ਼ੁਰਗ ਸੀ ਜਿਹਦੇ ਹੱਥ 'ਚ ਫੜੀ ਕਚਹਿਰੀਆਂ 'ਚ ਤਰੀਕ ਭੁਗਤਣ ਗਿਆ ਹੋਇਆ ਸੀ ਕਹਿੰਦਾ ਜੀ ਅਖੇ ਸਿੱਧੀ ਤਾਂ ਅਖੇ ਕਿੱਲਾ ਕੁ ਮਾਰ ਕਰਦੀ ਹੈ ਤੇ ਪੁੱਠੇ ਪਾਸੇ 4 ਕਿੱਲੇ ਮਾਰ ਕਰ ਜਾਂਦੀ ਹੈ ਕਹਿੰਦਾ ਬਜ਼ੁਰਗਾ 4 ਕਿੱਲੇ ਕਿਵੇਂ ਕਹਿੰਦਾ ਵੀ ਜੇ ਸਿੱਧੀ ਚੱਲ ਗਈ ਗੋਲੀ ਨਿਕਲੂ ਕਿੱਲੇ ਤੱਕ ਮਾਰ ਕਰੂਗੀ ਬੰਦਾ ਮਾਰ ਦੂਗੀ ਤੇ ਬਾਅਦ 'ਚ ਮੁੜ ਕੇ ਕਤਲ ਦੇ ਕੇਸ ਦੇ ਉੱਤੇ 4 ਕਿੱਲੇ ਲੱਗਣਗੇ ਛੁੱਟਣ ਦੇ ਲਈ ਸੋ ਇਹ ਹੈ ਵੀ ਚੁੱਲ੍ਹਿਆਂ 'ਚ ਘਾਹ ਉੱਗ ਪੈਂਦੇ ਨੇ ਕਤਲਾਂ ਦੇ ਕੇਸ ਪੈ ਜਾਣ ਤਾਂ ਬਹੁਤ ਸਾਰੇ ਇਹੋ ਜਿਹੇ ਕੇਸ ਅਮਰੀਕਾ ਦੇ ਵਿੱਚ ਅੱਗੇ ਵੀ ਸਾਹਮਣੇ ਆਏ ਹੈਗੇ ਆ ਜੀ ਤੇ ਹੁਣ ਅਸੀਂ ਅਮਰੀਕਾ ਦੀ ਗੱਲ ਕੀਤੀ ਕੈਨੇਡਾ ਦੀ ਗੱਲ ਕੀਤੀ ਤੇ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਆ ਉੱਥੇ ਵੀ ਆਏ ਦਿਨ ਕੁਛ ਨਾ ਕੁਛ ਹੁੰਦਾ ਰਹਿੰਦਾ ਜਿੱਥੇ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸੀ ਉੱਥੇ ਮੋਗੇ ਜ਼ਿਲ੍ਹੇ ਦੇ ਵਿੱਚ ਜਿਹੜੇ ਖਾਲਿਸਤਾਨ ਦੇ ਝੰਡੇ ਵੀ ਲਹਿਰਾਏ ਗਏ ਉਹਦੇ ਬਾਰੇ ਥੋੜਾ ਜਿਹਾ ਦੱਸੋ ਮੋਗੇ ਦਾ ਡੀਸੀ ਦਫ਼ਤਰ ਹੈ ਜੀ 3 ਮੰਜ਼ਿਲਾ ਬਿਲਡਿੰਗ ਹੈ ਤੇ ਮੋਗੇ ਦੇ ਆਸ-ਪਾਸ ਦੇ ਇਲਾਕੇ 'ਚ ਰਹਿਣ ਵਾਲੇ ਲੋਕਾਂ ਨੇ ਲੰਘਦੇ ਟੱਪਦੇ ਉਹ ਬਿਲਡਿੰਗ ਜ਼ਰੂਰ ਦੇਖੀ ਹੋਏਗੀ ਜੇ ਕੋਈ ਆਪਣੇ ਘਰੇ ਝੰਡਾ ਲਹਿਰਾ ਦੇ ਕੇਸਰੀ ਝੰਡਾ ਤਾਂ ਖੈਰ ਅਗਲਾ ਕਹਿੰਦਾ ਵੀ ਮੇਰੀ ਪਸੰਦ ਹੈ ਆਪਣੀ ਇਹ ਲਹਿਰਾਉਂਦੇ ਰਹੇ ਆ ਸਾਰਾ ਕੁਝ ਹੁੰਦਾ ਰਿਹਾ ਮਾਨ ਜਿਹੜੇ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਜਦੋਂ ਚੋਣਾਂ ਲੜਦੀ ਤਾਂ ਉਹ ਝੰਡਾ ਉਹਨਾਂ ਦਾ ਕੇਸਰੀ ਹੁੰਦਾ ਉਹ ਲਹਿਰਾਉਂਦੇ ਨੇ ਕੋਈ ਉਹਦੇ ਤੇ ਪਾਬੰਦੀ ਨਹੀਂ ਹੈ ਹੁਣ ਆਜ਼ਾਦੀ ਦਿਵਸ ਮੌਕੇ ਇਹ ਸਾਰਾ ਕੁਝ ਜਿਹੜਾ ਗਵਾਰਾ ਨਹੀਂ ਉੱਥੋਂ ਦੇ ਹਾਕਮਾਂ ਨੂੰ ਵੀ ਹਰੇਕ ਥਾਂ ਤੇ ਤਿਰੰਗਾ ਹੀ ਝੂਲੇ ਹੁਣ ਸਰਕਾਰੀ ਦਫ਼ਤਰ ਆ ਉਹ ਡੀਸੀ ਦਫ਼ਤਰ ਦੇ ਉੱਪਰ
ਬਿਲਡਿੰਗ ਦੇ ਉੱਪਰ ਤਿਰੰਗਾ ਝੰਡਾ ਉਤਾਰ ਕੇ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ। ਇਹ ਕੋਈ ਛੋਟੀ ਗੱਲ ਨਹੀਂ ਹੈ। ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ, ਸੂਈਆ ਏਜੰਸੀਆਂ ਦੀ ਨਾਕਾਮੀ ਸਾਹਮਣੇ ਆ ਗਈ ਕਿ ਕਿਵੇਂ ਕੋਈ ਸਰਕਾਰੀ ਬਿਲਡਿੰਗ ਤੇ ਚੜ ਗਿਆ ਤੇ ਬੇਖੌਫ ਹੋ ਕੇ ਦਿਨ ਦਿਹਾੜੇ ਸਵੇਰ ਦੇ 9 ਵਜੇ ਝੰਡਾ ਚੜਾਇਆ 14 ਅਗਸਤ ਨੂੰ, ਇੱਕ ਦਿਨ ਪਹਿਲਾਂ ਹੀ। ਤੇ ਉਸ ਤੋਂ ਬਾਅਦ ਵੀ ਗੱਲ ਜੇ ਉੱਥੇ ਹੀ ਢਕੀ ਧਰੀ ਰਹਿ ਜਾਂਦੀ, ਉਹ ਤਾਂ ਉਹਨਾਂ ਨੇ ਝੰਡਾ ਜਿਹੜਾ ਉਤਾਰ ਲਿਆ ਤੇ ਜ਼ਬਤ ਕਰ ਲਿਆ। ਪੁਲਿਸ ਅਫਸਰ ਉੱਥੇ ਪਹੁੰਚ ਗਏ, ਜ਼ਿਲ੍ਹਾ ਅਧਿਕਾਰੀ ਪਹੁੰਚ ਗਏ। ਉਸ ਤੋਂ ਬਾਅਦ ਮਾਨੂਕਿਆਂ ਵਾਲੇ ਨੇ ਵੀ ਪੰਚਾਇਤ ਘਰ ਤੇ ਝੰਡਾ ਚੜਾਤਾ। ਟੁੱਡੀ ਤੋਂ ਵੀ ਖਬਰਾਂ ਆਈਆਂ ਨੇ ਕਿ ਕੇਸਰੀ ਰੰਗ ਦੇ ਝੰਡੇ ਉੱਥੇ ਵੀ ਚੜਾਤੇ ਲੋਕਾਂ ਨੇ। ਹੁਣ ਇਹ ਇੱਕ ਲੋਕਾਂ ਦੇ ਅੰਦਰਲੀ ਜਿਹੜੀ ਦੱਬੀ ਭਾਵਨਾ ਕਿਤੇ ਨਾ ਕਿਤੇ ਪ੍ਰਗਟ ਹੁੰਦੀ ਹੈ। ਆਪਾਂ ਨਹੀਂ ਕਹਿੰਦੇ ਕਿ ਸਾਰਾ ਪੰਜਾਬ ਖਾਲਿਸਤਾਨ ਚਾਹੁੰਦਾ ਜਾਂ ਸਾਰੇ ਅਮਰੀਕਾ ਕੈਨੇਡਾ 'ਚ ਬੈਠੇ ਲੋਕ ਖਾਲਿਸਤਾਨ ਦੀ ਮੰਗ ਕਰ ਰਹੇ ਨੇ, ਕਿਉਂਕਿ ਜਿਨ੍ਹਾਂ ਨੇ ਸੰਤਾਪ ਹੰਢਾਇਆ, ਜਿਨ੍ਹਾਂ ਦੇ ਮਾਵਾਂ ਦੇ ਪੁੱਤ ਚਲੇ ਗਏ, ਉਹਨਾਂ ਨੂੰ ਪਤਾ ਹੈ ਵੀ ਕੀ ਖਾਲਿਸਤਾਨ ਦਾ ਨਾਂ ਲੈਣ ਤੋਂ ਬਾਅਦ ਹੀ ਕੀ ਕੁਝ ਹੁੰਦਾ ਹੈ ਨਾ। ਤੇ ਹੁਣ ਗੱਲ ਇਹ ਹੈ ਕਿ ਸਰਕਾਰ ਨੂੰ ਇਹਨਾਂ ਘਟਨਾਵਾਂ ਤੋਂ, ਚਾਹੇ ਇੱਕਾ ਦੁੱਕਾ ਘਟਨਾਵਾਂ ਹੀ ਨੇ, ਕੰਨ ਹੋ ਜਾਣੇ ਚਾਹੀਦੇ ਨੇ ਕਿ ਤੁਸੀਂ ਕਿਉਂ ਵਾਰ-ਵਾਰ ਕਿਸੇ ਕੌਮ ਨੂੰ ਬੇਗਾਨਗੀ ਦਾ ਅਹਿਸਾਸ ਕਰਾਉਂਦੇ ਹੋ। ਪਰ ਵੱਡੇ ਇਨਾਮ ਰੱਖੇ ਗਏ ਸੀ, ਕਹਿੰਦੇ ਝੰਡਾ ਚਲਾਉਣ ਵਾਲੇ ਨੂੰ $1.25 ਲੱਖ ਅਮਰੀਕਨ ਡਾਲਰ ਦਿੱਤਾ ਜਾਊਗਾ। ਉਹ $1.25 ਲੱਖ ਜਿਹੜਾ ਜੀ ਲਾਲ ਕਿਲੇ ਤੇ ਚੜਾਉਣ ਦੀ ਐਲਾਨ ਹੋਇਆ ਸੀ। ਚੜਾਉਣ ਨੂੰ ਕਿਹਾ ਗਿਆ ਸੀ। ਹੁਣ ਉਹ ਖਾਸੇ 'ਚ ਜੇ ਕਹਿਣਾ ਹੋਵੇ ਵੀ $1.25 ਲੱਖ ਤਾਂ ਦਿੱਲੀ ਦੇ ਲਾਲ ਕਿਲੇ ਦੀ ਫਸੀਲ ਤੇ ਝੰਡਾ ਚੜਾਉਣ ਵਾਲੇ ਨੂੰ ਦੇਣ ਦਾ ਐਲਾਨ ਹੋਇਆ ਸੀ, ਤੇ ਜੇ ਕੋਈ ਮੋਗੇ ਦੇ ਡੀਸੀ ਦਫ਼ਤਰ ਤੇ ਵੀ ਚੜਾ ਗਿਆ ਤਾਂ 10-15 ਹਜ਼ਾਰ ਤਾਂ ਫਿਰ ਵੀ ਬਣਦਾ। ਬਿਲਕੁਲ ਜੀ। ਆਪਾਂ ਖੈਰ ਇਹਨੂੰ ਉਤਸ਼ਾਹਿਤ ਨਹੀਂ ਕਰ ਰਹੇ ਜੀ, ਇਹ ਤਾਂ ਅਸੀਂ ਹਾਸੇ ਮਜ਼ਾਕ 'ਚ ਗੱਲ ਕਰ ਰਹੇ ਹਾਂ। ਪਰ ਇਹ ਹੈ ਕਿ ਇੱਕ ਇਸ ਤਰ੍ਹਾਂ ਦੇ ਸੰਕੇਤ ਜਾਂਦੇ ਨੇ, ਕਿਤੇ ਨਾ ਕਿਤੇ ਨੌਜਵਾਨ ਪੀੜ੍ਹੀ ਦੇ ਵਿੱਚ ਕਿਤੇ ਨਾ ਕਿਤੇ ਹਾਲਾਤ ਜਿਹੜੇ ਆ ਖਰਾਬ ਹੁੰਦੇ ਨਜ਼ਰ ਆ ਰਹੇ ਪੰਜਾਬ ਦੇ। ਤੇ ਜੇ ਅਸੀਂ ਗੱਲ ਕਰੀਏ ਪੰਜਾਬ ਦੀ, ਪੰਜਾਬ ਵਿੱਚ ਹਮੇਸ਼ਾ ਅਸੀਂ ਇੱਥੇ ਦੀਆਂ ਜਿੰਨੀਆਂ ਮਰਜ਼ੀ ਬਰਾੜ ਸਾਹਿਬ ਖਬਰਾਂ ਲੈ ਲਈਏ, ਅਮਰੀਕਾ ਦੀਆਂ ਹੋਣ, ਕੈਨੇਡਾ ਦੀਆਂ ਹੋਣ, ਪਰ ਜਿੰਨਾ ਚਿਰ ਅਸੀਂ ਪੰਜਾਬ ਦੀਆਂ ਖਬਰਾਂ ਨੂੰ ਨਹੀਂ ਨਾ ਲਿਆ ਕੇ ਆਉਂਦੇ, ਉਹਨਾਂ ਚਿਰ ਲੱਗਦਾ ਕਿ ਕੁਝ ਮਿਸਿੰਗ ਆ, ਕਿਉਂਕਿ ਉੱਥੇ ਦਾ ਵੀ ਸਾਨੂੰ ਉਨਾ ਹੀ ਫਿਕਰ ਰਹਿੰਦਾ ਆ। ਸੋ ਹੁਣ ਅਸੀਂ ਗੱਲ ਕੀਤੀ ਸੀ ਝੰਡਾ ਚੜਾਉਣ ਦੀ ਕਿ ਉੱਥੇ ਜਿਹੜਾ ਉਹਨਾਂ ਨੇ ਆਜ਼ਾਦੀ ਦੇ ਦਿਨ ਦਿਵਸ ਤੋਂ ਇੱਕ ਦਿਨ ਪਹਿਲਾਂ ਜਿਹੜੇ ਚੜਾਏ ਗਏ ਝੰਡੇ ਹੋਰਾਂ ਪਿੰਡਾਂ 'ਚ ਵੀ ਕੀਤੇ ਗਏ। ਪਰ ਦੂਜੇ ਪਾਸੇ ਜਦੋਂ ਦੇਖਿਆ ਜਾਵੇ ਤੇ ਅੰਮ੍ਰਿਤਸਰ ਦੇ ਵਿੱਚ ਜਗਦੀਸ਼ ਟਾਈਟਲਰ ਦੇ ਜਿਹੜੇ ਪੋਸਟਰ ਲਾਏ ਗਏ, ਉਹਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਲੋਕੀ ਇਸ ਦੇ ਗੱਲ ਦੇ ਉੱਤੇ ਵੀ ਭੜਕੇ ਹੋਏ ਆ। ਬਿਲਕੁਲ ਭੜਕਣਾ ਬਣਦਾ ਜੀ। ਜਗਦੀਸ਼ ਟਾਈਟਲਰ, ਇਹ ਉਹ ਦੋ ਸ਼ਬਦ ਨੇ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਕੋਈ ਨਾਂ ਲੈ ਕੇ ਰਾਜੀ ਨਹੀਂ। ਬਿਲਕੁਲ ਜੀ, ਸਹੀ ਤੇ ਕਿਹਾ। ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਸਿੱਖਾਂ ਦੀ ਜਿਹੜੀ ਪਾਕ ਪਵਿੱਤਰ ਜਿਹੜੀ ਭੂਮੀ ਆ, ਉੱਥੇ ਜੇ ਕੋਈ ਇਹੋ ਜਿਹੀ ਹਰਕਤ ਕਰੇ, ਇਹ ਕਿਹੜਾ ਉਹਨੂੰ ਹੋਛਾ ਪਿਆਰ ਜਾਗ ਪਿਆ ਵੀ ਆਜ਼ਾਦੀ ਦਿਵਸ ਮੌਕੇ ਉਹਨੂੰ ਬਾਕੀ ਤਾਂ ਸਾਰਾ ਕੁਝ ਭੁੱਲ ਗਿਆ ਤੇ ਉਹਨੂੰ ਜਗਦੀਸ਼ ਟਾਈਟਲਰ ਯਾਦ ਆ ਗਿਆ, ਜਾਂ ਬੜਾ ਉਹ ਕੋਈ ਦੇਵਤਾ ਪੁਰਸ਼ ਹੈ ਜਿਹਨੂੰ ਯਾਦ ਕਰਨਾ ਬਣਦਾ ਸੀ ਤੇ ਬੜੀਆਂ ਵੱਡੀਆਂ ਉਹਦੀਆਂ ਕੁਰਬਾਨੀਆਂ। ਜਿਹੜਾ ਬੰਦਾ ਭੀੜ ਨੂੰ ਉਕਸਾ ਰਿਹਾ ਹੋਵੇ, ਗਲਾਂ 'ਚ ਟਾਇਰ ਪਵਾ ਰਿਹਾ ਹੋਵੇ, ਜਿਹਦਾ ਨਾਂ ਗਵਾਹਾਂ ਵੱਲੋਂ ਸਾਹਮਣੇ ਲਿਆਂਦਾ ਜਾ ਚੁੱਕਾ ਹੋਵੇ। ਹੁਣ ਜੇ ਆਪਾਂ ਕਹਿ ਦਈਏ ਕਿ ਅਦਾਲਤਾਂ ਨੇ ਉਹਨੂੰ ਕਲੀਨ ਚਿੱਟ ਦਿੱਤੀ, ਅਦਾਲਤਾਂ ਕਿਹਦੀਆਂ ਨੇ, ਕਿਹਦੇ ਅੰਡਰ ਕੰਮ ਕਰਦੀਆਂ ਨੇ? ਤੁਸੀਂ ਜਿਹਨੂੰ ਮਰਜ਼ੀ ਬਣਾ ਲਓ, ਜਿਹਨੂੰ ਮਰਜ਼ੀ ਛਡਾ ਲਓ, ਇਹ ਕੁਝ ਹੁੰਦਾ ਰਿਹਾ। ਇਨਸਾਫ ਲਈ ਅੱਖਾਂ ਪੱਕੀਆਂ ਨੇ, ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ। ਆਖੋ ਇਹਨਾਂ ਨੂੰ ਆਪਣੇ ਘਰੀ ਜਾਣ, ਇਹ ਕਦੋਂ ਤੱਕ ਇੱਥੇ ਖੜੇ ਰਹਿਣਗੇ? ਲੋਕ ਤਾਂ ਸਪੈਦਿਆਂ ਵਾਂਗੂ ਖੜੇ ਸੁੱਕ ਗਏ ਨੇ, ਅਦਾਲਤਾਂ ਤੋਂ ਇਨਸਾਫ ਦੀ ਮੰਗ ਕਰਦੀਆਂ। ਕਈ ਵਿਧਵਾ ਔਰਤਾਂ ਇਸ ਜਹਾਨੋਂ ਕੂਚ ਕਰ ਗਈਆਂ ਨੇ, ਜਿਨ੍ਹਾਂ ਦੇ ਅੱਖਾਂ ਦੇ ਸਾਹਮਣੇ ਜਿਉਂਦੇ ਜੀ ਉਹਨਾਂ ਦੇ ਪੁੱਤਾਂ ਨੂੰ, ਉਹਨਾਂ ਦੇ ਖਾਵੰਦ ਨੂੰ, ਉਹਨਾਂ ਦੇ ਪਤੀਆਂ ਨੂੰ, ਭਰਾਵਾਂ ਨੂੰ ਧੂ ਕੇ ਗਲਾਂ 'ਚ ਟਾਇਰ ਪਾ ਕੇ ਜਿਉਂਦਿਆਂ ਨੂੰ ਸਾੜਿਆ ਗਿਆ ਸੀ। ਉਹ ਕਿਵੇਂ ਭੁੱਲ ਸਕਦੀਆਂ ਨੇ ਸਾਰਾ ਕੁਝ? ਤੇ ਇਨਸਾਫ ਦਾ ਪਹੀਆ ਜਿਹੜਾ ਇਹ ਘੁੰਮਣ ਦਾ ਨਾਂ ਨਹੀਂ ਲੈਂਦਾਗਾ। ਇਹਦੇ 'ਚ ਆਪਾਂ ਕਹਿ ਦਿੰਦੇ ਹਾਂ ਕਿ ਦੇਰ ਆ ਅੰਧੇਰਾ, ਤੇ ਤਾਂ ਹੁਣ ਅੰਧੇਰ ਹੀ ਹੈ। ਹੁਣ ਉਸ ਨਾਂ ਨੂੰ ਜਿਹਦੇ ਉੱਪਰ ਐਡੇ ਵੱਡੇ ਇਲਜ਼ਾਮ ਆਉਂਦੇ ਹੋਣ, ਤੇ ਇੱਕ ਆਪਣੇ ਆਪ ਨੂੰ ਪੱਗ ਬੰਨ੍ਹ ਕੇ ਦਾੜੀ ਰੱਖ ਕੇ ਤੇ ਅੰਮ੍ਰਿਤਸਰ ਦੀ ਧਰਤੀ ਤੇ ਉਹਨੂੰ ਉਹ ਜਨਮ ਦਿਨ ਦੀਆਂ ਮੁਬਾਰਕਾਂ ਦੇ ਰਿਹਾ। ਹੁਣ ਇਹਦੇ 'ਚ ਮੈਨੂੰ ਜਿਹੜੀ ਗੱਲ ਇਹ ਲੱਗਦੀ ਹੈ ਜੀ, ਇਹਦੇ 'ਚ ਕੋਈ ਇਹ ਨਹੀਂ ਕਿ ਬਹੁਤ ਵੱਡੀ ਸਾਜ਼ਿਸ਼ ਆ ਜਾਂ ਕਾਂਗਰਸੀਆਂ ਨੇ ਕੰਮ ਕਰਾਇਆ ਹੋਊਗਾ। ਕਾਂਗਰਸੀ ਵੀ ਉਹਨਾਂ ਨੂੰ ਪਤਾ ਕਿ ਜਗਦੀਸ਼ ਟਾਈਟਲਰ ਦਾ ਨਾਂ ਜੇ ਪੰਜਾਬ 'ਚ ਲਵਾਂਗੇ ਤਾਂ ਉਹਨਾਂ ਨੂੰ ਉਲਟਾ ਨੁਕਸਾਨ ਹੀ ਹੋਣਾ। ਕੋਈ ਜਗਦੀਸ਼ ਟਾਈਟਲਰ ਦੇ ਨਾਂ ਤੇ ਕੋਈ ਵੋਟਾਂ ਨਹੀਂ ਪੈਂਦੀਆਂ ਪੰਜਾਬ 'ਚ ਕਿਸੇ ਕਾਂਗਰਸੀ ਜਾਂ ਅਕਾਲੀ ਨੂੰ ਕਿ ਕਹਦੇ ਕਿ ਵੀ ਵੋਟਾਂ ਪੈ ਜਾਣਗੀਆਂ ਉਹਦਾ ਨਾਂ ਲੈ ਕੇ, ਉਹਦਾ ਜਨਮ ਦਿਨ ਦੀਆਂ ਮੁਬਾਰਕਾਂ ਦੇ ਕੇ, ਸਗੋਂ ਉਲਟਾ ਅਸਰ ਪੈਣਾ ਇਹਦਾ। ਹੁਣ ਇਹ ਕਈ ਵਾਰੀ ਇਹ ਹੁੰਦਾ ਕਿ ਤੁਸੀਂ ਲਾਈਮਲਾਈਟ 'ਚ ਆਉਣ ਦੇ ਲਈ, ਹੁਣ ਉਹ ਵਿਅਕਤੀ, ਮੈਂ ਤਾਂ ਉਹਦਾ ਨਾਮ ਨਹੀਂ ਜਾਣਦਾ, ਨਾ ਤਿੰਨਾਂ 'ਚ ਨਾ 13 'ਚ, ਆਪਣੇ ਆਪ ਨੂੰ ਜੋ ਮਰਜ਼ੀ ਕਹੀ ਜਾਵੇ ਉਹ, ਤੇ ਉਹਨੇ ਹੋ ਸਕਦਾ ਵੀ 2 ਸਿਪਾਹੀ ਉਹਨੂੰ ਚਾਹੀਦੇ ਹੋਣ ਵੀ ਚਲੋ ਤੁਰਿਆ ਫਿਰੂੰਗਾ ਕਿ ਟੌਰ ਬਣ ਜੂਗੀ, ਵੀ ਸੁਰੱਖਿਆ ਨੂੰ ਖਤਰਾ ਹੈ ਜੀ, ਤੇ ਇਹ ਬਿਆਨ ਦੇ ਕੇ ਤੇ ਉੱਥੇ ਟੀਵੀ ਚੈਨਲਾਂ ਵਾਲੇ ਉਹਦੇ ਮੂਹਰੇ ਜਾ ਵੜਨਗੇ, ਅਖਬਾਰ 'ਚ ਅਗਲੇ ਦਿਨ ਖਬਰ ਲੱਗ ਜੂਗੀ ਤੇ ਪਤਾ ਲੱਗ ਨਹੀਂ ਤੇ ਕੌਣ ਜਾਣਦਾ ਸੀ ਉਹਨੂੰ। ਤੇ ਇਸ ਕਰਕੇ ਕਈ ਇਸ ਤਰ੍ਹਾਂ ਦੀ ਇੱਕ ਲੁਕੀ ਹੋਈ ਸੌੜੀ ਜਿਹੜੀ ਮਨਸ਼ਾ ਵੀ ਹੁੰਦੀ ਹੈ ਇਹਦੇ ਪਿੱਛੇ, ਪਰ ਫਿਰ ਵੀ ਸਰਕਾਰਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ। ਔਰ ਕਹਿੰਦੇ ਨਾ, ਜਦੋਂ ਜੰਗਲ ਤੇ ਕੁਹਾੜਾ ਚੱਲਦਾ
ਤਾਂ ਉਹਦੇ 'ਚੋਂ ਇੱਕ ਦਸਤਾ ਕਿਸੇ ਇੱਕ ਦਰਖਤ ਨੇ ਦਿੱਤਾ ਹੁੰਦਾ। ਸੋ ਉਹ ਇਹੋ ਜਿਹੇ ਦਸਤੇ ਹੁੰਦੇ ਨੇ ਜਿਹੜੇ ਫਿਰ ਜੰਗਲ ਦੇ ਉਜਾੜੇ ਦਾ ਕਾਰਨ ਬਣਦੇ ਨੇ। ਬਿਲਕੁਲ ਜੀ। ਔਰ ਦੂਜੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਫਿਲਮਾਂ ਦੀ ਗੱਲ ਕਰਦੇ ਹਾਂ, ਬਾਲੀਵੁੱਡ ਦੀਆਂ, ਹਾਲੀਵੁੱਡ ਦੀਆਂ, ਕੋਈ ਵੀ ਫਿਲਮਾਂ ਲਾ ਲਓ, ਉਹਨਾਂ ਦੇ ਵਿੱਚ ਸਾਨੂੰ ਪਤਾ ਹੁੰਦਾ ਕਿ ਇਹ ਕੋਈ ਫਿਲਮ ਦਾ ਸੀਨ ਚੱਲ ਰਿਹਾ, ਕੋਈ ਕਿਸੇ ਨੂੰ ਅੰਨ੍ਹੇਵਾਹ ਜਾਨਵਰਾਂ ਵਾਂਗ ਕੁੱਟ ਰਿਹਾ ਹੈਗਾ, ਕੋਈ ਕਿਸੇ ਦੀ ਵੱਢ ਟੁੱਕ ਕਰ ਰਿਹਾ, ਸਾਨੂੰ ਪਤਾ ਹੁੰਦਾ ਕਿ ਇਹ ਸਭ ਨਕਲੀ ਆ, ਇਹ ਅਸਲੀ ਕੁਝ ਨਹੀਂ ਹੋ ਰਿਹਾ। ਪਰ ਸੰਗਰੂਰ ਇਲਾਕੇ ਦੇ ਵਿੱਚ ਸਨਾਮ ਦੇ ਵਿੱਚ ਇੱਕ ਆਦਮੀ ਵੱਲੋਂ ਆਪਣੀ ਘਰਵਾਲੀ ਨੂੰ, ਆਪਣੀ ਪਤਨੀ ਨੂੰ, ਜਿਹੜੀ ਕਿ ਗੁੱਸੇ ਹੋ ਕੇ ਆਪਣੇ ਪੇਕੀ ਗਈ ਹੋਈ ਸੀ, ਉਹਨੂੰ ਲਿਆ ਕੇ ਉਸਨੂੰ ਇੱਕ ਰੇੜੇ ਦੇ ਉੱਤੇ ਲੰਮੀ ਪਾਇਆ ਹੋਇਆ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਉਹਨੂੰ ਜਾਨਵਰਾਂ ਵਾਂਗ ਕੁੱਟ ਰਿਹਾ, ਵੱਢ ਰਿਹਾ ਤੇ ਲੋਕਾਂ ਦੀ ਭੀੜ, ਹਜੂਮ ਇਕੱਠਾ ਹੋਇਆ ਆ। ਬਹੁਤ ਕੋਸ਼ਿਸ਼ ਤੋਂ ਬਾਅਦ ਲੋਕਾਂ ਨੇ ਉਹਦੇ ਤੇ ਕੰਟਰੋਲ ਕੀਤਾ, ਪਰ ਉਹ ਪੀੜਤ ਔਰਤ ਦੱਸਦੀ ਸੀ ਕਿ ਨਸ਼ੇ ਦਾ ਆਦੀ ਆ ਤੇ ਨਸ਼ਾ ਖਾ ਕੇ ਉਹਨੂੰ ਕੁੱਟ ਮਾਰ ਰਿਹਾ ਸੀ, ਇਸੇ ਕਰਕੇ ਉਹ ਪੇਕੀ ਗਈ ਸੀ ਤੇ ਬਹੁਤ ਜਗ੍ਹਾ ਤੇ ਉਹਨੂੰ ਜਿੱਦਾਂ ਤੇਜ਼ ਧਾਰ ਹਥਿਆਰਾਂ ਦੇ ਨਾਲ ਵੱਢਿਆ ਗਿਆ। ਕਿਤੇ ਨਾ ਕਿਤੇ, ਹਾਂਜੀ, ਕਿਤੇ ਨਾ ਕਿਤੇ ਦੇਖ ਕੇ ਲੱਗਦਾ ਕਿ ਸਿਸਟਮ ਦੀ ਲੋਕੀ ਕੇਅਰ ਹੀ ਕੋਈ ਨਹੀਂ ਕਰਦੇ, ਕੋਈ ਕਾਨੂੰਨ ਨਹੀਂ, ਕੋਈ ਲੋਕਾਂ ਨੂੰ ਡਰ ਨਹੀਂ। ਜੇ ਤੁਸੀਂ ਉਹ ਹਜੂਮ, ਉਹ ਭੀੜ ਦੇਖ ਰਹੇ ਆ, ਮੇਰੇ ਖਿਆਲ 250-300 ਆਦਮੀ ਲੱਗਦੇ ਹੀ ਸੀ ਕਿ ਜਿਹੜੇ ਉਹ ਭੀੜ ਦਾ ਹਿੱਸਾ ਸੀ ਤੇ ਇੱਕ ਆਦਮੀ ਜਿਸ ਦੇ ਹੱਥ 'ਚ ਹਥਿਆਰ ਸੀ ਉਹਨੂੰ ਮਸਾਂ ਹੀ ਕੰਟਰੋਲ ਕੀਤਾ, ਜਦਕਿ ਔਰਤ ਕਾਫੀ ਹੱਦ ਤੱਕ ਉਹਨੇ ਵੱਢ ਦਿੱਤੀ ਸੀ। ਜੀ ਦੇਖੋ, ਜਦੋਂ ਕਹਿੰਦਾ ਨਾ ਜੇ ਸਿਸਟਮ ਗੁੱਗਲ ਹੋ ਜਾਏ, ਹੁਣ 200-250 ਬੰਦਿਆਂ ਨਾਲ ਤਾਂ ਉਹ ਇਕੱਲਾ ਤਕੜਾ ਨਹੀਂ ਸੀ, ਚਾਹੇ ਉਹ ਆਪਣੀ ਘਰ ਵਾਲੀ ਨੂੰ ਕੁੱਟਮਾਰ ਕਰ ਰਿਹਾ ਸੀ, ਉਹਦੀ ਵੱਢ ਟੁੱਕ ਕਰ ਰਿਹਾ ਸੀ। ਇਹ ਇੱਕ ਅਮਾਨਵੀ ਘਟਨਾ ਸੀ ਜਿਹੜੀ ਮਨੁੱਖਾਂ ਦੇ ਸਾਹਮਣੇ ਨਹੀਂ ਸੀ ਵਾਪਰਨੀ ਚਾਹੀਦੀ। ਉਹਨੂੰ ਡਰ ਭੈ ਹੋਣਾ ਚਾਹੀਦਾ ਸੀ ਕਿ ਇੰਨੇ ਬੰਦੇ ਆ, ਮੈਨੂੰ ਫੜ ਲੈਣਗੇ ਤੇ ਮੇਰਾ ਕੀ ਹਾਲ ਕਰ ਸਕਦੇ ਨੇ। ਸੋ ਪਹਿਲਾਂ ਤਾਂ ਆਪਾਂ ਉਸ ਘਟਨਾ ਦੀ ਨਿਖੇਧੀ ਕਰਦੇ ਹਾਂ, ਨਿੰਦਾ ਕਰਦੇ ਹਾਂ ਕਿ ਮਨੁੱਖੀ ਰਿਸ਼ਤੇ ਜਿਹੜੇ ਤੁਹਾਡੇ ਆਪਸ ਦੇ ਵਿੱਚ ਜੇ ਕੋਈ ਤੁਹਾਨੂੰ ਲੱਗਦਾ ਕਿ ਵਾਧ ਘਾਟ ਆ ਤਾਂ ਮਸਲੇ ਮਿਲ ਬੈਠ ਕੇ ਨਿਬੜਨੇ ਚਾਹੀਦੇ ਨੇ। ਜਦੋਂ ਬੰਦਾ ਨਸ਼ੇ ਦੀ ਲੱਤ ਲੱਗ ਜਾਂਦੀ ਹੈ ਨਾ ਜੀ, ਉਹ ਬਲਤ ਲੱਗ ਜਾਂਦੀ ਹੈ, ਫਿਰ ਉਹ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ। ਜਦੋਂ ਤੋੜ ਲੱਗਦੀ ਹੈ ਤਾਂ ਫਿਰ ਉਹਦੇ ਦਿਮਾਗ ਨੂੰ ਫਤੂਰ ਚੜਿਆ ਹੁੰਦਾ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਮੈਨੂੰ ਨਸ਼ਾ ਮਿਲ ਜਾਏ, ਉਹਦੇ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ। ਕਤਲਾਂ, ਡਾਕੇ, ਲੁੱਟਾਂ ਖੋਹਾਂ ਇਹਦੇ ਤੋਂ ਪੈਦਾ ਹੁੰਦੀਆਂ ਨੇ। ਤੇ ਬਾਕੀ ਜਿਹੜੀ ਫਿਕਰਮੰਦੀ ਵਾਲੀ ਗੱਲ ਇਹ ਹੈ ਕਿ ਜਿਹੜੀ ਮੈਂ ਉਹਨੂੰ ਆਵਾਮ ਨਹੀਂ, ਉਹਨੂੰ ਭੀੜ, ਉਹਨੂੰ ਕਹਾਂਗਾ ਮੌਬ ਹੀ ਹੁੰਦੀ ਹੈ ਜਿਹਦਾ ਕੋਈ ਦਿਮਾਗ ਨਹੀਂ ਹੁੰਦਾ। ਉਹਨਾਂ 'ਚ ਫਿਰ ਸਾਰੇ ਹੋ ਪਰੇ ਕਹਿ ਕੇ ਵੀ ਚੱਲ ਇਹ ਨਹੀਂ ਅੱਗੇ ਆ ਰਿਹਾ ਤੇ ਮੈਂ ਕਿਉਂ ਖੜਾ, ਤਮਾਸ਼ਬੀਨ ਬਣ ਕੇ ਖੜੇ ਰਹਿਣਾ, ਇਹ ਇੱਕ ਹਾਮੀ ਹੁੰਦੀ ਹੈ ਤੁਹਾਡਾ, ਉਹਦੇ ਨਾਲ ਸਹਿਮਤੀ ਹੁੰਦੀ, ਮੂਕ ਸਹਿਮਤੀ ਹੁੰਦੀ ਜੇ ਕੋਈ ਚੁੱਪ ਰਵੇ ਤਾਂ। ਤੇ ਉਹਨਾਂ ਤੇ ਵੀ ਸਵਾਲ ਖੜੇ ਹੁੰਦੇ ਨੇ ਕਿ ਕਿਸੇ ਦੇ ਸਾਹਮਣੇ ਇਸ ਤਰ੍ਹਾਂ ਦੀ ਜਿਹੜੀ ਘਟਨਾ ਵਾਪਰੀ ਹੋਵੇ ਉਸ ਧਰਤੀ ਤੇ ਜਿੱਥੇ ਗੁਰੂਆਂ ਨੇ ਸੁਨੇਹਾ ਦਿੱਤਾ ਹੋਵੇ ਕਿ ਜ਼ੁਲਮ ਦੇ ਖਿਲਾਫ ਖੜੇ ਹੋਣਾ, ਜਿਸ ਧਰਤੀ ਦੇ ਚੱਪੇ ਚੱਪੇ ਤੇ ਗੁਰੂਆਂ ਦੇ ਇਸ ਸੁਨੇਹੇ ਦੀ ਛਾਪ ਮੌਜੂਦ ਹੋਵੇ ਤੇ ਤੁਹਾਡੇ ਸਵੇਰੇ ਸ਼ਾਮ ਕੰਨਾਂ 'ਚ ਇਹੋ ਜਿਹੇ ਸੁਨੇਹੇ ਗੂੰਜਦੇ ਹੋਣ ਕਿ ਤੁਸੀਂ ਜ਼ੁਲਮ ਦੇ ਖਿਲਾਫ ਡਟ ਜਾਣਾ, ਉੱਥੋਂ ਦੇ ਲੋਕਾਂ ਦਾ ਇਹ ਸ਼ਾਨਾ ਮੱਤਾ ਵਿਰਸਾ ਰਿਹਾ ਹੋਵੇ ਤੇ ਉਹ ਲੋਕ ਚੁੱਪ ਹੋ ਕੇ ਤੇ ਕੰਨਾਂ 'ਚ ਰੂੰ ਦੇ ਕੇ ਤੇ ਅੱਖਾਂ ਬੰਦ ਕਰਕੇ ਸਾਰਾ ਕੁਝ ਦੇਖ ਕੇ ਰਹਿ ਜਾਂਦੇ। ਬਣਾਈ ਜਾ ਰਹੀ ਹੈ ਉਸ ਦੀ ਤੇ ਉਹ ਵੀਡੀਓ ਦੇਖਣ ਯੋਗ ਨਹੀਂ ਗੀ ਜਿਹੜੀ ਬਣਾਈ ਗਈ ਹੈ ਕਿ ਇਸ ਤਰ੍ਹਾਂ ਉਹ ਔਰਤ ਨੂੰ ਵੱਢ ਟੁੱਕ ਰਿਹਾ ਹੈਗਾ। ਉਹ ਵੀਡੀਓ ਦੇਖ ਕੇ ਕਿਤੇ ਨਾ ਕਿਤੇ ਦਿਲ ਕੰਬਦਾ ਕਿ ਉਹਦੇ ਨਾਲ ਤੇ ਹੋ ਰਹੀ ਹੈ, ਪਰ ਇੰਨੇ ਲੋਕਾਂ ਕੋਲੋਂ ਵੀ ਉਸ ਇਨਸਾਨ ਤੇ ਦੂਰੋਂ ਉਸਦੇ ਜੁੱਤੀਆਂ ਮਾਰੀਆਂ ਛੱਡਵੀਆਂ ਜਾ ਰਹੀਆਂ ਹੈਗੀਆਂ ਵੀ ਉਹਦਾ ਧਿਆਨ ਹੋਰ ਪਾਸੇ ਕਰਨ ਲਈ। ਪਰ ਜਿਵੇਂ ਜਿਵੇਂ ਉਸਨੂੰ ਦੂਰੋਂ ਲਲਕਾਰਦੇ ਆ, ਕੁਝ ਕਹਿੰਦੇ ਆ ਤੇ ਉਹ ਹੋਰ ਵਾਰ ਕਰਦਾ ਉਹਦੇ ਤੇ, ਹੋਰ ਮਾਰਦਾ। ਪਰ ਮਾੜੀ ਗੱਲ ਆ। ਤੇ ਦੂਜੇ ਪਾਸੇ ਇੱਕ ਸਰਕਾਰੀ ਕਰਮਚਾਰੀ ਆ, ਜਦੋਂ ਅਸੀਂ ਕਹਿੰਦੇ ਆ ਤਾਂ ਆਮ ਆਦਮੀ ਸੀ, ਨਸ਼ੇ ਦਾ ਆਦੀ ਸੀ, ਨਸ਼ਾ ਖਾ ਕੇ ਆਪਣੀ ਘਰ ਵਾਲੀ ਜੋ ਕਿ ਗੁੱਸੇ ਹੋ ਕੇ ਪੇਕਿਆਂ ਨੂੰ ਗਈ ਸੀ, ਉੱਥੋਂ ਉਹਨੂੰ ਜਾ ਕੇ ਧੱਕੇ ਨਾਲ ਧੂ ਕੇ ਲੈ ਕੇ ਆਇਆ, ਖਿੱਚ ਕੇ ਲੈ ਕੇ ਆਇਆ। ਚਲੋ ਇਹ ਤਾਂ ਉਹਨਾਂ ਦਾ ਘਰ ਦਾ ਮਾਮਲਾ ਸੀ, ਪਰ ਪਬਲਿਕਲੀ ਉਹਨੇ ਲਿਆ ਕੇ ਇੱਕ ਔਰਤ ਦੇ ਉੱਤੇ, ਜਿਹਨੂੰ ਅਸੀਂ ਜਗਤ ਜਨਨੀ ਕਹਿੰਦੇ ਆ, ਸੋ ਉਹਨੂੰ ਵੱਢ ਟੁੱਕ ਕੀਤੀ। ਤੇ ਦੂਜੇ ਪਾਸੇ ਇੱਕ ਕਰਮਚਾਰੀ ਇੱਕ ਪਿੰਡ ਦੇ ਵਿੱਚ ਇੱਕ ਡੇਰੇ ਤੇ ਗਿਆ, ਉਹ ਇਨਸਾਨ ਵੱਲੋਂ ਉਸਦੀ ਦਾੜੀ ਫੜੀ ਆ, ਉਸਨੂੰ ਕੁੱਟਿਆ ਮਾਰਿਆ ਗਿਆ, ਉਸਦੀ ਦਸਤਾਰ ਲਾਈ ਗਈ ਆ। ਉਹ ਵੀ ਬੜੀ ਮਾੜੀ ਘਟਨਾ ਹੈ, ਉਹਦੇ ਬਾਰੇ ਬੇਹੱਦ ਮਾੜੀ ਘਟਨਾ ਜੀ। ਮਸਤਾਨ ਸਿੰਘ ਨਾਂ ਦਾ ਇੱਕ ਮਲਟੀਪਰਪਜ਼ ਹੈਲਥ ਵਰਕਰ, ਮਲਟੀਪਰਪਜ਼ ਹੈਲਥ ਵਰਕਰ ਜਿਹੜੇ ਉਹ ਹੇਠਲੇ ਲੈਵਲ ਦੇ ਮੁਲਾਜ਼ਮ ਹੁੰਦੇ ਨੇ ਜਿਨ੍ਹਾਂ ਨੂੰ SMO ਜਾਂ ਜ਼ਿਲ੍ਹਾ ਸਿਹਤ ਅਧਿਕਾਰੀ ਕਿਸੇ ਕੰਮ ਵੀ ਤੋਰ ਦਿੰਦੇ ਨੇ ਕਿ ਫਲਾਣੇ ਤੋਂ ਲਿਖਤ ਪੜ੍ਹਤ ਕਰਕੇ ਆ, ਗਿਣਤੀ ਕਰਕੇ ਆ, ਉਹਨਾਂ ਤੋਂ ਇਸ ਤਰ੍ਹਾਂ ਦੀ ਕੋਈ ਸਰਵੇ ਵਗੈਰਾ ਕਰਵਾਉਂਦੇ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਹੋਰ ਕੰਮ 'ਚ ਕੋਈ ਡਾਕਟਰੀ ਪੇਸ਼ੇ 'ਚ ਮੁਹਾਰਤ ਨਹੀਂ ਹੁੰਦੀ। ਉਹੀ ਕੰਮ ਉਹ ਡੈਰੀ ਫੜ ਕੇ ਆਪਣੇ ਹੱਥ 'ਚ ਕਰਨ ਗਿਆ ਸੀ, ਉਹ ਨੌਜਵਾਨ ਪਗੜੀ ਧਾਰੀ, ਦਸਤਾਰ ਧਾਰੀ। ਤੇ ਉਹ ਜਦੋਂ ਗਿਆ ਇੱਕ ਡੇਰੇ 'ਚ, ਹੁਣ ਕਰੋਨਾ ਦਾ ਪਤਾ ਕਰਨ ਗਿਆ ਸੀਗਾ ਵੀ ਉਹਦੇ ਨਾਂ ਲਿਖਣ ਵੀ ਇੱਥੇ ਕੀ ਹਾਲਤ ਹੈ। ਉੱਥੇ ਜਿਹੜੇ ਇੱਕ ਤਾਂ ਸਾਧ ਸੀਗਾ, ਚਿਲਮਾ ਪੀਣਾ ਬੂਬਣਾ ਸਾਧ, ਜਟਾਂ ਉਹਨੇ ਰੱਖੀਆਂ ਤੇ ਸਿਗਰਟ ਫਸਾਈ ਹੋਈ ਹੈ ਬੀੜੀ ਮੂੰਹ 'ਚ, ਤੇ
ਉਹੋ ਜਿਹੇ ਤਮਾਸ਼ਬੀਨ ਸੀ ਵਿਹਲੜ ਜਿਹੜੇ ਉਹਦੇ ਨਾਲ ਰਹਿਣ ਨੂੰ ਤੇ ਖਾਣ ਪੀਣ ਦੇ ਯਾਰ, ਕਿਉਂਕਿ ਕਬੀਲਦਾਰ ਬੰਦਾ ਇਹੋ ਜਿਹੇ ਡੇਰਿਆਂ ਤੇ ਨਹੀਂ ਜਾਂਦਾ, ਸਾਧਾਂ ਦੇ ਡੇਰਿਆਂ ਤੇ ਚਿਲਮਾ ਪੀਣ ਵਾਲਿਆਂ ਕੋਲੇ, ਉਹਨੂੰ ਆਪਣੇ ਕਬੀਲਦਾਰੀ ਕਿਉਂਟਣੀ ਹੁੰਦੀ ਹੈ। ਤੇ ਉੱਥੇ ਫਿਰ ਉਹਨੂੰ ਪੁੱਛਦੇ ਆ ਉਹ ਵੀ ਤੇਰਾ ਆਇਡੈਂਟੀ ਕਾਰਡ ਦਿਖਾ, ਜਿਵੇਂ ਆਪ ਵੱਡੇ ਅਫਸਰ ਲੱਗੇ ਹੁੰਦੇ ਨੇ, ਤੇ ਉਹ ਤੁਹਾਡੇ ਤੋਂ ਕੀ ਉਹਦੇ ਕੋਲ ਕੋਈ ਅਸਲਾ, ਕੋਈ ਡਾਂਗ ਸੋਟਾ ਲੈ ਤੁਹਾਡੇ ਤੋਂ ਪੁੱਛਦਾ, ਨਾਂ ਪੁੱਛਣ ਗਿਆ, ਉਹ ਜਾਲੀ ਬੰਦਾ ਅਸੀਂ ਜਾਣਦੇ ਹਾਂ ਤੈਨੂੰ, 2-3 ਪਿੰਡ ਹੋਰ ਦੇ ਘੜਮ ਚੌਧਰੀ ਉੱਥੇ ਅੱਗੇ ਆ ਕੇ ਖਾਮ ਖਾ ਇਹਨੂੰ ਫੜ ਲਓ, ਇਹਨੂੰ ਲੰਮਾ ਪਾ ਲਓ, ਇਹਦੀ ਡੈਰੀ ਖੋਲੋ, ਇਹ ਸਾਰਾ ਕੁਝ ਕਰਦੇ ਆ। ਉਹ ਇੱਕ ਭਾਰਾ ਜਿਹਾ ਬੰਦਾ ਉਹ 'ਚ ਦਿਖਾਇਆ ਗਿਆ, ਉਹਦੇ ਚਪੇੜਾਂ ਜੜਦਾ, ਉਹਦੇ ਧੱਕਾ ਵੱਜਦਾ, ਉਹ ਦਸਤਾਰ ਡਿੱਗ ਪੈਂਦੀ ਹੈ। ਹੁਣ ਇਹ ਮਸਲਾ ਜਿਹੜਾ ਹੈ ਇਹ ਹੈ ਕਿ ਸਿਰਫ ਇੱਕ ਸਰਕਾਰੀ ਮੁਲਾਜ਼ਮ ਦੇ ਉੱਪਰ ਹਮਲਾ ਕਰਨ ਤੱਕ ਸੀਮਿਤ ਨਹੀਂ ਰਹਿ ਗਿਆ। ਬੇਸ਼ੱਕ ਕੇਸ ਜਿਹੜੇ ਉਹਨਾਂ ਤੇ ਦਰਜ ਹੋ ਗਏ ਨੇ, ਉਹ ਤੋਂ ਫਰਾਰ ਨੇ, ਪੁਲਿਸ ਨੂੰ ਲੱਭਦੀ ਫਿਰਦੀ ਹੈ, ਪਰ ਦਸਤਾਰ ਮਹਿਜ਼ ਇੱਕ ਕੱਪੜਾ ਨਹੀਂ ਆ, ਇੱਕ ਟੁਕੜਾ ਨਹੀਂ ਆ ਉਹ ਕਿ ਤੁਸੀਂ ਸਿਰ ਤੇ ਬੰਨੀ ਫਿਰਦੇ ਹੋ ਲੀਰਾਂ, ਉਹ ਇੱਕ ਤੁਹਾਡੀ ਨਿਸ਼ਾਨੀ ਹੈ। ਉਹਦੇ ਤੇ ਜੇ ਹਮਲਾ ਹੁੰਦਾ ਤਾਂ ਖੂਨ ਖੌਲਦਾ ਦਸਤਾਰ ਬੰਨਣ ਵਾਲਿਆਂ ਦਾ, ਉਹ ਖੂਨ ਖੌਲਿਆ। ਤੱਤ ਖਾਲਸਾ ਵਾਲੇ ਅਗਲੇ ਦਿਨ ਉਸੇ ਪਿੰਡ ਜਾਂਦੇ ਨੇ। ਇਹ ਘਟਨਾ ਵਾਪਰਦੀ ਹੈ ਖਾਨਪੁਰ ਪਿੰਡ ਦੇ ਵਿੱਚ, ਖੰਨਾ ਨੇੜਲੇ ਕੋਈ ਪਿੰਡ ਹੈ ਇਹ, ਤੇ ਫਿਰ ਉਸ ਤੋਂ ਬਾਅਦ ਸਾਧ ਦਾ ਪਿੰਡ ਕੋਈ ਹੋਰ ਹੈ। ਹੁਣ ਉੱਥੇ ਖਾਨਪੁਰ ਵਾਲਿਆਂ ਤੇ ਸਵਾਲ ਖੜਾ ਹੁੰਦਾ ਕਿ ਇਹੋ ਜਿਹੇ ਲੱਟਰ ਸਾਧ ਨੂੰ, ਲੰਗੌੜ ਨੂੰ ਤੁਸੀਂ ਆਪਣੇ ਪਿੰਡ ਦੇ ਵਿੱਚ ਕਿਵੇਂ ਤੁਸੀਂ ਉਹਨੂੰ ਰੱਖੀ ਬੈਠੇ ਹੋ, ਡੇਰਾ ਬਣਾਈ ਬੈਠਾ ਹੋ, ਤੇ ਵਿਹਲੜ ਉੱਥੇ ਜਾਂਦੇ ਨੇ, ਇਹੋ ਜਿਹੀਆਂ ਹਰਕਤਾਂ ਕਰਦੇ ਨੇ। ਬਰਾੜ ਸਾਹਿਬ, ਕਈ ਵਾਰੀ ਮੈਨੂੰ ਹੁੰਦਾ ਹੈ ਕਿ ਆਪਾਂ ਜਦੋਂ ਇਹਨਾਂ ਮੁਲਕਾਂ 'ਚ ਰਹਿ ਕੇ ਗੱਲ ਕਰਦੇ ਆ, ਜਦੋਂ ਆਪਾਂ ਵੀ ਪੰਜਾਬ ਜਾਂਦੇ ਆ ਤੇ ਆਪਾਂ ਇਹੋ ਜਿਹੇ ਬਹੁਤ ਸਾਰੇ ਡੇਰੇ ਦੇਖਦੇ ਆ ਜਿੱਥੇ ਬੀਬੀਆਂ ਤੇ ਅੰਨੇ ਸ਼ਰਧਾਲੂ ਜਿਹੜੇ ਆ ਉਹਨਾਂ ਦੇ ਉਹ ਕਿਸੇ ਦੀ ਸੁਣਦੇ ਨਹੀਂ। ਹਰ ਇੱਕ ਪਰਿਵਾਰ ਦੇ ਵਿੱਚ ਇਦਾਂ ਦੇ ਹੁੰਦੇ ਆ 2-4 ਜਿਹੜੇ ਤੁਹਾਨੂੰ ਵੀ ਕਹਿੰਦੇ ਆ ਕਿ ਤੁਸੀਂ ਵੀ ਜਾਓ, ਤੁਹਾਡਾ ਵੀ ਉੱਥੇ ਜਾ ਕੇ ਬੇੜਾ ਪਾਰ ਤਰ ਜਾਊਗਾ, ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਤੇ ਵਿਹਲੜ ਲੋਕ ਆ ਜਿਹੜੇ ਚਿਲਮਾ ਪੀ ਜਾਂਦੇ ਆ, ਨਸ਼ੇ ਕਰੀ ਜਾਂਦੇ ਆ, ਨੌਜਵਾਨਾਂ ਨੂੰ ਨਸ਼ੇ ਤੇ ਲਾਈ ਜਾਂਦੇ ਆ, ਕੁਕਰਮ ਹੁੰਦੇ ਆ। ਹੁਣ ਜੇ ਅਸੀਂ ਸੌਦਾ ਸਾਧ ਦੀ ਗੱਲ ਕਰੀਏ ਤੇ ਅੱਜ ਵੀ ਲੋਕੀ ਉਹਨੂੰ ਪਿਤਾ ਜੀ ਕਹਿ ਕੇ ਕਹਿ ਰਹੇ, ਪਿਤਾ ਜੀ ਗਏ ਹੋਏ ਆ, ਬਸ ਪਿਤਾ ਜੀ ਵਾਪਸ ਆ ਰਹੇ। ਉਹਨਾਂ ਨੂੰ ਇਹ ਨਹੀਂ ਦੀਦਾ ਵੀ ਉਹ ਇਨਸਾਨ ਦੇ ਕੁਕਰਮ ਸਾਰਾ ਕੁਝ ਸਾਹਮਣੇ ਆ ਗਿਆ, ਇੱਕ ਬਲਾਤਕਾਰੀ ਆ, ਕੀ ਕੁਝ ਉਹਨੇ ਕੀਤਾ, ਕਿੰਨੀਆਂ ਉਹਨੇ ਜਾਨਾਂ ਲਈਆਂ, ਪਰ ਲੋਕੀ ਅੱਜ ਵੀ ਉਹਨੂੰ ਪਿਤਾ ਜੀ ਮੰਨਦੇ। ਇਹ ਜਦੋਂ ਸਾਧ ਦੀ ਵੀ ਜਿਹੜੀ ਥੋੜੀ ਜਿਹੀ ਤਸਵੀਰ ਆ ਰਹੀ ਸੀ, ਮਰੂਆ ਜਿਹਾ ਆ, ਸੁੱਕਾ ਜਿਹਾ ਆ, ਇੱਕ ਮੈਨੂੰ ਇਹ ਸਮਝ ਨਹੀਂ ਆਉਂਦੀ ਹੁੰਦੀ, ਮੈਨੂੰ ਸ਼ਾਇਦ ਤੁਸੀਂ ਯੂਨੀਵਰਸਿਟੀ ਲੈਵਲ ਤੱਕ ਪੜਾਉਂਦੇ ਰਹੇ ਆ, ਤੁਹਾਨੂੰ ਇਹਦਾ ਐਕਸਪੀਰੀਅੰਸ ਹੋ। ਇਹ ਜਿਹੜੇ ਸਾਰੇ ਸਾਧ ਆ ਵੀ ਇਹਨਾਂ ਨੂੰ ਕੱਪੜਿਆਂ ਤੋਂ ਐਲਰਜੀ ਹੈ, ਬਸ ਕਹਿ ਲਓ ਕਿ ਮਾੜੀ ਜੀ ਕੱਪੜਾ ਜਿਹਾ ਪਾ ਕੇ ਬੈਠੇ ਰਹਿੰਦੇ ਆ, ਮੋਸਟਲੀ ਨੰਗੇ ਹੁੰਦੇ ਆ ਤੇ ਧੜੀ ਸਾਰਾ ਇਹਨਾਂ ਨੇ ਸੋਨਾ ਪਾਇਆ ਹੁੰਦਾ, ਆਪਣੀ ਅਜੀਬ ਜੀ ਆਪਣੀ ਇਹਨਾਂ ਨੇ ਦਿੱਖ ਬਣਾਈ ਹੁੰਦੀ ਆ ਕਿ ਸਾਧ ਇਹੋ ਜਿਹੇ ਹੁੰਦੇ। ਦੇਖੋ ਜੀ, ਜੇ ਇਹਨਾਂ ਨੂੰ ਦੀਨ ਦੁਨੀਆ ਦੀ ਸੁਰਤ ਹੋਵੇ, ਪਤਾ ਹੋਵੇ, ਅਕਲ ਹੋਵੇ, ਤੇ ਫਿਰ ਕੋਈ ਕੰਮ ਧੰਦਾ ਨਾ ਸ਼ੁਰੂ ਕਰ ਲੈਣ ਆਪਣਾ। ਇਹ ਦੁਨੀਆਦਾਰੀ ਤੋਂ ਭੱਜੇ ਹੋਏ ਵਿਅਕਤੀ ਹੁੰਦੇ ਨੇ ਜਿਹੜੇ ਦੁਨੀਆਦਾਰੀ ਦੀਆਂ ਜ਼ਿੰਦਗੀ ਦੀਆਂ ਚੁਣੌਤੀਆਂ ਦੇ ਰੂਬਰੂ ਹੋਣ ਦੀ ਜ਼ਰੂਰਤ ਨਹੀਂ ਰੱਖਦੇ ਹੁੰਦੇ। ਬੇਸਿਕਲੀ ਇਹਨਾਂ ਨੂੰ ਆਪਾਂ ਕਾਇਰ ਲੋਕ ਕਹਿ ਸਕਦੇ ਹਾਂ, ਕਿਉਂਕਿ ਇੱਕ ਕਬੀਲਦਾਰ ਬੰਦਾ ਜਿਹੜਾ ਦੁਨੀਆਦਾਰ ਆ, ਜਿਹਨੇ ਰੋਜੀ ਰੋਟੀ ਆਪਣੀ ਪਰਿਵਾਰ ਦਾ ਪੇਟ ਪਾਲਣਾ, ਉਹਨੂੰ 100 ਮੁਹਾਜਾਂ ਤੇ ਜਾ ਕੇ ਲੜਨਾ ਪੈਂਦਾ, ਮਿਹਨਤ ਕਰਨੀ ਪੈਂਦੀ ਹੈ। ਇਹ ਕੰਮਚੋਰ ਲੋਕ ਹੁੰਦੇ ਨੇ, ਵਿਹਲੀਆਂ ਖਾਣ ਵਾਲੇ। ਇੱਥੇ ਦੋਸ਼ ਸਾਧਾਂ ਦਾ ਨਹੀਂਗਾ, ਦੋਸ਼ ਉਹਨਾਂ ਲੋਕਾਂ ਦਾ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ, ਜਿਹੜੇ ਪਿੱਛੇ ਲੱਗਦੇ ਨੇ। ਔਰ ਫਿਰ ਜਿੱਥੇ ਕੋਈ 4 ਲੋਕਾਂ ਦਾ ਇਕੱਠ ਹੋਣ ਲੱਗ ਪਏ, ਇਕੱਠੇ ਹੋਣ ਲੱਗ ਪੈਣ, ਉੱਥੇ ਕੋਈ ਲਾਲ ਬੱਤੀ ਵਾਲੀ ਗੱਡੀ ਜਾਣ ਲੱਗ ਪੈਂਦੀ ਹੈ। ਫਿਰ ਉਹਨੂੰ ਦੇਖ ਕੇ ਉਹ ਅੰਧ ਭਗਤਾਂ ਦੀ ਸ਼ਰਧਾ ਹੋਰ ਜਾਗਦੀ ਹੈ ਕਿ ਇਹਦੇ ਕੋਲ ਤਾਂ ਫਲਾਨਾ ਵੀ ਆਉਂਦਾ, ਇਹਦੇ ਕੋਲ ਤਾਂ ਵੱਡੇ ਅਫਸਰ ਵੀ ਆਉਂਦੇ ਆ, ਲੀਡਰ ਵੀ ਇਹਦੀ ਚੌਂਕੀ ਭਰਦੇ ਆ, ਉਹਦੀ ਹੋਰ ਬੱਲੇ ਬੱਲੇ ਹੁੰਦੀ ਹੈ। ਉਹਦੇ ਵਿੱਚੋਂ ਫਿਰ ਖਾਊ ਯਾਰ ਤੇ ਪਿਆਊ ਯਾਰ, ਤੇ ਕਈਆਂ ਦੀ ਜਿਹੜੀ ਮਾਨਸਿਕਤਾ ਉਹ ਇੰਨੀ ਹਿੱਲ ਚੁੱਕੀ ਹੁੰਦੀ ਹੈ ਤੇ ਉਹਨਾਂ ਨੂੰ ਉਹਨਾਂ ਸਾਧਾਂ ਦੇ ਡੇਰਿਆਂ ਤੇ ਜਾ ਕੇ ਠੁੰਮਣਾ ਮਿਲਦਾ। ਇਹਦੇ 'ਚ ਕਸੂਰ ਲੋਕਾਂ ਦਾ ਵੀ ਹੈ, ਸਾਧਾਂ ਦਾ ਤਾਂ ਹੈ ਹੀ ਹੈ, ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਉਹਨਾਂ ਦਾ ਤੋਰੀ ਫੁਲਕਾ ਚੱਲਦਾ। ਪਰ ਦੂਜੇ ਪਾਸੇ ਜਿਹੜੇ ਧਰਮ ਪ੍ਰਚਾਰਕ ਨੇ, ਜਿਹੜੀਆਂ ਵੱਡੀਆਂ ਸੰਸਥਾਵਾਂ ਨੇ, ਉਹਨਾਂ ਤੇ ਵੀ ਸਵਾਲ ਖੜਾ ਕਰਨਾ ਬਰੀ ਆਪਾਂ ਉਹਨਾਂ ਨੂੰ ਨਹੀਂ ਕਰ ਸਕਦੇ। ਜੇ ਉਹ ਸਹੀ ਲੜ ਲਾਉਣ, ਸਹੀ ਥਾਂ ਤੇ ਜਾ ਕੇ ਪ੍ਰਚਾਰ ਕਰਨ, ਲੋਕਾਂ ਨੂੰ ਅਸਲੀਅਤ ਦੱਸਣ, ਗੁਰਬਾਣੀ ਦੇ ਹਵਾਲੇ ਦੇ ਕੇ ਕਿ ਸਾਡਾ ਵਿਰਸਾ ਕਿੱਡਾ ਮਹਾਨ ਸੀ, ਕਿੱਡੇ ਗੌਰਵਸ਼ਾਲੀ ਵਿਰਸੇ ਨਾਲ ਅਸੀਂ ਜੁੜੇ ਹੋਏ ਹਾਂ, ਸਾਡਾ ਤਾਂ ਕੁਰਬਾਨੀਆਂ ਦਾ ਇਤਿਹਾਸ ਹੈ, ਅਸੀਂ ਤਾਂ ਕਿੱਧਰ ਨੂੰ ਜਾ ਰਹੇ ਹਾਂ, ਉਹਨਾਂ ਤੇ ਵੀ ਆਪਾਂ ਨੂੰ ਸਵਾਲ ਖੜੇ ਕਰਨੇ ਬਣਦੇ ਆ ਕਿ ਤੁਸੀਂ ਵੀ ਭਾਈ ਆਪਣੀ ਜ਼ਿੰਮੇਵਾਰੀ ਸਮਝੋ ਤੇ ਲੋਕਾਂ ਨੂੰ ਇਹੋ ਜਿਹੇ ਪਖੰਡੀਆਂ ਦੇ ਲੜ ਲੱਗਣ ਤੋਂ ਇਹਨਾਂ ਨੂੰ ਸਮਝਾਓ, ਇਹਨਾਂ ਨੂੰ ਕਿਸੇ ਨਾ ਕਿਸੇ ਇਹਨਾਂ ਦੇ ਖਾਨੇ 'ਚ ਗੱਲ ਪਾਓ। ਤੇ ਫਿਰ ਨਹੀਂ ਤਾਂ ਫਿਰ ਮੱਛੀ ਆਪੇ ਪੱਥਰ ਚੱਟ ਕੇ ਵਾਪਸ ਮੁੜਦੀ ਹੈ, ਉਹ ਜਦੋਂ ਭੱਤਾ ਬਣਾ ਕੇ ਫਿਰ ਜਿਹੜੀ ਵੱਟ ਮਰਜੀ ਤੁਰੇ ਫਿਰਨ। ਜੀ ਬਿਲਕੁਲ ਜੀ ਬਰਾੜ ਸਾਹਿਬ, ਥੈਂਕ ਯੂ, ਬਹੁਤ ਵਧੀਆ ਅੱਜ ਜਿਹੜਾ ਖਬਰਾਂ ਦੇ ਉੱਤੇ ਤੁਸੀਂ ਸਾਨੂੰ ਰੋਸ਼ਨੀ ਪਾਈ ਹੈ, ਜਿਹੜੀਆਂ ਅਸੀਂ ਆਪਣੇ ਮੁਲਕ ਦੀਆਂ, ਗਵਾਂਢ ਮੁਲਕ ਦੀਆਂ ਤੇ ਭਾਰਤ ਦੀਆਂ ਗੱਲਾਂ ਕੀਤੀਆਂ। ਸੋ ਬਹੁਤ ਸਾਰੀਆਂ ਅਸੀਂ ਕਰਨੀਆਂ ਬਣਦੀਆਂ ਵੀ ਸੀ। ਔਰ ਕੀ ਕਹੋਗੇ ਪਰਿਵਾਰਾਂ ਨੂੰ ਜਾਣ ਤੋਂ ਪਹਿਲਾਂ? ਪਰਿਵਾਰਾਂ ਨੂੰ ਜਿਹੜੇ ਹੁਣ ਸਾਡੇ ਜ਼ਿਆਦਾਤਰ ਦੇਖਣ ਸੁਣਨ ਵਾਲੇ ਨੇ ਉਹ ਕੈਨੇਡਾ, ਅਮਰੀਕਾ,
ਮੁਲਕਾਂ 'ਚ ਹੀ ਨੇ, ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਹੋਰਨਾਂ ਮੁਲਕਾਂ 'ਚ ਵੀ ਇਹ ਪ੍ਰੋਗਰਾਮ ਦੇਖਿਆ ਜਾਂਦਾ ਹੈ। ਆਪਾਂ ਇਹੀ ਕਹਾਂਗੇ ਜੀ ਕਿ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ। ਬਿਲਕੁਲ ਜੀ। ਇਹ ਇੱਥੇ ਹੀ ਸਾਰਾ ਲੇਖਾ ਜੋਖਾ ਹੋ ਜਾਣਾ ਤੇ ਚੰਗੇ ਤੇ ਹੋਰਨਾਂ ਜਨਮਾਂ ਦੀ ਉਡੀਕ ਦੇ ਵਿੱਚ ਅਸੀਂ ਇਸ ਮਨੁੱਖਾ ਜ਼ਿੰਦਗੀ ਨੂੰ ਗਲਤ ਕੰਮਾਂ 'ਚ ਨਾ ਲਾਈਏ। ਇੱਥੇ ਹੀ ਸਾਡੇ ਚੰਗੇ ਤੇ ਮਾੜੇ ਕੰਮਾਂ ਦੇ ਨਤੀਜੇ ਮਿਲ ਜਾਣੇ ਆ। ਤੁਸੀਂ ਚੰਗੇ ਕੰਮ ਕਰੋਗੇ ਤਾਂ ਤੁਹਾਨੂੰ ਉਹਦੇ ਚੰਗੇ ਨਤੀਜੇ ਨਿਕਲਣਗੇ, ਕਿਉਂਕਿ ਗੁਰੂ ਸਾਹਿਬਾਨ ਨੇ ਕਿਹਾ ਕਿ ਕਰਮਾਂ ਸੰਦੜਾ ਖੇਤ ਹੈ, ਇੱਥੇ ਕਿੱਕਰ ਬੀਜ ਕੇ ਤੇ ਬਜੌਰੀ ਦਾਖਾਂ ਨਹੀਂ ਮਿਲਣੀਆਂ, ਹਨਾ। ਇੱਥੇ ਜੋ ਕੁਝ ਤੁਸੀਂ ਬੀਜੋਗੇ, ਜਿਹੜੀ ਫਸਲ ਬੀਜੋਗੇ ਉਹੀ ਫਲ ਮਿਲੇਗਾ, ਉਹੀ ਵੱਢੋਗੇ ਤੇ ਕਰਮਾਂ ਦਾ ਫਲ ਮਿਲਣਾ ਉਹ ਇੱਥੇ ਹੀ ਮਿਲ ਜਾਣਾ। ਚੰਗੇ ਕਰਮਾਂ ਦੇ ਚੰਗੇ ਨਤੀਜੇ ਆ ਜਾਣਗੇ, ਬੁਰੇ ਕਰਮਾਂ ਦੇ ਹਮੇਸ਼ਾ ਬੁਰੇ ਨਤੀਜੇ ਮਿਲਦੇ ਨੇ। ਤੇ ਇਸੇ ਗੱਲ ਦੇ ਨਾਲ ਹੀ ਆਪਾਂ ਅੱਜ ਸਾਰੇ ਹੀ ਦਰਸ਼ਕਾਂ ਤੋਂ ਇੱਥੋਂ ਹੁਣ ਆਗਿਆ ਲੈਣੇ ਆ ਜੀ। ਬਹੁਤ ਸਾਰਿਆਂ ਦਾ ਥੈਂਕ ਯੂ ਜੀ ਤੁਹਾਡਾ ਆਪਣਾ ਸਮਾਂ ਦੇਣ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਇਹ ਸਨ ਮੇਰੇ ਨਾਲ ਗੁਰਬਾਜ ਸਿੰਘ ਬਰਾੜ, ਜਿਹੜੇ ਸਾਡੇ ਨਾਲ ਸੋਮਵਾਰ ਤੇ ਵੀਰਵਾਰ ਆਉਂਦੇ ਨੇ ਔਰ ਬਹੁਤ ਹੀ ਵਧੀਆ ਗੱਲਬਾਤ ਹੁੰਦੀ ਹੈ। ਤੁਸੀਂ ਵੀ ਸਾਡਾ ਸਾਥ ਦਿੰਦੇ ਹੋ, ਬਹੁਤ ਭਰਮਾ ਹੁੰਗਾਰਾ ਦਿੰਦੇ ਹੋ। ਥੈਂਕ ਯੂ ਤੁਹਾਡਾ ਸਾਰਿਆਂ ਦਾ। ਔਰ ਖਬਰਸਾਰ ਦੇ ਵਿੱਚ ਮੇਰਾ ਤੁਹਾਡੇ ਨਾਲ ਕੱਲ ਫੇਰ ਮੁਲਾਕਾਤ ਹੋਵੇਗੀ 11 ਵਜੇ ਤੋਂ ਲੈ ਕੇ 12 ਵਜੇ ਤੱਕ, ਤੇ ਕੱਲ ਮੇਰੇ ਨਾਲ ਕੁਲਦੀਪ ਸਿੰਘ ਆਉਣਗੇ। ਔਰ ਤੁਸੀਂ ਸਾਰੇ ਜਾਣਦੇ ਹੋ ਕਿ ਕੁਲਦੀਪ ਸਿੰਘ ਹੋਣਾ ਦੇ ਜਿਹੜੇ ਮੁੱਦੇ ਹੁੰਦੇ ਆ ਸੋ ਮੋਸਟਲੀ ਜਿਹੜੇ ਧਰਮ ਦੇ ਰਿਲੇਟਡ ਹੀ ਹੁੰਦੇ ਆ, ਸੋ ਬਹੁਤ ਵਧੀਆ ਜਾਣਕਾਰੀ ਲੈ ਕੇ ਆਉਂਦੇ ਆ। ਸੋ ਕੱਲ ਫੇਰ 11 ਤੋਂ 12 ਵਜੇ ਤੱਕ ਤੁਹਾਨੂੰ ਮਿਲਾਂਗੇ। ਤਦ ਤੱਕ ਤੁਸੀਂ ਰੱਖਿਓ ਖਿਆਲ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।